ਨਿੱਘਾ ਸਵਾਗਤ ਜੀ ਆਇਆਂ ਕਰਦੇ ਹਾਂ ਜੀ। ਤੇ ਅੱਜ ਦੇ ਵੈਬੀਨਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਜੋ ਨੇਮ ਹੈ ਕਿ ਉਸ ਪਰਮਪਿਤਾ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰੀਏ। ਤੇ ਵੈਬੀਨਾਰ ਦੀ ਆਰੰਭਤਾ ਤੋਂ ਪਹਿਲਾਂ 5 ਵਾਰ ਅਸੀਂ ਮੂਲ ਮੰਤਰ ਦਾ ਜਾਪ ਕਰਾਂਗੇ ਜੀ। 5 ਵਾਰ ਵਾਹਿਗੁਰੂ ਮੰਤਰ ਜਾਪ ਉਪਰੰਤ ਜਿਹੜਾ ਅੱਜ ਦੇ ਵੈਬੀਨਾਰ ਦੀ ਆਰੰਭਤਾ ਕਰਾਂਗੇ ਜੀ। ਸੋ ਸਾਰਿਆਂ ਨੇ ਸਹਿਯੋਗ ਦੇਣਾ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਆਪ ਸਾਰਿਆਂ ਦਾ ਸਵਾਗਤ ਜੀ ਆਇਆਂ। ਤੇ ਅੱਜ ਦਾ ਜੋ ਵਿਸ਼ੇਸ਼ ਵੈਬੀਨਾਰ ਹੈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜੋ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆ ਰਿਹਾ 400 ਸਾਲਾ ਪ੍ਰਕਾਸ਼ ਪੁਰਬ ਜੋ ਵਿਸ਼ਵ ਭਰ ਦੇ ਵਿੱਚ ਸੰਗਤਾਂ ਮਨਾ ਰਹੀਆਂ ਨੇ ਜੀ। ਸੋ ਉਸ ਕੜੀ ਤਹਿਤ ਸਰਕਾਰੀ ਕਾਲਜ ਰੋਪੜ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਸਰਕਾਰੀ ਕਾਲਜ ਰੋਪੜ ਦੇ ਉਦਮਾਂ ਸਦਕਾ ਅੱਜ ਦਾ ਇਹ ਵਿਸ਼ੇਸ਼ ਵੈਬੀਨਾਰ ਕੀਤਾ ਜਾ ਰਿਹਾ, ਜਿਹਦੇ ਵਿੱਚ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਉਹਨਾਂ ਦੀ ਸ਼ਖਸੀਅਤ, ਸਿੱਖਿਆਵਾਂ ਤੇ ਸ਼ਹਾਦਤ ਵਿਸ਼ੇ ਤੇ ਸਾਡੇ ਨਾਲ ਸਾਂਝ ਪਾਉਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਵਿੰਦਰਪਾਲ ਸਿੰਘ ਜੀ। ਸੋ ਅੱਜ ਦੇ ਇਸ ਵੈਬੀਨਾਰ ਦੀ ਆਰੰਭਤਾ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਮੈਡਮ ਉਪਦੇਸ਼ਦੀਪ ਕੌਰ ਜੀ, ਕਿਰਪਾ ਕਰਕੇ ਉਹਦਾ ਮਾਈਕ ਜਿਹੜਾ ਅਨਮਿਊਟ ਕਰ ਦਿਓ ਜੀ। ਮੈਡਮ ਉਪਦੇਸ਼ਦੀਪ ਕੌਰ ਜੀ ਜੋ ਅਸਿਸਟੈਂਟ ਪ੍ਰੋਫੈਸਰ ਨੇ ਜੀ ਪੰਜਾਬੀ ਵਿਭਾਗ ਦੇ ਵਿੱਚ, ਉਹ ਸਾਰਿਆਂ ਨੂੰ ਜੀ ਆਇਆਂ ਆਖਣਗੇ ਜੀ, ਵੈਲਕਮ ਕਰਨਗੇ। ਸੋ ਉਸ ਤੋਂ ਬਾਅਦ ਆਪਾਂ ਅੱਗੇ ਵੈਬੀਨਾਰ ਦੀ ਸਟਾਰਟਿੰਗ ਕਰਾਂਗੇ ਜੀ। ਮੈਡਮ ਉਪਦੇਸ਼ਦੀਪ ਕੌਰ ਜੀ। जी वाहिगुरु जी का खालसा वाहिगुरु जी की फतेह। आवाज आ रही है विक्रम सर जी? आ रही है जी। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਜ਼ੂਮ ਐਪ ਦੇ ਜ਼ਰੀਏ ਸਾਰੇ ਸੁਣਨ ਵਾਲੇ ਬੁੱਧੀਜੀਵੀ ਵਰਗ, ਦਾਨਸ਼ਵਰ ਅਤੇ ਵਿਦਵਾਨ ਸਰੋਤਿਆਂ ਨੂੰ ਮੇਰੀ ਤਹਿ ਦਿਲੋਂ ਸਤਿ ਸ਼੍ਰੀ ਅਕਾਲ। ਅੱਜ ਆਪਾਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾ ਰਹੇ ਹਾਂ। ਮੈਂ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾਕਟਰ ਬਲਵਿੰਦਰਪਾਲ ਸਿੰਘ ਜੀ, ਰਿਟਾਇਰਡ ਮੁਖੀ ਅਰਥ ਸ਼ਾਸਤਰ ਵਿਭਾਗ, ਖਾਲਸਾ ਕਾਲਜ ਗੁਰੂ ਸਰ ਸੁਧਾਰ ਜੀ ਦਾ ਨਿੱਘਾ ਸਵਾਗਤ ਕਰਦੀ ਹੋਈ ਉਹਨਾਂ ਨੂੰ ਜੀ ਆਇਆਂ ਆਖਦੀ ਹਾਂ। ਨਾਲ ਹੀ ਸਰਦਾਰ ਇੰਦਰਪਾਲ ਸਿੰਘ ਜੀ ਚੱਡਾ, ਡਾਇਰੈਕਟਰ ਓਵਰਸੀਜ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਮੈਡਮ ਮਨਜੀਤ ਕੌਰ ਮਨਚੰਦਾ ਜੀ, ਵਾਈਸ ਪ੍ਰਿੰਸੀਪਲ ਸਰਕਾਰੀ ਕਾਲਜ ਲੁਧਿਆਣਾ ਰੋਪੜ, ਹਰਮਹਿੰਦਰ ਸਿੰਘ ਜੀ ਅਤੇ ਕਾਲਜ ਸਟਾਫ ਵਿਦਿਆਰਥੀਆਂ ਦਾ ਵੈਬੀਨਾਰ ਵਿੱਚ ਸਵਾਗਤ ਕਰਦੀ ਹੋਈ ਖੁਸ਼ਾਮਦੀਦ ਆਖਦੀ ਹਾਂ। ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਜਿਹੜਾ ਕਰੋਨਾ ਦੀ ਬਿਮਾਰੀ ਚੱਲੀ ਹੋਈ ਹੈ ਉਹਨੂੰ ਠੀਕ ਕਰੇ, ਸਾਰੇ ਵਰਲਡ ਵਿੱਚ, ਸੰਸਾਰ ਵਿੱਚ ਤੰਦਰੁਸਤੀਆਂ ਬਖਸ਼ੇ, ਤਾਂ ਕਿ ਅਸੀਂ ਇਹ ਜਿਹੜਾ ਮੀਡੀਆ ਦੇ ਜ਼ਰੀਏ ਕਰ ਰਹੇ ਮੀਟਿੰਗਾਂ ਹੈ ਉਹ ਅਸੀਂ ਆਪਣੇ ਕਾਲਜ ਦੇ ਵਿਹੜਿਆਂ ਵਿੱਚ ਆਯੋਜਿਤ ਕਰ ਸਕੀਏ। ਮੈਂ ਇਹੀ ਸ਼ਬਦਾਂ ਨਾਲ ਆਪਣਾ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜ਼ੂਮ ਐਪ ਦੇ ਜ਼ਰੀਏ ਜੁੜਨ ਤੇ। ਧੰਨਵਾਦ। ਥੈਂਕ ਯੂ। ਬਹੁਤ ਧੰਨਵਾਦ ਜੀ ਮੈਡਮ ਉਪਦੇਸ਼ਦੀਪ ਕੌਰ ਜੀ, ਜੋ ਅਸਿਸਟੈਂਟ ਪ੍ਰੋਫੈਸਰ ਨੇ ਜੀ ਸਰਕਾਰੀ ਕਾਲਜ ਰੋਪੜ ਤੇ ਨਾਲ ਇੰਚਾਰਜ ਵੀ ਨੇ ਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਸਰਕਾਰੀ ਕਾਲਜ ਰੋਪੜ ਦੇ ਜੀ।
ਤੇ ਇਹਨਾਂ ਨੇ ਸ਼ੁਭ ਇਛਾਵਾਂ ਦਿੱਤੀਆਂ ਕਿ ਕਰੋਨਾ ਦੀ ਮਹਾਮਾਰੀ ਜਿਹੜੀ ਚੱਲ ਰਹੀ ਹੈ ਉਸ ਤੋਂ ਨਿਜਾਤ ਵੀ ਮਿਲੇ ਜੀ। ਬਹੁਤ ਧੰਨਵਾਦ ਜੀ। ਤੇਗ ਬਹਾਦਰ ਸਿਮਰਿਐ ਕਰਨੋ ਨਿਦਾਵਤ ਆਏ, ਸਭ ਥਾਈ ਹੋਣਾ ਜੀ ਸਹਾਏ। ਸੋ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ ਜੀ, ਇਹ ਮਹਾਮਾਰੀ ਤੋਂ ਬਚਾ ਲੈਣ ਜੀ। ਸੋ ਅੱਗੇ ਹੁਣ ਮੈਂ ਬੇਨਤੀ ਕਰਾਂ ਮੈਡਮ ਸਾਡੇ ਬਹੁਤ ਹੀ ਸਤਿਕਾਰਯੋਗ ਵਾਈਸ ਪ੍ਰਿੰਸੀਪਲ ਮੈਮ ਮਨਜੀਤ ਕੌਰ ਮਨਚੰਦਾ ਜੀ, ਤੇ ਉਹ ਅੱਜ ਦੇ ਜਿਹੜੇ ਵੈਬੀਨਾਰ ਦੀ ਰਸਮੀ ਉਦਘਾਟਨ ਕਰਨ ਜੀ। ਸੋ ਮੈਂ ਬੇਨਤੀ ਕਰਾਂਗਾ ਮੈਡਮ ਮਨਜੀਤ ਕੌਰ ਜੀ ਮਨਚੰਦਾ ਉਹ ਰਸਮੀ ਉਦਘਾਟਨ ਕਰਨ ਜੀ ਅੱਜ ਦੇ ਵੈਬੀਨਾਰ ਦਾ। ਮਾਈਕ ਜਿਹੜਾ ਅਨਮਿਊਟ ਕਰ ਦਿਓ ਜੀ ਮੈਮ ਦਾ। जी हैंड रेज करवाया जी, हैंड रेज करवा दो जी, लभ नहीं रहे जी। प्लीज अपना हैंड रेज कर दियो जी मैडम मनजीत कौर जी। मैडम मनजीत कौर मनचंदा जी प्लीज हैंड रेज कर दें जी अपना। तो अज का जो ये वैबीनार है इनू तुसी रोपड़ सरकारी कॉलेज जिहड़े यूट्यूब चैनल है जी उहदे ते भी लाइव जिहड़ा देख सकते हो जी। तो मैं बेनती करा मैडम मनजीत कौर जी मनचंदा प्लीज अपना हैंड रेज कर दें जी ताकि माइक जिहड़ा अनम्यूट कर दीए असीं। किरपा करके सरदार जतिंदरपाल सिंह जी उन्हां दा तुसीं जिहड़ा जतिंदर सर दा जिहड़ा फोन है जी वो अनम्यूट कर दिओ जी इन्हां दा माइक। वो मैडम उन्हां दे नाल ही ने शायद। हाँ जी आवाज आ रही है? हाँ जी आ रही है जी, आ रही है जी। ਸਰਕਾਰੀ ਕਾਲਜ ਰੂਪਨਗਰ ਦੇ ਸਟਾਫ ਮੈਂਬਰਸ, ਵਿਦਿਆਰਥੀਓ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਰਕਾਰੀ ਕਾਲਜ ਰੂਪਨਗਰ ਦੇ ਯੂਨਿਟ ਦੇ ਅਹੁਦੇਦਾਰ ਸਾਹਿਬਾਨ, ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰ ਸਾਹਿਬਾਨ ਅਤੇ ਮੈਂਬਰ ਸਾਹਿਬਾਨ, ਸਭ ਤੋਂ ਪਹਿਲਾਂ ਮੈਂ ਆਪ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਹਾਰਦਿਕ ਵਧਾਈ ਦਿੰਦੀ ਹਾਂ। ਤਿਆਗਮਲ ਤੋਂ ਤੇਗ ਬਹਾਦਰ ਦੀ ਉਪਾਧੀ ਮਿਲਣ ਤੱਕ ਦਾ ਸਫ਼ਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਦੀ ਪਰੰਪਰਾ ਦਾ ਸਮਰੱਥ ਅਤੇ ਸਾਰਥੀ ਸਿੱਧ ਕਰਦਾ ਹੈ। ਮੀਰੀ ਪੀਰੀ ਦੀ ਵਾਰਤਾ ਦਾ ਅਸਲ ਨਿਚੋੜ ਉਹਨਾਂ ਰਾਹੀਂ ਹੀ ਸਿੱਧ ਹੁੰਦਾ ਹੈ। ਸ਼ਹਾਦਤ ਦੇ ਅਸਲ ਸੰਕਲਪ ਨੂੰ ਉਹ ਆਪਣਾ ਸਿਰ ਦੇ ਕੇ ਸਫਲ ਕਰਦੇ ਹਨ। ਅੱਜ ਦਾ ਇਹ ਵੈਬੀਨਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਉੱਚ ਸ਼ਖਸੀਅਤ ਨੂੰ ਸਮਰਪਿਤ ਹੈ। ਮੈਂ ਇਸ ਮੌਕੇ ਉਹਨਾਂ ਸਾਰੇ ਸੰਕਲਪਾਂ ਅੱਗੇ ਸਿਰ ਨਿਵਾਉਂਦੀ ਹਾਂ। ਇਹਨਾਂ ਨੂੰ ਗੁਰੂ ਸਾਹਿਬ ਦੇ ਸਮਾਜਿਕ ਰੋਹ ਰੀਤਾਂ ਨੂੰ ਕਾਇਮ ਰੱਖਣ ਲਈ ਉਦਾਹਰਣ ਬਣ ਕੇ ਪੇਸ਼ ਕੀਤਾ ਹੈ। ਸੰਸਾਰ ਦੀ ਅਜਿਹੀ ਕੋਈ ਉਦਾਹਰਣ ਨਹੀਂ ਹੈ ਜਿਸ ਵਿੱਚ ਪਿਤਾ ਪੁੱਤਰ ਦੇ ਕਹਿਣ ਤੇ ਆਪਣੇ ਆਪ ਨੂੰ ਕਿਸੇ ਦੂਜੇ ਧਰਮ ਦੀ ਰੱਖਿਆ ਲਈ ਕੁਰਬਾਨ ਕਰਨ ਲਈ ਤਿਆਰ ਹੋ ਗਿਆ। ਅਸਲ ਵਿੱਚ ਇਹ ਇਨਸਾਨੀਅਤ ਪ੍ਰਤੀ ਆਪਣੇ ਫਰਜ਼ ਦੀ ਸਰਬੋਤਮ ਮਿਸਾਲ ਹੈ। ਗੁਰੂ ਸਾਹਿਬ ਸ਼ਾਂਤ ਚਿੱਤ ਸ਼ਖਸੀਅਤ ਦੇ ਮਾਲਕ ਸਨ, ਪਰ ਆਪਾ ਵਾਰਨ ਦੀ ਜ਼ਰੂਰਤ ਉਹਨਾਂ ਨੇ ਹੀ ਮਾਨਵ ਜਾਤੀ ਨੂੰ ਸਿਖਾਈ ਹੈ। ਅੱਜ ਦਾ ਇਹ ਵੈਬੀਨਾਰ ਉਹਨਾਂ ਦੇ ਪਾਏ ਪੂਰਨਿਆਂ ਨੂੰ ਯਾਦ ਕਰਨ, ਸਮਝਣ ਅਤੇ ਧਾਰਨ ਕਰਨ ਲਈ ਇੱਕ ਖਾਸ ਮੌਕੇ ਵਜੋਂ ਲਿਆ ਜਾਣਾ ਚਾਹੀਦਾ ਹੈ। ਮੈਂ ਉਹਨਾਂ ਦੀ ਸ਼ਹਾਦਤ ਨੂੰ ਅਤੇ ਸਿੱਖ ਧਰਮ ਨੂੰ ਦਿੱਤੀ ਸੇਧ ਨੂੰ ਇਨਸਾਨੀਅਤ ਦੇ ਉੱਚ ਮਰਹਲਿਆਂ ਵਿੱਚ ਸ਼ੁਮਾਰ ਸਮਝਦੀ ਹਾਂ ਅਤੇ ਆਸ ਕਰਦੀ ਹਾਂ ਕਿ ਆਪ ਸਭ ਉਹਨਾਂ ਦੀ ਬਾਣੀ ਤੋਂ ਸੇਧ ਲੈ ਕੇ ਜੀਵਨ ਨੂੰ ਸੁਚੱਜਾ ਬਣਾਓਗੇ। ਅੱਜ ਦੇ ਇਸ ਵੈਬੀਨਾਰ ਨੂੰ ਉਲੀਕਣ ਲਈ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਪਾਇਆ ਹੈ। ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੀ, ਜਿਸ ਦੀ ਯੋਗ ਅਗਵਾਈ ਵਿੱਚ ਇਹ ਵੈਬੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਮੈਨੂੰ ਮਾਣ ਹੈ ਕਿ ਸਾਡੇ ਇਸ ਵੈਬੀਨਾਰ ਵਿੱਚ ਡਾਕਟਰ ਬਲਵਿੰਦਰ ਸਿੰਘ
ਰਿਟਾਇਰਡ ਮੁਖੀ ਇਕਨੋਮਿਕਸ ਵਿਭਾਗ ਮੁੱਖ ਬੁਲਾਰੇ ਵਜੋਂ ਸ਼ਾਮਲ ਹੋ ਕੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਨ। ਮੈਂ ਸਭ ਤੋਂ ਵੱਧ ਰਿਣੀ ਹਾਂ ਸਰਦਾਰ ਇੰਦਰਪਾਲ ਸਿੰਘ ਚੱਡਾ, ਡਾਇਰੈਕਟਰ ਓਵਰਸੀਜ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ, ਜਿਨ੍ਹਾਂ ਨੇ ਆਪਣੀ ਮਹੱਤਵਪੂਰਨ ਸੇਵਾ ਇਸ ਵੈਬੀਨਾਰ ਲਈ ਦਿੱਤੀ ਹੈ। ਸਰਦਾਰ ਹਰਮਿੰਦਰ ਸਿੰਘ ਨੰਗਲ, ਸਰਦਾਰ ਵਿਕਰਮਜੀਤ ਸਿੰਘ ਜੀ ਦੀ ਮੈਂ ਵੈਬੀਨਾਰ ਸੰਚਾਲਨ ਲਈ ਵਿਸ਼ੇਸ਼ ਧੰਨਵਾਦੀ ਹਾਂ। ਮੈਂ ਕਾਲਜ ਦੇ ਯੂਨਿਟ ਦੇ ਇੰਚਾਰਜ ਪ੍ਰੋਫੈਸਰ ਅਵਤੇਸ਼ਦੀਪ ਕੌਰ ਨੂੰ ਮੁਬਾਰਕਾਂ ਦਿੰਦੀ ਹਾਂ, ਜਿਨ੍ਹਾਂ ਨੇ ਇਹ ਸਮੁੱਚਾ ਉਪਰਾਲਾ ਕੀਤਾ ਹੈ। ਉਮੀਦ ਹੈ ਕਿ ਇਸ ਵੈਬੀਨਾਰ ਰਾਹੀਂ ਅਸੀਂ ਗੁਰੂ ਜੀ ਦੀ ਸ਼ਖਸੀਅਤ ਦੇ ਅਨੁਸਾਰੀ ਹੋਣ ਨੂੰ ਅਮਲ ਵਿੱਚ ਲਿਆਉਣ ਲਈ ਯਤਨ ਆਰੰਭ ਕਰ ਸਕਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਵਾਈਸ ਪ੍ਰਿੰਸੀਪਲ ਮੈਮ ਮਨਜੀਤ ਕੌਰ ਮਨਚੰਦਾ ਜੀ, ਜਿਨ੍ਹਾਂ ਨੇ ਅੱਜ ਦੇ ਇਸ ਵੈਬੀਨਾਰ ਦਾ ਜਿਹੜਾ ਉਦਘਾਟਨ ਕੀਤਾ ਜੀ। ਸੋ ਆਓ ਸਮਾਂ ਜਿਹੜਾ ਆਪਣੀ ਚਾਲ ਚੱਲ ਰਿਹਾ ਅੱਗੇ ਵਧੀਏ ਜੀ। ਸੋ ਹੁਣ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਵਿੰਦਰਪਾਲ ਸਿੰਘ ਜੀ, ਜੋ HOD ਰਿਟਾਇਰ ਹੋਏ ਨੇ ਜੀ ਇਕਨੋਮਿਕਸ ਵਿਭਾਗ ਗੁਰੂ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ ਗੁਰੂਸਰ ਸੁਧਾਰ ਤੋਂ ਜੀ। ਉਹਦੇ ਨਾਲ ਵੀਰ ਜੀ ਮੁੱਖ ਸੰਪਾਦਕ ਵੀ ਨੇ ਜੀ ਸਾਡਾ ਵਿਰਸਾ ਸਾਡਾ ਗੌਰਵ ਮੈਗਜ਼ੀਨ ਦੇ ਜੀ, ਜੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਮਹੀਨਾਵਾਰੀ ਛਾਪਿਆ ਜਾਂਦਾ ਹੈ ਜੀ। ਉਸ ਤੋਂ ਇਲਾਵਾ ਐਡੀਸ਼ਨਲ ਚੀਫ ਆਰਗੇਨਾਈਜ਼ਰ ਨੇ ਜੀ ਭਾਸ਼ਾਵਾਂ, ਸਾਹਿਤ ਤੇ ਸੱਭਿਆਚਾਰਕ ਮਾਮਲੇ। ਸੋ ਵੀਰ ਜੀ ਬਹੁਤ ਹੀ ਸਹਿਜ ਸੁਭਾਅ ਦੇ ਮਾਲਕ, ਬਹੁਤ ਹੀ ਮਿੱਠ ਬੋਲੜੇ ਤੇ ਬਾਣੀ ਨਾਲ ਪਿਆਰ ਕਰਨ ਵਾਲੇ ਤੇ ਬਹੁਤ ਹੀ ਖਜ਼ਾਨਾ ਭਰਪੂਰ ਉਹਨਾਂ ਦੇ ਕੋਲ ਜਿਹੜੀ ਹੈ ਜਾਣਕਾਰੀ ਹੈ ਜੀ। ਸੋ ਹੁਣ ਮੈਂ ਬੇਨਤੀ ਕਰਾਂ ਵੀਰ ਬਲਵਿੰਦਰਪਾਲ ਸਿੰਘ ਜੀ ਹੋਰਾਂ ਨੂੰ ਕਿ ਉਹ ਸਾਡੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀਆਂ ਸਿੱਖਿਆਵਾਂ, ਸ਼ਹਾਦਤ ਤੇ ਉਹ ਸਾਡੇ ਨਾਲ ਸਾਂਝ ਪਾਉਣ ਜੀ। ਵੀਰ ਬਲਵਿੰਦਰਪਾਲ ਸਿੰਘ ਜੀ। ਹਾਂਜੀ, ਡਾਕਟਰ ਬਲਵਿੰਦਰਪਾਲ ਸਿੰਘ ਜੀ। ਡਾਕਟਰ ਬਲਵਿੰਦਰਪਾਲ ਸਿੰਘ ਜੀ ਪਲੀਜ਼ ਮਾਈਕ ਜਿਹੜਾ ਅਨਮਿਊਟ ਕਰ ਦਿਓ ਜੀ ਇਹਨਾਂ ਦਾ। जी दूसरा म्यूट कर दो। हाँ जी, वाहिगुरू जी का खालसा वाहिगुरू जी की फतेह। आवाज आ रही है ना जी? आ रही है जी। जी आवाज आ रही है ना? आ रही है जी, आ रही है जी। आवाज आ रही है जी? आ रही है वीर जी, थोड़ा नजदीक कर लो जी माइक। अच्छा जी। वाहिगुरू जी का खालसा वाहिगुरू जी की फतेह। गुरु गोबिंद सिंह स्टडी सर्कल ਦੇ ਸਮੂਹ ਸੇਵਾਦਾਰਾਂ, ਕਾਲਜ ਦੇ ਪ੍ਰਿੰਸੀਪਲ ਸਾਹਿਬਾ, ਪ੍ਰੋਫੈਸਰ ਇੰਚਾਰਜ ਅਤੇ ਅੱਜ ਦੇ ਵੈਬੀਨਾਰ ਵਿੱਚ ਭਾਗ ਲੈ ਰਹੇ ਸਮੂਹ ਵੀਰ ਭੈਣਾਂ ਨੂੰ ਸਾਰਿਆਂ ਨੂੰ ਸਾਦਰ ਫਤਿਹ ਅਰਜ਼ ਕਰਦਾ ਹਾਂ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਚਰਨ ਭੂਮੀ ਰੋਪੜ ਦੇ ਵਿੱਚ ਤੁਸੀਂ ਇਹ ਸੈਮੀਨਾਰ ਆਰਗੇਨਾਈਜ਼ ਕਰ ਰਹੇ ਹੋ। ਤੁਹਾਡੀ ਉਸ ਧਰਤੀ ਨੂੰ ਲੱਖ ਲੱਖ ਵਾਰ ਨਮਸਕਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਤੇ ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਬਾਣੀ ਦੇ ਬਾਰੇ ਅਸੀਂ ਵਿਚਾਰ ਕਰ ਸਕੀਏ, ਕੁਝ ਐਨਾਲਿਸਿਸ ਕਰ ਸਕੀਏ, ਇੰਨੇ ਤੇ ਅਸੀਂ ਯੋਗ ਨਹੀਂ ਆ।
ਲੇਕਿਨ ਕੁਝ ਉਹਨਾਂ ਦੇ ਜੀਵਨ ਦੇ ਬਾਰੇ ਅਸੀਂ ਉਹਨਾਂ ਤੋਂ ਪ੍ਰੇਰਨਾ ਲੈਣ ਦੇ ਲਈ ਤੇ ਉਹਨਾਂ ਦੀ ਬਾਣੀ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਫਲ ਕਰਨ ਦੇ ਲਈ ਅਸੀਂ ਇਹ ਕੁਝ ਵਿਚਾਰ ਜਿਹੜੀ ਹੈ ਇਹ ਕਰਨ ਜਾ ਰਹੇ ਹਾਂ। ਜਦੋਂ ਜਦੋਂ ਦੁਨੀਆ ਦੇ ਵਿੱਚ ਕੋਈ ਅਤਿਆਚਾਰ ਹੁੰਦਾ ਹੈ, ਕੋਈ ਵਧੀਕੀਆਂ ਹੁੰਦੀਆਂ ਨੇ, ਤਾਂ ਇਹ ਕਿਹਾ ਜਾਂਦਾ ਹੈ ਕਿ ਕੋਈ ਮਹਾਂਪੁਰਖ ਜਿਹੜੇ ਨੇ ਉਹ ਜਨਮ ਲੈਂਦੇ ਨੇ। ਤੋਂ ਇਤਿਹਾਸ ਦੇ ਵਿੱਚ ਇੱਕ ਲੜੀ ਪੈਰਲਲ ਚੱਲਦੀ ਹੈ। ਉਹ ਲੜੀ ਜਿਹੜੀ ਹੈ ਉਹ ਬਾਬੇ ਕੇ ਤੇ ਬਾਬਰ ਕੇ ਦੀ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਜਿਸ ਤਰ੍ਹਾਂ ਨਾਲ ਨਾਲ ਬਾਬਰ ਦੀ ਜਿਹੜੀ ਹੈ ਉਹ ਖਾਨਦਾਨ ਚੱਲਿਆ, ਉਸ ਦਾ ਰਾਜ ਚੱਲਿਆ, ਉਸ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਔਰ ਲਗਾਤਾਰ 10ਵੇਂ ਪਾਤਸ਼ਾਹ ਤੱਕ ਉਹ ਕੁਰਬਾਨੀਆਂ ਦਾ, ਬਾਣੀ ਦਾ, ਸੇਵਾ ਸਿਮਰਨ ਦਾ ਤੇ ਸੰਘਰਸ਼ ਦਾ ਦੌਰ ਜਿਹੜਾ ਹੈ ਉਹ ਚੱਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵਿਸਾਖਵਦੀ ਪੰਜਵੀਂ ਸੰਮਤ 1678 1 ਅਪ੍ਰੈਲ 1621 ਨੂੰ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਉਹ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਪਿਤਾ ਜੀ ਗੁਰੂ ਹਰਗੋਬਿੰਦ ਸਾਹਿਬ, ਮਾਤਾ ਜੀ ਮਾਤਾ ਨਾਨਕੀ ਸੀਗੇ, ਵੱਡੇ ਭਰਾ ਉਹਨਾਂ ਦੇ ਸਨ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਨੀ ਰਾਏ ਜੀ, ਬਾਬਾ ਅਟਲ ਜੀ ਤੇ ਵੱਡੇ ਭੈਣ ਜੀ ਸਨ ਮਾਤਾ ਭੈਣ ਵੀਰੋ ਜੀ। ਤੋਂ ਅੰਮ੍ਰਿਤ ਵੇਲੇ ਜਦੋਂ ਉਹਨਾਂ ਦਾ ਪ੍ਰਕਾਸ਼ ਹੁੰਦਾ ਤੇ ਗੁਰੂ ਹਰਗੋਬਿੰਦ ਸਾਹਿਬ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਹੇ ਸਨ ਤਾਂ ਉੱਥੋਂ ਉਹਨਾਂ ਨੂੰ ਖਬਰ ਮਿਲੀ। ਉਹਨਾਂ ਨੇ ਆ ਕੇ ਕਹਿੰਦੇ ਨੇ ਝੁੱਕ ਕੇ ਬੰਦਨਾ ਕੀਤੀ ਔਰ ਇਸ ਬਾਰੇ ਭਾਈ ਬਿਧੀ ਚੰਦ ਜੀ ਨੇ ਉਹਨਾਂ ਨੂੰ ਇਹਦਾ ਭੇਦ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਦੀਨ ਰਛ ਸੰਕਟ ਹਰੈ, ਦੀਨ ਰਛ ਸੰਕਟ ਹਰੈ, ਇਹ ਦੀਨਾਂ ਦੀ ਰੱਖਿਆ ਕਰਨ ਵਾਲਾ ਤੇ ਸੰਕਟ ਹਰਨ ਵਾਲਾ ਸਪੂਤ ਹੋਏਗਾ। ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਲਈ ਗੁਰੂ ਸਾਹਿਬ ਨੇ ਆਪ ਅਰਦਾਸ ਕੀਤੀ ਤੇ ਉਹਨਾਂ ਦੇ ਸਫਲ ਜੀਵਨ ਚੜ੍ਹਦੀ ਕਲਾ ਲਈ ਅਰਦਾਸ ਕਰਕੇ ਇਹ ਨਿਰਭੈ ਜਰ ਤੁਰਕ ਉਖੇਰੀ, ਕਹਿੰਦੇ ਇਹ ਨਿਰਭੈ ਹੋ ਕੇ ਵਿਚਰੇਗਾ ਤੇ ਤੁਰਕਾਂ ਦੀ ਜੜ ਜਿਹੜੀ ਹੈ ਉਹਨੂੰ ਉਖੇੜ ਦੇਗਾ। ਧਰਮ ਰਾਖ ਹੈ ਭਨੋ, ਧਰਮ ਰਾਖ ਹੈ ਭਨੋ, ਇਹ ਧਰਮ ਦੀ ਰੱਖਿਆ ਕਰਨ ਵਾਲਾ ਹੋਏਗਾ। ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਦੇ ਵਿੱਚ ਜੋ ਹਨ ਉਹਨਾਂ ਦੇ ਬਾਰੇ ਲਿਖਦੇ ਹਨ ਕਿ ਤੇਗ ਬਹਾਦਰ ਚਾਦਰ ਹਿੰਦ ਦਨਿੰਦ ਮਨਿੰਦ ਭਏ ਅਵਤਾਰੇ। ਭਾਈ ਨੰਦ ਲਾਲ ਜੀ ਨੇ 9 ਆਈਨ ਤਰ ਨਵੇਂ ਵਿਧਾਨ ਨੂੰ ਲਾਗੂ ਕਰਨ ਵਾਲਾ ਇੱਕ ਮਹਾਂਪੁਰਸ਼ ਦੱਸਿਆ ਹੈ ਜਿਹੜਾ ਮਨੁੱਖੀ ਹੱਕਾਂ ਦੀ ਗੱਲ ਕਰੇਗਾ। ਮਾਤਾ ਨਾਨਕੀ ਜੀ ਪੁੱਛਦੇ ਹੁੰਦੇ ਸਨ ਕਿ ਬਾਕੀ ਬਾਲਕ ਜਿਹੜੇ ਨੇ ਆਪਣੇ, ਉਹਨਾਂ ਨਾਲੋਂ ਤੁਸੀਂ ਤੇਗ ਬਹਾਦਰ, ਬਾਬਾ ਤਿਆਗਮਲ ਜੀ, ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ, ਇਹਦਾ ਕੀ ਕਾਰਨ ਹੈ? ਤੋ ਗੁਰੂ ਸਾਹਿਬ ਕਹਿੰਦੇ ਸਨ ਅਜਰ ਜਰਨ ਉਰ ਧੀਰ ਤੁਰੰਤਰ, ਕਿ ਇਹ ਬਹੁਤ ਜ਼ਿਆਦਾ ਕਸ਼ਟ ਸਹਾਰਨ ਦੇ ਯੋਗ ਹੋਣ ਵਾਲੇ ਨੇ ਤੇ ਇਹਨਾਂ ਦਾ ਬਹੁਤ ਜ਼ਿਆਦਾ ਧੀਰਜ ਵਾਲੇ ਹੋਣਗੇ। ਇਹ ਕਸ਼ਟ ਆਪਣੇ ਉੱਤੇ ਲੈਣ ਵਾਲੇ ਤੇ ਧੀਰਜ ਦੀ ਬੁਲੰਦੀ ਵਾਲੇ ਮਹਾਂਪੁਰਖਾਂ ਦੇ ਤੌਰ ਤੇ ਇਹ ਵਿਚਰਨਗੇ। ਇਸਕੋ ਪੁੱਤਰ ਹੋਏ ਬਲਵੰਡ ਤੇਜ ਪ੍ਰਚੰਡ ਤੁਰੰਡ ਖਲਖੰਡ, ਇਹਨਾਂ ਦਾ ਜੋ ਸਪੁੱਤਰ ਹੋਏਗਾ ਉਹ ਬਹੁਤ ਤੇਜ ਵਾਲਾ ਹੋਏਗਾ ਗੁਰੂ ਗੋਬਿੰਦ ਸਿੰਘ ਜੀ, ਤੇ ਤੇਜ ਪ੍ਰਚੰਡ ਤੁਰੰਡ ਖਲਖੰਡ, ਉਹ ਬਹੁਤ ਜ਼ਿਆਦਾ ਦੁਸ਼ਮਣਾਂ ਦੇ ਜੋ ਦਲ ਨੇ ਉਹਨਾਂ ਨੂੰ ਖੰਜਨ ਕਰਨ ਵਾਲੇ ਹੋਣਗੇ। ਤੋ ਗੁਰੂ ਸਾਹਿਬ ਦਾ ਬਚਪਨ ਦੇ ਵਿੱਚ ਜੋ ਬਾਲਪਨ ਹੈ ਬੜਾ ਸੋਹਣਾ ਸੁਖਾਵਾਂ ਸੀ। ਤੋ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਨ ਕਿ ਜਨਮ ਤੋਂ ਹੀ ਬ੍ਰਹਮ ਨੂੰ ਪਛਾਣ ਕੇ ਇਹ ਆਏ ਹਨ। ਤੋ ਵਿਦਿਆ ਭਾਈ ਗੁਰਦਾਸ ਜੀ ਨੇ ਜ਼ਿੰਮੇਵਾਰੀ ਲਈ ਔਰ ਉਹਨਾਂ ਨੂੰ ਰਮਦਾਸ ਭੇਜਿਆ ਬਾਬਾ ਬੁੱਢਾ ਜੀ ਕੋਲ, ਔਰ ਕਿਰਤ ਦੀ ਮਹੱਤਤਾ ਜਿਹੜੀ ਹੈ ਉਹਨਾਂ ਨੇ ਬਾਬਾ ਬੁੱਢਾ ਜੀ ਕੋਲੋਂ ਦੇਖੀ। ਗੁਰੂ ਤੇਗ ਬਹਾਦਰ ਨੇ ਕਿਹਾ ਕਿ ਗੁਰੂ ਨਾਨਕ ਘਰ ਦੀ ਵਡਿਆਈ ਕਿਰਤ ਕਮਾਈ ਹੈ, ਉਹ ਵਿਹਲੜ ਹੋਣਾ ਨਹੀਂ ਸਿਖਾਉਂਦੀ। ਤੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਬਾਬਾ ਬੁੱਢਾ ਜੀ ਦੇ ਦਰਸ਼ਨ ਵੀ ਕੀਤੇ, ਭਾਈ ਗੁਰਦਾਸ ਜੀ ਦੇ ਕੀਤੇ, ਉਹਨਾਂ ਦਾ ਲਿੰਕ ਗੁਰੂ ਨਾਨਕ ਦੇਵ ਜੀ ਤੱਕ ਉਹ ਜਾ ਜੁੜਿਆ। ਸ਼ਸਤਰ ਸਿਖਲਾਈ ਭਾਈ ਜੇਠਾ ਜੀ ਨੇ ਉਹਨਾਂ ਨੂੰ ਕੀਤੀ। ਉਹਨਾਂ ਦੀ ਪਰਸਨੈਲਿਟੀ ਬਾਰੇ ਜੋ ਲਿਖਤਾਂ ਦੇ ਵਿੱਚ ਮਿਲਦਾ ਹੈ ਕਿ ਉਹਨਾਂ ਦੀ ਲੰਬਾ ਕੱਦ ਸੀ, ਮੁਖ ਚੰਦਰਮਾ ਵਾਂਗ ਚਮਕਦਾ ਸੀ, ਸਮ ਪਿਤਾ ਕੇ ਦੀਰਘ ਡੀਲੰਗ, ਮੁਖ ਮੰਡਲ ਚੰਦ ਸੁਸ਼ੀਲੇ, ਬਾਹਾਂ ਲੰਬੀਆਂ ਸਨ, ਚੌੜੀ ਛਾਤੀ ਸੀ ਤੇ ਵੱਡੇ ਨੈਣ ਰਤਾ ਕੋ ਲਾਲੀ ਭਾ ਮਾਰਦੇ ਸਨ, ਮੋਢੇ ਉੱਚੇ ਸਨ, ਲੰਬੀ ਛਾਲ ਮਾਰ ਲੈਂਦੇ ਸਨ। ਘੋੜ ਸਵਾਰੀ ਤੋਰ ਉਹਨਾਂ ਦੀ ਬੜੀ ਸੋਹਣੀ ਸੀ ਤੇ ਘੋੜ ਸਵਾਰੀ ਚੰਗੇ ਕਰ ਲੈਂਦੇ ਸਨ ਤੇ ਘੋੜਿਆਂ ਦੀ ਪਰਖ ਬੜੀ ਵਧੀਆ ਕਰਦੇ ਸਨ। ਤੋਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਸ੍ਰੀ ਚੰਦ ਜੀ ਦਾ ਅਕਾਲ ਚਲਾਣਾ ਉਹਨਾਂ ਨੇ ਆਪਣੀ ਅੱਖੀ ਦੇਖਿਆ। ਉਹਨਾਂ ਦੀ ਸ਼ਾਦੀ 1632 ਈਸਵੀ ਦੇ ਵਿੱਚ ਕੀਰਤਪੁਰ ਵਿਖੇ ਭਾਈ ਲਾਲ ਚੰਦ ਜੀ
ਤੋਂ ਬੀਬੀ ਬਿਸ਼ਨ ਕੌਰ ਉਹਨਾਂ ਦੀ ਬੇਟੀ ਜੋ ਮਾਤਾ ਗੁਜਰੀ ਜੀ ਦੇ ਨਾਲ ਉਹਨਾਂ ਦੀ ਸ਼ਾਦੀ ਹੁੰਦੀ ਹੈ। ਭਾਈ ਲਾਲ ਚੰਦ ਜੀ ਜੋ ਉਹਨਾਂ ਦੇ ਸਹੁਰਾ ਸਾਹਿਬ ਸਨ, ਤੋਂ ਉਹ ਡੋਲੀ ਤੋਰਨ ਵੇਲੇ ਉਹ ਕਹਿਣ ਲੱਗੇ ਕਿ ਅਸੀਂ ਕੋਈ ਤੁਹਾਡੀ ਸੇਵਾ ਨਹੀਂ ਕਰ ਸਕੇ, ਕੁਝ ਅਸੀਂ ਦੇ ਨਹੀਂ ਸਕੇ ਨਾਲ ਵਿਆਹ ਤੋਂ ਬਾਅਦ। ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਜਿਨ ਤਨੂਜਾ ਅਰਪਨ ਕੀਨੋ ਕਿਆ ਪਾਛੈ ਤਿਨ ਰੱਖ ਲੀਨੋ, ਕਿ ਜਿਨ੍ਹਾਂ ਨੇ ਆਪਣੀ ਪੁੱਤਰੀ ਦੇ ਦਿੱਤੀ ਹੈ ਉਹ ਉਹਨਾਂ ਨੇ ਹੋਰ ਪਿੱਛੇ ਕੀ ਰੱਖ ਲਿਆ ਹੈ। ਤੋਂ ਬਾਣੀ ਦੇ ਵਿੱਚ ਵੀ ਸਾਨੂੰ ਮਿਲਦਾ ਹੈ ਕਿ ਹਰ ਪ੍ਰਭ ਮੇਰੇ ਬਾਬਲਾ ਹਰ ਦੇਹੋ ਦਾਨ ਮੈਂ ਦਾਜੋ। ਦਾਜ ਪਰੰਪਰਾ ਜਿਹੜੀ ਹੈ ਤੇ ਸਮਾਜ ਸੁਧਾਰ ਨੇ ਉਹਦੇ ਲਈ ਸ਼ੁਰੂ ਤੋਂ ਹੀ ਗੁਰੂ ਸਾਹਿਬਾਨ ਦਾ ਵਿਸ਼ੇਸ਼ ਜ਼ੋਰ ਰਿਹਾ ਹੈ। ਗੁਰੂ ਅਮਰਦਾਸ ਜੀ ਨੇ ਵੀ ਬਹੁਤ ਸਾਰੇ ਸਮਾਜਿਕ ਸੁਧਾਰ ਕੀਤੇ ਤੇ ਬਾਣੀ ਗੁਰੂ ਰਾਮਦਾਸ ਜੀ ਨੇ ਵੀ ਲਿਖੀ। ਉਹੀ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਉਹਨਾਂ ਨੂੰ ਸਮਝਾਈ। ਕਰਤਾਰਪੁਰ ਦੀ ਲੜਾਈ ਦੇ ਵਿੱਚ ਜਦੋਂ 13 ਸਾਲ ਦੇ ਸਨ ਗੁਰੂ ਸਾਹਿਬ ਤਾਂ ਜੰਗ ਵਿੱਚ ਨਿਤਰੇ ਤੇ ਥੋੜੀ ਦੇਰ ਬਾਅਦ ਉਹਨਾਂ ਨੂੰ ਮਾਤਾ ਜੀ ਨੇ ਵਾਪਸ ਬੁਲਾ ਲਿਆ ਕਿ ਹੁਣ ਬੜੀ ਦੇਰ ਹੋ ਗਈ ਹੈ, ਹੁਣ ਵਾਪਸ ਆ ਜਾਓ। ਤਾਂ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ, ਹਮ ਸਤ ਛਤਰੀ ਸੁਧੀਰ ਰਣ ਤਿਆਗ ਦੇਨ ਇਹ ਧਰਮ ਨਾਹੇ, ਗਨ ਨਿਪੁਨ ਹਨੈ ਹਮ ਜਗ ਮਾਹੇ, ਹਮ ਹਤੈ ਤਥਾ ਨਹਿ ਹਟੈ ਜੰਗ। ਪੈਂਦੇ ਖਾਂ ਤੇ ਕਾਲੇ ਖਾਂ ਇਸ ਜੰਗ ਵਿੱਚ ਮਾਰੇ ਗਏ ਸਨ। ਤੋਂ ਉੱਥੋਂ ਫਿਰ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਰਵਾਨਾ ਹੋਏ ਤਾਂ ਫਗਵਾੜੇ ਪਲਾਹੀ ਦੇ ਕੋਲ ਫਿਰ ਸ਼ਾਹੀ ਫੌਜ ਜਿਹੜੀ ਉਹਨੇ ਪਿੱਛਾ ਕੀਤਾ। ਤੋਂ ਗੁਰੂ ਤੇਗ ਬਹਾਦਰ ਜੀ ਨੇ ਜ਼ੋਰ ਦਿਖਾਏ ਤੇ ਗੁਰੂ ਜੀ ਨੇ ਕਿਹਾ, ਤੂੰ ਤਿਆਗਮਲ ਨਹੀਂ ਹੈ, ਤੂੰ ਜ਼ੋਰ ਦਿਖਾਏ ਨੇ, ਤੂੰ ਤੇਗ ਬਹਾਦਰ ਹੈ। ਤੋਂ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਤਿਆਗਮਲ ਜੀ ਤੋਂ ਉਹਨਾਂ ਦਾ ਨਾਮ ਜਿਹੜਾ ਉਹ ਤੇਗ ਬਹਾਦਰ ਹੋਇਆ। ਤੋਂ 11 ਸਾਲ ਗੁਰੂ ਸਾਹਿਬ ਕੀਰਤਪੁਰ ਰਹੇ। ਅੰਮ੍ਰਿਤਸਰ ਔਰ ਇਹ ਜਿਹੜਾ ਇਲਾਕਾ ਸੀ ਉਹ ਪ੍ਰਿਥੀ ਚੰਦ ਜੀ ਔਰ ਹੋਰ ਜਿਹੜੇ ਜੋ ਸ਼ਰੀਕ ਸਨ ਉਹਨਾਂ ਦੇ ਕਰਕੇ, ਉਹਨਾਂ ਦੀਆਂ ਸ਼ਿਕਾਇਤਾਂ ਦੇ ਕਰਕੇ, ਜੋ ਮੁਗਲ ਸਾਮਰਾਜ ਸੀ ਉਹਨਾਂ ਦੀਆਂ ਵਧੀਕੀਆਂ ਕਰਕੇ ਇਹ ਜਿਹੜਾ ਇਲਾਕਾ ਜੰਗੀ ਤੌਰ ਤੇ ਵੀ ਇਹ ਸੇਫ ਨਾ ਹੋਣ ਕਰਕੇ ਤੋਂ ਕੀਰਤਪੁਰ ਵਾਲੇ ਪਾਸੇ ਜੋ ਹੈ ਉਹ ਜਾ ਕੇ ਗੁਰੂ ਸਾਹਿਬ ਨੇ ਵਸਾਇਆ ਸੀ। ਉੱਥੇ ਬਾਬਾ ਗੁਰਦਿੱਤਾ ਜੀ ਵੱਡਾ ਸਪੁੱਤਰ ਉਹਨਾਂ ਦਾ ਧੀਰਮਲ ਉਹ ਗੱਦੀ ਦਾ ਇੱਛਕ ਬਣਦਾ ਸੀ, ਲੇਕਿਨ ਛੋਟੇ ਸਪੁੱਤਰ ਗੁਰੂ ਹਰ ਰਾਏ ਜੀ ਦਾ ਸੁਭਾਅ ਜਿਹੜਾ ਉਹ ਗੁਰੂ ਘਰ ਦੇ ਨਾਲ ਮੇਲ ਖਾਂਦਾ ਸੀ। ਧੀਰਮਲ ਦਾ ਸੁਭਾਅ ਪ੍ਰਿਥੀ ਚੰਦ ਨਾਲ ਮੇਲ ਖਾਂਦਾ ਸੀ। ਤੋਂ ਧੀਰਮਲ ਦੇ ਜਨਮ ਵੇਲੇ ਹੀ ਗੁਰੂ ਸਾਹਿਬ ਨੇ ਕਿਹਾ ਕਿ ਇਹ ਪ੍ਰਿਥੀ ਚੰਦ ਦਾ ਅਵਤਾਰ ਆ ਗਿਆ ਹੈ। ਤੋਂ ਇਹ ਪੈਰਲਲ ਗੁਰੂ ਘਰ ਦੇ ਵਿੱਚ ਪ੍ਰਿਥੀ ਚੰਦ ਔਰ ਧੀਰਮਲ ਇਹ ਪੈਰਲਲ ਇਹ ਸਿਸਟਮ ਜਿਹੜੇ ਨੇ ਚੱਲਦੇ ਆਏ ਨੇ। ਇੱਕ ਕਰਪਸ਼ਨ ਵਾਲਾ ਸਿਸਟਮ ਹੁੰਦਾ ਹੈ, ਇੱਕ ਸਪਿਰਿਚੁਅਲਿਜ਼ਮ ਦਾ ਸਿਸਟਮ ਹੈ। ਤੋਂ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੇ ਗੁਰੂ ਹਰ ਰਾਏ ਸਾਹਿਬ ਜਿਹੜੇ ਨੇ ਉਹਨਾਂ ਨੂੰ ਗੁਰਗੱਦੀ ਦਿੱਤੀ। 14 ਸਾਲ ਦੀ ਆਯੂ ਵਿੱਚ ਗੁਰੂ ਹਰ ਰਾਏ ਸਾਹਿਬ ਗੱਦੀ ਤੇ ਬੈਠੇ ਸਨ। ਤੋਂ ਸੂਰਜਮਲ ਜੀ ਵੀ ਨੇ ਵੀ ਹੱਕ ਜਤਾਇਆ, ਲੇਕਿਨ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾ ਦਿੱਤਾ ਔਰ ਫਿਰ ਉਹਨਾਂ ਨੇ ਪਛਤਾਵਾ ਕਰਕੇ ਕਿਹਾ ਕਿ ਪੂਰਾ ਸਿੱਖ ਹੋਵਾਂ, ਇਹ ਅਸੀਸ ਮੰਗੀ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਔਰ ਉਹ ਫਿਰ ਤੋੜ ਉਹਨਾਂ ਨੇ ਨਿਭਾਈ। ਮਾਤਾ ਜੀ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪੁੱਛਿਆ ਕਿ ਇਹਨਾਂ ਨੂੰ ਗੁਰਗੱਦੀ ਦਾ ਜਿਹੜਾ ਇਹ ਕਦੋਂ ਮਿਲੇਗਾ। ਜਦੋਂ ਗੁਰੂ ਹਰ ਰਾਏ ਸਾਹਿਬ ਜਿਹੜੇ ਨੇ ਉਹ ਉਸ ਤੋਂ ਬਾਅਦ ਦੀ ਪੁੱਛਿਆ ਉਹਨਾਂ ਨੇ ਜਵਾਬ ਦਿੱਤਾ, ਸ੍ਰੀ ਗੁਰੂ ਕਹਿ ਤੁਮ ਚਿਤ ਤਜ ਸਮਾ ਪਾਏ ਤੁਮ ਆਏ, ਤੁਮ ਸਤ ਨੰਦਨ ਅਮਿਤ ਬਲ ਸਭ ਜਗ ਕਰੈ ਸਹਾਏ। ਉਹ ਕਹਿੰਦੇ ਇਹ ਸਾਰੇ ਜਗ ਦਾ ਸਹਾਈ ਹੋਣ ਵਾਲਾ ਹੈ ਔਰ ਸਮਾਂ ਆਉਣ ਤੇ ਇਹਨਾਂ ਨੂੰ ਜਿਹੜੀ ਹੈ ਗੁਰਗੱਦੀ ਮਿਲੇਗੀ। ਤੋਂ ਗੁਰੂ ਸਾਹਿਬ ਨੇ ਲੰਬੇ ਸਮੇਂ ਦੀ ਜੋ ਦ੍ਰਿਸ਼ਟੀ ਹੈ ਉਹਦੇ ਅਨੁਸਾਰ ਪੋਥੀ, ਕਟਾਰ, ਰੁਮਾਲ ਦੇ ਕੇ ਬਾਬੇ ਬਕਾਲੇ ਜਾ ਕੇ ਉਹਨਾਂ ਨੂੰ ਟਿਕਣ ਲਈ ਕਿਹਾ। ਤੋਂ ਉਹਨਾਂ ਦੇ ਨਾਨਕੇ ਬਾਬੇ ਬਕਾਲੇ ਸਨ। ਬਾਬਾ ਬਕਾਲਾ ਚੰਗਾ ਸ਼ਹਿਰ ਸੀ, ਖੂਹ ਬੌਲੀਆਂ ਉੱਥੇ ਬਹੁਤ ਸਨ। ਤੋਂ ਅਬ ਮਾਨੋ ਮਮ ਬਾਏ ਜਾਏ ਬਕਾਲੇ। ਤੋਂ ਭੱਟਵਈ ਦੇ ਅਨੁਸਾਰ 8ਵੇਂ ਗੁਰੂ ਸਾਹਿਬ 30 ਮਾਰਚ 1664 ਨੂੰ ਜੋਤੀ ਜੋਤ ਸਮਾਏ ਨੇ। ਉੱਥੋਂ ਭਾਈ ਦਰਗਾਹ ਮੱਲ ਔਰ 11 ਅਗਸਤ 1664 ਨੂੰ ਸੰਗਤ ਤੇ ਸਮਗਰੀ ਸਹਿਤ ਬਾਬੇ ਬਕਾਲੇ ਵੱਲ ਨੂੰ ਚੱਲੇ ਨੇ। ਉੱਥੇ ਮਾਤਾ ਬੱਸੀ ਜੀ ਜਿਹੜੇ ਨੇ ਉਹਨਾਂ ਦੇ ਦਾਦੀ ਜੀ ਗੁਰੂ ਸਾਹਿਬ ਜੀ ਦੇ, ਉਹਨਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ ਹੈ ਔਰ ਨਾਲ ਹੋ ਕੇ ਪੁੱਛਿਆ ਹੈ। ਫਿਰ ਭਾਈ ਗੁਰਦਾਸ ਜੋ ਹਨ ਉਹਨਾਂ ਨੂੰ ਦੂਸਰੇ ਭਾਈ ਗੁਰਦਾਸ ਉਹਨਾਂ ਦੇ ਪੋਤੇ ਭਾਈ ਗੁਰਦਿੱਤਾ ਜੀ ਦੇ, ਉਹਨਾਂ ਨੂੰ ਪਾਠ ਰੱਖਣ ਲਈ ਕਿਹਾ ਔਰ ਉੱਥੇ ਜੋ ਗੁਰੂ ਸਾਹਿਬ ਦਾ ਜੋਤੀ ਜੋਤ ਸਮਾਏ ਅੱਜ ਕੱਲ੍ਹ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਹੈ। ਤੋਂ 4.5 ਮਹੀਨੇ ਲੱਗ ਗਏ ਭਾਈ ਦਰਗਾਹ ਮੱਲ ਜੀ ਨੂੰ ਬਾਬੇ ਬਕਾਲੇ ਪਹੁੰਚਦੇ। ਇਹ ਖਬਰ ਜਦੋਂ ਪਹੁੰਚਦੀ ਹੈ ਤਾਂ 4.5 ਮਹੀਨੇ ਵਿੱਚ ਜਿਹੜੇ ਪਖੰਡੀ ਨੇ, ਦੋਖੀ ਨੇ, ਗੁਰੂ ਘਰ ਦੇ ਸ਼ਰੀਕ ਨੇ, ਉਹ ਸਾਰਿਆਂ ਨੂੰ ਬੜਾ ਮੌਕਾ ਮਿਲ ਗਿਆ
ਕਿ ਜਿੰਨੀ ਰਸਦ ਪਾਣੀ ਮਸੰਦ ਇਕੱਠੇ ਕਰਦੇ ਨੇ ਉਹਨਾਂ ਦੇ ਵਿੱਚ ਸੱਚੇ ਮਸੰਦ ਵੀ ਸਨ ਔਰ ਲੁਟੇਰੇ ਮਸੰਦ ਵੀ ਸਨ। ਉਹਨਾਂ ਨੇ ਆਪਣੇ ਜੁੱਟ ਬਣਾ ਕੇ ਬੜੀਆਂ ਮਨਮਾਣੀਆਂ ਕੀਤੀਆਂ ਔਰ ਇਸ ਤਰ੍ਹਾਂ ਗੁਰੂ ਸਾਹਿਬ ਉੱਥੇ ਬਾਬੇ ਬਕਾਲੇ ਬੜੇ ਸ਼ਾਂਤ ਚਿੱਤ ਉਸੇ ਤਰ੍ਹਾਂ ਟਿਕੇ ਰਹੇ। ਤੋ ਇਹ ਸਾਡੇ 8ਵੇਂ ਗੁਰਾਂ ਸਪਸ਼ਟ ਕਿਹਾ ਸੀ, ਬਾਬਾ ਬਸੈ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਇਹ ਪਰਚੀਆਂ ਸੇਵਾ ਰਾਮ ਵਿੱਚ ਜ਼ਿਕਰ ਹੈ। ਤੋ ਗੁਲਾਬ ਸਿੰਘ ਲਿਖਦੇ ਨੇ, ਆ ਬਾਬਾ ਜੀ ਬੀਚ ਬਕਾਲੇ ਭਏ ਸਭ ਸੰਗਤ ਧਰ ਸੁਣੇ ਜੀਓ। ਤੋ ਧੀਰਮਲ ਦਾ ਜੋ ਕਿਰਦਾਰ ਹੈ ਬੜਾ ਵਿਲਨ ਦੇ ਤੌਰ ਤੇ ਉਹ ਲਗਾਤਾਰ ਚੱਲ ਰਿਹਾ ਹੈ। ਸ਼ੀਹਾ ਮਸੰਦ ਤੇ ਹੋਰ ਵੀ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਤੋ ਉਹਨਾਂ ਨੇ ਬਹੁਤ ਜ਼ਿਆਦਾ ਉੱਥੇ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਔਰ ਆਪਣੇ ਨਾਲ ਜੋ ਬਾਹੂਬਲ ਸੀ, ਮਸਲ ਪਾਵਰ ਹੈ, ਉਹ ਵੀ ਉਹਨਾਂ ਦੇ ਨਾਲ ਸੀ। ਤੋ ਉਹਨਾਂ ਨੇ ਉਹਦੇ ਜ਼ੋਰ ਦੇ ਉੱਤੇ ਆਪਣਾ ਦਬਦਬਾ ਜਿਹੜਾ ਉਹ ਬਣਾਈ ਰੱਖਿਆ। ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੇ ਬਿਲਕੁਲ ਆਪਣੇ ਆਪ ਨੂੰ ਸ਼ਾਂਤਚਿੱਤ ਰੱਖਿਆ। ਲੇਕਿਨ ਸੰਗਤ ਜਿਹੜੀ ਹੈ ਉਹ ਅੰਮ੍ਰਿਤਸਰ ਵਾਲੇ ਪਾਸਿਓਂ ਵੀ, ਖਡੂਰ ਸਾਹਿਬ ਵਾਲੇ ਪਾਸਿਓਂ ਵੀ, ਉਹਨਾਂ ਨੂੰ ਵੀ ਇਹ ਸੁਨੇਹਾ ਮਿਲ ਗਿਆ ਸੀ ਕਿ ਬਾਬੇ ਬਕਾਲੇ ਗੁਰੂ ਸਾਹਿਬ ਨੇ ਫਰਮਾਇਆ ਹੈ ਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਹੀ ਉੱਥੇ ਨਿਵਾਸ ਕਰਦੇ ਹਨ ਤੇ ਉਹਨਾਂ ਦੇ ਬਾਰੇ ਹੀ ਕਿਹਾ ਗਿਆ ਹੈ। ਲੇਕਿਨ ਉੱਥੋਂ ਪਰਖ ਕਰਨ ਦੇ ਲਈ ਜਿਸ ਤਰ੍ਹਾਂ ਅਕਾਲ ਪੁਰਖ ਨੇ ਇਹ ਵਿਧ ਬਣਾਈ ਹੁੰਦੀ ਹੈ, ਤੋ ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਉਹ ਆਪਣੇ ਜੋ ਡੁੱਬਦਾ ਜਹਾਜ਼ ਸੀ ਉਸਨੇ ਅਰਦਾਸ ਕੀਤੀ। ਬਹੁਤ ਵੱਡਾ ਵਪਾਰੀ ਸੀ, ਤੋ ਉਸ ਨੂੰ ਪਤਾ ਲੱਗਿਆ, ਉਹ ਆਪਣੀਆਂ ਅਰਦਾਸ ਕਰਕੇ ਜੋ 500 ਮੋਹਰਾਂ ਉਹਨੇ ਭੇਟ ਕਰਨੀਆਂ ਸਨ ਉਹ ਬਾਬੇ ਬਕਾਲੇ ਪੁੱਜਿਆ। ਉਹਨੇ ਸਾਰਿਆਂ ਦੇ ਅੱਗੇ 2-2 ਮੋਹਰਾਂ ਰੱਖੀਆਂ, ਜਿੰਨੇ ਵੀ ਉੱਥੇ ਸ਼ਰੀਕ ਸਨ, ਮੰਜੀਆਂ ਢਾਹ ਕੇ ਬੈਠੇ ਸਨ, ਉਹਨਾਂ ਸਾਰਿਆਂ ਨੇ ਪ੍ਰਵਾਨ ਕਰ ਲਈਆਂ ਮੋਹਰਾਂ ਤੇ ਬਹੁਤ ਖੁਸ਼ੀ ਮਨਾਈ ਵੀ ਸਾਨੂੰ ਇਸ ਤਰ੍ਹਾਂ ਇਹਨਾਂ ਨੇ ਗੁਰੂ ਪ੍ਰਵਾਨ ਕੀਤਾ। ਲੇਕਿਨ ਉਹਦੇ ਮਨ ਦੀ ਤਸੱਲੀ ਨਹੀਂ ਸੀ ਹੋ ਰਹੀ। ਉਹਨੇ ਫੇਰ ਪੁੱਛਿਆ ਵੀ ਹੋਰ ਇੱਥੇ ਕੋਈ ਰਹਿ ਗਿਆ? ਉਹਨਾਂ ਨੇ ਦੱਸਿਆ ਵੀ ਇੱਥੇ ਤਿਆਗਮਲ ਗੁਰੂ ਤੇਗ ਬਹਾਦਰ ਉਹ ਵੀ ਇੱਥੇ ਹੈਗੇ ਹਨ ਤੇ ਉਹ ਉਹਨਾਂ ਦੇ ਕੋਲ ਜਾ ਕੇ ਦੇਖ ਲਓ। ਤੋ ਮੱਖਣ ਸ਼ਾਹ ਲੁਬਾਣਾ ਜਿਹੜਾ ਇਹ ਫਿਰ ਉੱਥੇ ਜਾ ਕੇ ਉਸਨੇ ਗੁਰੂ ਸਾਹਿਬ ਕੋਲ ਜਦੋਂ 2 ਮੋਹਰਾਂ ਭੇਟ ਕੀਤੀਆਂ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਅਰਦਾਸ ਤੇ 500 ਮੋਹਰਾਂ ਦੀ ਕੀਤੀ ਸੀ ਤੇ 2 ਮੋਹਰਾਂ ਤੂੰ ਭੇਟ ਕਰ ਰਿਹਾ। ਤੋ ਮੱਖਣ ਸ਼ਾਹ ਲੁਬਾਣਾ ਖੁਸ਼ ਹੋ ਗਿਆ, ਉਹਦੇ ਮਨ ਦੇ ਕਪਾਟ ਖੁੱਲ ਗਏ, ਉਸਨੇ ਚਰਨ ਨਿਵਾ ਤੇ ਆਪਣਾ ਸੀਸ ਧਰ ਦਿੱਤਾ ਔਰ ਉਸ ਤੋਂ ਬਾਅਦ ਜੋ ਗੁਰੂ ਸਾਹਿਬ ਹਨ ਉਹ ਕੋਠੇ ਤੇ ਜਾ ਕੇ ਗੁਰਲਾਦੋ ਰੇ ਇਹ ਸਾਰੀ ਗੱਲ ਜਿਹੜੀ ਹੈ ਸੰਗਤ ਨੂੰ ਦੱਸੀ। ਲੇਕਿਨ ਇਹ ਗੱਲ ਜਿਹੜੀ ਹੈ ਸੁਣ ਕੇ ਧੀਰਮਲ ਜੋ ਹਨ ਉਹਨਾਂ ਦੇ ਸਾਰੇ ਧੜੇ ਦੇ ਵਿੱਚ, ਉਹਨਾਂ ਦੇ ਖੇਮੇ ਦੇ ਵਿੱਚ ਬੜੀ ਨਿਰਾਸ਼ਤਾ ਹੋਈ। ਤੋ ਉਹਨਾਂ ਨੇ ਗੁਰੂ ਸਾਹਿਬ ਦੇ ਉੱਤੇ ਗੋਲੀ ਚਲਾਉਣ ਦੀ ਸਾਜ਼ਿਸ਼ ਕੀਤੀ ਔਰ ਉਹਨਾਂ ਨੇ ਗੁਰੂ ਸਾਹਿਬ ਤੇ ਗੋਲੀ ਚਲਾਈ। ਲੇਕਿਨ ਗੁਰੂ ਸਾਹਿਬ ਜ਼ਖਮੀ ਹੋ ਗਏ, ਲੇਕਿਨ ਬਚਾਅ ਹੋ ਗਿਆ। ਲੇਕਿਨ ਗੁਰੂ ਸਾਹਿਬ ਨੇ ਉਸ ਨੂੰ ਕਿਹਾ, ਭਲੇ ਧੀਰਮਲ, ਭਲੇ ਜੀ ਭਲੇ ਧੀਰਮਲ ਧੀਰ, ਬਹੁਤ ਬਾਰ ਬੋਲੇ ਬਚਨ, ਸ੍ਰੀ ਪੁੱਤ ਗੁਣੀ ਗਹੀਰ। ਉਹਨਾਂ ਨੇ ਫਿਰ ਵੀ ਮਾਫ ਕੀਤਾ। ਲੇਕਿਨ ਇੱਥੇ ਮਾਤਾ ਨਾਨਕੀ ਜੀ ਦੀ ਭੂਮਿਕਾ ਬੜੀ ਜ਼ਰੂਰਤ ਵਾਲੀ ਔਰ ਉਹਨਾਂ ਨੇ ਧੀਰਮਲ ਨੂੰ ਲਾਹਨਤਾਂ ਪਾਈਆਂ ਔਰ ਦੱਸਿਆ ਕਿ ਸਾਰੀ ਸੰਗਤ ਔਰ ਗੁਰੂ ਸਾਹਿਬ ਉੱਥੇ ਆਪ ਬਿਆਨ ਕਰ ਗਏ ਹਨ ਕਿ ਬਾਬੇ ਬਕਾਲੇ ਹਨ ਬਾਬਾ ਜੀ। ਲੇਕਿਨ ਧੀਰਮਲ ਜਿਹੜਾ ਉਸਨੇ ਬਹਿਸ ਵੀ ਕੀਤੀ, ਲੇਕਿਨ ਮਾਤਾ ਨਾਨਕੀ ਜੀ ਨੂੰ ਸਾਰੀ ਗੱਲ ਸਪਸ਼ਟ ਸੀ, ਸੰਗਤ ਨੂੰ ਸਾਰੀ ਗੱਲ ਸਪਸ਼ਟ ਹੋ ਗਈ ਔਰ ਇਸ ਤਰ੍ਹਾਂ ਧੀਰਮਲ ਜਿਹੜਾ ਉਹ ਕੁਝ ਦੇਰ ਲਈ ਚੁੱਪ ਕਰ ਗਿਆ। ਲੇਕਿਨ ਉਸਨੇ ਆਪਣੀ ਉਹ ਜਿਹੜੀ ਚਾਲਬਾਜ਼ ਹੈ, ਸਾਜ਼ਿਸ਼ ਹੈ, ਛੱਡੀ ਨਹੀਂ, ਕਿਉਂਕਿ ਪੈਸਾ ਜੋ ਸੰਗਤ ਵੱਲੋਂ ਆ ਰਿਹਾ ਸੀ, ਚੜਾਵਾ ਆ ਰਿਹਾ ਸੀ, ਉਹਦੇ ਉੱਤੇ ਉਹਦੀ ਨਜ਼ਰ ਸੀ ਤੇ ਉਹਦੀ ਉਹਨੂੰ ਆਦਤ ਵੀ ਪੈ ਗਈ ਸੀ। ਤੋ ਗੁਰੂ ਸਾਹਿਬ ਨੇ ਬਕਾਲਾ ਛੱਡਿਆ ਤੇ ਫਿਰ ਉਹਨਾਂ ਨੇ ਆ ਕੇ ਮਾਖੋਵਾਲ ਦੇ ਵਿੱਚ ਆ ਕੇ ਨਿਵਾਸ ਕੀਤਾ, ਕੀਰਤਪੁਰ ਦੇ ਕੋਲ ਹੀ। ਤੁਸੀਂ ਸਾਰੇ ਉਸ ਇਲਾਕੇ ਨੂੰ ਜਾਣਦੇ ਹੋ। ਕਾਬਲ ਦੀਆਂ ਸੰਗਤਾਂ ਨੂੰ ਸਿਰੋਂ ਪਾਓ ਭੇਜੇ, ਸਾਦੇ ਸਿਰੋਂ ਪਾਓ ਭੇਜੇ। ਲੇਕਿਨ ਧੀਰਮਲ ਨੂੰ ਵੀ ਪਤਾ ਸੀ ਕਾਬਲ ਦੀਆਂ ਸੰਗਤਾਂ ਹਨ, ਉਸਨੇ ਜਰੀ ਵਾਲੇ ਸਿਰੋਂ ਪਾ ਭੇਜੇ ਤੇ ਉਹ ਪਹਿਲਾਂ ਤਾਂ ਖੁਸ਼ ਹੋ ਗਏ ਬਹੁਤ। ਲੇਕਿਨ ਜਦੋਂ ਉਹਨਾਂ ਨੂੰ ਸਾਰਾ ਪਤਾ ਲੱਗਿਆ ਤਾਂ ਫਿਰ ਉਹਨਾਂ ਨੇ ਉਸ ਨੂੰ ਹੌਲੀ ਹੌਲੀ ਛੱਡਣਾ ਸ਼ੁਰੂ ਕਰ ਦਿੱਤਾ। ਤੋ ਗੁਰੂ ਜੀ ਪਹਾੜੀਆਂ ਵੱਲ ਪ੍ਰਚਾਰ ਤੇ ਜਾਂਦੇ ਰਹਿੰਦੇ ਸਨ। ਉਹ ਗੁਰੂ ਸਾਹਿਬ ਨੇ ਮਾਝੇ ਮਾਲਵੇ ਦਾ ਰਟਨ ਵੀ ਕੀਤਾ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਜਦੋਂ ਪੁੱਜਦੇ ਹਨ ਤਾਂ ਅੰਮ੍ਰਿਤਸਰ ਦੇ ਉੱਤੇ ਧੀਰਮਲ ਦੇ ਜੋ ਅੱਗੋਂ ਮਸੰਦ ਸਨ, ਹਰਜੀ ਉਹਨਾਂ ਦਾ ਸਪੁੱਤਰ ਸੀ, ਉਹਨਾਂ ਨੇ ਉਹਨਾਂ ਦਾ ਸਵਾਗਤ ਨਹੀਂ ਕੀਤਾ, ਸਗੋਂ ਗੇਟ ਬੰਦ ਕਰ ਲਏ। ਤੋ ਇਹ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਕਿਹਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਇਸ ਗੱਲ ਨੂੰ ਇੱਕ ਸੰਗਤ ਜੀ ਧਿਆਨ ਰੱਖਣਾ ਕਿ ਕਈ ਵਾਰੀ ਇਹ ਗਲਤ ਪ੍ਰਚਾਰ ਕੀਤਾ ਜਾਂਦਾ ਹੈ
तो प्रिंसीपल सतवीर सिंह ने भुलेखा बहुत चंगा दूर किया कि कई बार ये कह दिता जाता है अमृत सरीए अंदर सड़ीए, ते उन्होंने ये बिल्कुल नहीं किया। उन्होंने लिखा नह मसंद तुम अमृत सरीए, तृष्णा अगन ते अंदर सड़ीए। ਜਿਹੜੇ ਮਸੰਦਾਂ ਦਾ ਉੱਥੇ ਕਬਜ਼ਾ ਸੀ, ਉਹਨਾਂ ਨੂੰ ਇਹ ਸੀ ਕਿ ਗੁਰੂ ਸਾਹਿਬ ਆਏ ਨੇ, ਸਾਡੇ ਕੋਲੋਂ ਮਾਇਆ ਸਾਰੀ ਲੈ ਲੈਣਗੇ, ਅਧਿਕਾਰ ਕਿਸੇ ਹੋਰ ਨੂੰ ਦੇ ਦੇਣਗੇ। ਉਹ ਆਪਣੇ ਕੋਲ ਹੀ ਉਸ ਦਾ ਕਬਜ਼ਾ ਜਿਹੜਾ ਉਹ ਰੱਖਣਾ ਚਾਹੁੰਦੇ ਸਨ। ਤੋਂ ਗੁਰੂ ਸਾਹਿਬ ਨੇੜੇ ਹੀ ਵੱਲੇ ਪਿੰਡ ਉੱਥੇ ਜਾ ਕੇ ਠਹਿਰਦੇ ਨੇ। ਉੱਥੇ ਸ਼ਹਿਰ ਦੀਆਂ ਸੰਗਤਾਂ ਨੂੰ ਜਦੋਂ ਪਤਾ ਲੱਗਦਾ ਹੈ, ਤੋਂ ਮਾਈਆਂ ਨੇ ਸਭ ਤੋਂ ਪਹਿਲਾਂ ਜਾ ਕੇ ਗੁਰੂ ਸਾਹਿਬ ਕੋਲੋਂ ਇਹ ਪਛਤਾਵਾ ਕੀਤਾ, ਮਾਫੀਆਂ ਮੰਗੀਆਂ ਵੀ ਸ਼ਹਿਰ ਸਾਡੇ ਤੁਸੀਂ ਆਏ, ਲੇਕਿਨ ਉਹਨਾਂ ਨੇ ਗੁਰੂ ਸਾਹਿਬ ਨੇ ਵਰ ਦਿੱਤਾ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਇਹ ਗੱਲ ਤੇ ਬੜੀ ਮਸ਼ਹੂਰ ਹੈ। ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ, ਫਿਰ ਅੱਗੋਂ ਲੱਖੀ ਜੰਗਲ, ਮਾਲਵਾ ਦੇਸ਼, ਇਹ 6ਵੇਂ ਗੁਰਾਂ ਨੇ ਪਹਿਲਾਂ ਪ੍ਰਚਾਰ ਕੀਤਾ ਹੋਇਆ ਸੀ। ਤੋਂ ਗੁਰੂ ਸਾਹਿਬ ਉੱਥੇ ਦਸੰਬਰ 64 ਤੋਂ ਮਈ 65 ਤੱਕ ਗਏ ਹਨ। ਫਿਰ 1673 ਵਿੱਚ ਫਿਰ ਦੁਬਾਰਾ ਗਏ ਹਨ। तो साबू की तलवंडी, धर्मकोट, भाई जगता, गोबिंदपुर, ये बड़ी डिटेल है। बड़े थावां तो हो के गुरु साहब जा रहे सन। सारी संगत नूं पता लग गया सी कि गुरु साहब 9वें गुरु साहब जिहड़े ने वो आ रहे ने। तो आनंदपुर दी उसारी बिलासपुर दा राजा दीप चंद सी, जिसनों के ग्वालियर के किले चों गुरु हरगोबिंद साहब ने छुडवाया सी। उस दी मौत की खबर जदों पुजी तो गुरु साहब दे श्रद्धालु सन, उन्होंने सुनिया भेजा। तो गुरु साहब गए उस दे अंतिम रस्मां दे विच। तो राणी दे नाल गलबात कीती, कहलूर दा इलाका खरीदण दी गल कीती। उन्होंने माखोवाल दा पिंड भेंट करन लई किहा, लेकिन गुरु साहब कहंदे कि नहीं, असीं इस नूं मुੱਲ खरीदांगे। ਜ਼ਰ खरीद कर पए लिखाए, लै सतगुर निज निकट रखाए। उन्होंने सारे पट्टे लिखवा के तो अपने कोल रखे। पुत्र अजमेर चंद नूं लोकां ने चुक्या चुकाया कि तुसीं इन्हां दे नां इस तरह करो, मुगल साम्राज साडे खिलाफ हो जाएगा। लेकिन उन्होंने अपनी जमीन खरीद के आनंदपुर साहब की उसारी की। 19 जून 1665 ਨੂੰ गुरु साहब ने नींह रखी है। बाबा बुड्ढा जी के पोतरे बाबा गुरदित्ता जी ने इसकी नींह रखी। इसका नां चक नानकी रखा गया। और इस दा बाद दे विच जदों गुरु गोबिंद सिंह जी आंदे ने, और उस तो बाद इस आनंदमई समय दे विच इसका नां आनंदपुर पिया। संगतां भी जिहड़ियां ने उन्हां च बड़ी खुशी आई और उन्होंने रिहायश लई थां मंगी। गुरु साहब ने वखरी निश्चित कर दी। ਵਪਾਰੀ ਲੋਕ ਆਏ, ਜਿਸ ਤਰ੍ਹਾਂ ਅੰਮ੍ਰਿਤਸਰ ਵਸਾਇਆ ਸੀ ਉਦੋਂ ਵਪਾਰੀਆਂ ਨੂੰ ਰਾਸ ਪੂੰਜੀ ਦਿੱਤੀ ਸੀ, ਇੱਥੇ ਵੀ ਉਹਨਾਂ ਨੂੰ ਰਾਸ ਪੂੰਜੀ ਦਿੱਤੀ ਗਈ। ਕਲਾਕਾਰ, ਕਾਰੀਗਰ, ਆਰਕੀਟੈਕਟ ਬੜੇ ਆਏ, ਚਿੱਤਰਕਾਰ ਆਏ। ਬੜਾ ਰੌਣਕ ਵਾਲਾ ਸ਼ਹਿਰ ਬਣ ਗਿਆ। ਇੱਕ ਤੇ ਇਹ ਨੀਮ ਪਹਾੜੀ ਇਲਾਕਾ ਸੀ ਔਰ ਸਤਲੁਜ ਨਾਲ ਵਗਦਾ ਸੀ। तो ये सारा कुछ देख के जो मूसा रोपड़ी नां दा एक कोई साध सी, उसने आके कहा कि इस प्रवृत्त में हृदा तुम्हारे गन सेवक किम पार उतारे, कि तुहाडा इस संसार नूं वसाण दे विच, शहरां दे विच रौनकां लाउण वल तुहाडा ध्यान है, ते तुसीं सेवकां नूं किवें पार करोगे। गुरु जी ने समझाया कि गृहस्थ जिहड़ा ना ये सारे धर्मां तो श्रेष्ठ है। सब आश्रम ते गृहस्थ उदारा, जो गृहस्थ ते उतरे पूरा, अंत काल प्राप्त पद पूरा। गुरु साहब नाल नाल सिक्ख्या दिंदे रहिंदे सन। तो ओही मूसा रोपड़ी जिहड़ा उसने जाके होर जो महापुरख सीगे उन्हां नाल गलबात कीती। तो गुरु साहब दी अगलियां फेरियां विच जाके बहादुरगढ़ दे किले विच उन्हां नूं उस दा मूसा रोपड़ी दी कही होई गल जिहड़ी है उस दा प्रगट प्रमाण उसका मिलिया। तो आनंदपुर साहब विच इस तरह रौनकां उपदेश लगे, दीवान लगते रहे। मक्खन शाह लुबाणे की विदायगी हुई और मक्खन शाह लुबाणे की संगत जिहड़ी अज लुबाणा संगत है, तुसीं देखो अमरीका दे विच बहुत वड्डे पद्धर दे उत्ते वो अपना जो दिन हन मनाते हैं, गुरपुरब मनाते हैं। तो मक्खन शाह लुबाणे की जो सेवा है उसनूं असीं कोट कोट प्रणाम करते हैं। उसने बहुत समा गुरु जी के नाल रह के अपने धन और बाहुबल और उसकी जुरत जिहड़ी है उसने संगत नूं सावधान किया और झूठे मसंदा दे कोलों उहदा खैड़ा जो छुड़वाया। तो पूरब वल दी यात्रा इस तो बाद आंदी है, क्योंकि पूरब दे वल गुरु नानक देव जी गए सन। गुरु हरगोबिंद साहब कश्मीर वाले पासे और पीलीभीत नानक मते तक जाके आए सन। तो धम धान तो एक बार पहला 1665 नूं दिल्ली औरंगजेब ने सद घल्लिया, क्योंकि औरंगजेब नूं लगातार
ਜਿਸ ਤਰ੍ਹਾਂ ਪਹਿਲਾਂ ਜਹਾਂਗੀਰ ਨੂੰ ਸ਼ਿਕਾਇਤਾਂ ਮਿਲਦੀਆਂ ਸਨ, ਇਸੇ ਤਰ੍ਹਾਂ ਜੋ ਮੁਸਲਮਾਨ ਕੱਟੜ ਸੀਗੇ ਲੋਕ, ਉਹ ਵੀ ਔਰੰਗਜ਼ੇਬ ਨੂੰ ਲਗਾਤਾਰ ਇਹ ਸਲਾਹ ਦਿੰਦੇ ਰਹਿੰਦੇ ਸਨ ਕਿ ਤੇਰੇ ਦੇਸ਼ ਦੇ ਵਿੱਚ ਸਾਡੇ ਰਾਜ ਦਾ ਤਾਂ ਹੀ ਫਾਇਦਾ ਹੈ ਕਿ ਜੇ ਆਪਾਂ ਇਸਲਾਮ ਦਾ ਪ੍ਰਚਾਰ ਕਰ ਸਕੀਏ। ਇਸਲਾਮ ਦਾ ਪ੍ਰਚਾਰ ਕਰਨਾ ਕੋਈ ਗੁਨਾਹ ਨਹੀਂ ਹੈ, ਲੇਕਿਨ ਉਹ ਕਹਿੰਦੇ ਸਨ ਕਿ ਤੁਸੀਂ ਜ਼ੁਲਮ ਕਰਕੇ, ਜ਼ਬਰ ਕਰਕੇ, ਲਾਲਚ ਦੇ ਕੇ, ਡਰਾ ਕੇ ਲੋਕਾਂ ਨੂੰ ਮੁਸਲਮਾਨ ਬਣਾਓ। ਇਹ ਲਗਾਤਾਰ ਯਤਨ ਹੁੰਦਾ ਸੀ, ਲੇਕਿਨ ਉਹ ਸ਼ਿਕਾਇਤਾਂ ਮਿਲਣ ਤੋਂ ਉਹਨਾਂ ਨੇ ਬੁਲਾ ਭੇਜਿਆ, ਦਿੱਲੀ ਭੇਜਿਆ, ਮੁਲਾਕਾਤ ਵੀ ਹੋਈ ਹੈ, ਪ੍ਰਿੰਸੀਪਲ ਸਤਵੀਰ ਨੇ ਵੀ ਪੂਰਾ ਲਿਖਿਆ, ਹੋਰਾਂ ਨੇ ਵੀ ਲਿਖਿਆ। ਤੋਂ ਸਾਰੀ ਗੱਲਬਾਤ ਗੁਰੂ ਸਾਹਿਬ ਨੇ ਕੀਤੀ, ਔਰੰਗਜ਼ੇਬ ਦੀ ਤਸੱਲੀ ਹੋਈ ਔਰ ਉਹਦੇ ਵਿੱਚ ਰਾਜਾ ਰਾਮ ਸਿੰਘ ਜਿਹੜੇ ਨੇ ਉਹਨਾਂ ਨੇ ਪੂਰਾ ਆਪਣੀ ਭੂਮਿਕਾ ਨਿਭਾਈ। ਔਰ ਫਿਰ ਗੁਰੂ ਸਾਹਿਬ ਉਸ ਤੋਂ ਬਾਅਦ ਕੀਰਤਪੁਰ, ਭਰਤਪੁਰ, ਧਨੌਲੀ, ਰੋਪੜ, ਬ੍ਰਾਹਮਣ ਮਾਜਰਾ, ਬੂਰ ਮਾਜਰਾ, ਪੁਰੀ, ਕੁਰਾਲੀ, ਘੜੂਆ, ਬਾਗ, ਇਹ ਟਹਿਲਪੁਰਾ, ਪਟਿਆਲਾ, ਰਾਜਪੁਰ ਰੋਡ ਤੇ ਸੈਫਾਬਾਦ, ਬਹਾਦਰਗੜ੍ਹ, ਨਿਵਾਸ ਸੈਫ ਖਾਨ, ਇਹ ਸਾਰੇ ਨਿਵਾਸ ਸੈਫ ਖਾਨ ਦੀ ਗੱਲ ਆਪਾਂ ਕਰ ਰਹੇ ਸੀ, ਮੂਸਾ ਰੋਪੜੀ ਵਾਲੀ, ਪਟਿਆਲਾ, ਦੂਖ ਨਿਵਾਰਨ, ਸਮਾਣਾ, ਹੰਡਿਆਇਆ, ਜੋਗਾ, ਕੈਥਲ, ਥਨੇਸਰ, ਇਹ ਸਾਰੀਆਂ ਥਾਵਾਂ ਤੋਂ ਹੋ ਕੇ ਤੋਂ ਗੁਰੂ ਸਾਹਿਬ ਜਿਹੜੇ ਨੇ ਇਹਨਾਂ ਨੇ ਦੌਰਾ ਕੀਤਾ। ਔਰ ਔਰੰਗਜ਼ੇਬ ਜਿਹੜਾ ਹੈ ਉਸ ਦੀ ਇੱਕ ਵਾਰ ਤਾਂ ਤਸੱਲੀ ਹੋ ਗਈ ਸੀ 1665 ਦੇ ਵਿੱਚ, ਲੇਕਿਨ ਉਹਨੂੰ ਲਗਾਤਾਰ ਫਿਰ ਉਹ ਸਲਾਹਕਾਰ ਚੁੱਕਦੇ ਰਹੇ ਕਿ ਤੂੰ ਇਸਲਾਮ ਦਾ ਪ੍ਰਚਾਰ ਜਿਹੜਾ ਹੈ ਉਹ ਬੜੇ ਜ਼ੋਰ ਸ਼ੋਰ ਨਾਲ ਕਰ। ਤਾਂ ਗੁਰੂ ਸਾਹਿਬ ਨੇ ਉਸ ਤੋਂ ਬਾਅਦ ਪੂਰਬ ਵਾਲੇ ਪਾਸੇ ਜਿੱਥੇ ਅਸਾਮ ਹੈ, ਢਾਕਾ ਹੈ, ਕਲਕੱਤਾ ਹੈ, ਇਸ ਪਾਸੇ ਉਹਨਾਂ ਨੇ ਯਾਤਰਾ ਕੀਤੀ ਹੈ। ਔਰ ਇਸ ਨੂੰ ਬਾਲਕ ਦੇ ਜਨਮ ਦੀ ਖਬਰ ਵੀ ਜਿਹੜੀ ਹੈ ਉਹਨਾਂ ਨੂੰ ਅਸਾਮ, ਧੂਬੜੀ, ਗੁਰਦੁਆਰਾ ਦਮਦਮਾ ਸਾਹਿਬ, ਉੱਥੇ ਨੇ ਗੁਰੂ ਸਾਹਿਬ ਉਦੋਂ ਢਾਕੇ ਸਨ। ਜਦੋਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਉਹਨਾਂ ਨੂੰ ਖਬਰ ਮਿਲਦੀ ਹੈ ਤਾਂ ਉਦੋਂ ਹੀ ਉਹ ਫਿਰ ਵਾਪਸ ਆ ਕੇ ਪਟਨਾ ਸਾਹਿਬ ਆਉਂਦੇ ਹਨ ਤੇ ਉੱਥੇ ਆ ਕੇ ਉਹਨਾਂ ਦੇ ਦਰਸ਼ਨ ਕਰਦੇ ਹਨ। ਗੁਰੂ ਸਾਹਿਬ ਦੂਰ ਦ੍ਰਿਸ਼ਟੀ ਨਾਲ ਉਹਨਾਂ ਨੂੰ ਸਾਰੀ ਗੱਲ ਦਾ ਗਿਆਨ ਹੋ ਜਾਂਦਾ ਹੈ ਤੇ ਉਹ 1670 ਤੱਕ ਗੁਰੂ ਸਾਹਿਬ ਉੱਥੇ ਰਹਿੰਦੇ ਹਨ ਤੇ 18 ਮਈ 1670 ਨੂੰ ਪੰਜਾਬ ਵਾਲੇ ਪਾਸੇ ਉਹ ਚੱਲ ਪੈਂਦੇ ਨੇ। ਕਈਆਂ ਨੇ ਲਿਖਿਆ ਵੀ ਗੁਰੂ ਸਾਹਿਬ ਉਹਨਾਂ ਦੇ ਨਾਲ ਸਨ, ਬਾਲਕ ਗੋਬਿੰਦ ਰਾਏ ਜੀ, ਲੇਕਿਨ ਇਹ ਗੱਲ ਠੀਕ ਨਹੀਂ ਹੈ। ਗੁਰੂ ਸਾਹਿਬ ਨੂੰ ਬਾਅਦ ਦੇ ਵਿੱਚ ਪਰਿਵਾਰ ਨੂੰ ਆਉਣ ਲਈ ਸੱਦਾ ਭੇਜਿਆ ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਉਦੋਂ ਇਸ ਤਰ੍ਹਾਂ ਅਨੁਕੂਲ ਨਹੀਂ ਸਨ। ਉਹ ਬਨਾਰਸ ਤੋਂ ਜੌਨਪੁਰ, ਅਯੋਧਿਆ, ਲਖਨਊ, ਸ਼ਾਹਜਹਾਨਪੁਰ, ਬਰੇਲੀ, ਪੀਲੀਭੀਤ ਆਦਿ ਤੋਂ ਹੁੰਦੇ ਹੋਏ ਗੁਰੂ ਸਾਹਿਬ ਮੁਰਾਦਾਬਾਦ ਪੁੱਜਦੇ ਨੇ, ਹਰਿਦੁਆਰ, ਬੂੜੀਆ, ਜਗਾਦਰੀ, ਅੰਬਾਲਾ, ਲਖਨੌਰ ਤੇ ਅਕਤੂਬਰ 1670 ਚ ਅਨੰਦਪੁਰ ਸਾਹਿਬ ਪੁੱਜਦੇ। ਫਿਰ 5 ਸਾਲ ਗੁਰੂ ਸਾਹਿਬ ਅਨੰਦਪੁਰ ਸਾਹਿਬ ਰਹਿੰਦੇ ਨੇ। ਇੱਥੇ ਰੌਸ਼ਨੀਆਂ ਜਲਦੀਆਂ ਨੇ, ਲੰਗਰ ਚੱਲਦੇ ਨੇ, ਸੰਗਤਾਂ ਲੱਗਦੀਆਂ, ਦੀਵਾਨ ਲੱਗਦੇ ਨੇ, ਉਹੀ ਰੌਣਕਾਂ ਜਿਹੜੀਆਂ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ ਲੱਗੀਆਂ। ਤੋਂ ਹਾਲਾਤ ਨੂੰ ਦੇਖਦੇ ਹੋਏ ਅਨੰਦਪੁਰ ਸਾਹਿਬ ਇੱਕ ਕੇਂਦਰ ਜਿਹੜਾ ਉਹ ਸਥਾਪਿਤ ਹੋ ਜਾਂਦਾ ਹੈ, ਬਹੁਤ ਵੱਡਾ ਕੇਂਦਰ ਬਣਿਆ। ਇੱਥੇ ਦੀਆਂ ਬਹੁਤ ਸਾਰੀ ਵਿਸਥਾਰ ਹੈ ਅੱਗੋਂ ਡਿਟੇਲ ਕਿ ਸੇਵਾ ਪੰਥੀਆਂ ਦੀ ਉਤਪਤੀ ਇੱਥੇ ਹੋਈ। ਜਿਹੜੇ ਅੱਜ ਸੇਵਾ ਪੰਥੀ ਅਸੀਂ ਦੇਖਦੇ ਹਾਂ, ਭਾਈ ਕਨ੍ਹਈਆ ਜੀ ਔਰ ਉਸ ਤੋਂ ਬਾਅਦ ਅੱਡਣ ਸ਼ਾਹੀ ਸੰਪਰਦਾ ਹੈ, ਕਨ੍ਹਈਆ ਲਾਲ, ਇਹ ਸਾਰੇ ਇੱਥੋਂ ਅਨੰਦਪੁਰ ਸਾਹਿਬ ਆ ਕੇ ਇਹ ਵਰਸਾਏ ਗਏ। ਭਾਈ ਮਨੀ ਸਿੰਘ ਜੀ ਉਹ ਇੱਥੇ ਆਏ, ਉਹਨਾਂ ਦੇ ਪਰਿਵਾਰ ਦੇ ਦੇਖੋ ਕਿੰਨੇ ਸ਼ਹੀਦ ਉਹਨਾਂ ਦੇ ਹੋਏ। ਉਹ ਭਾਈ ਗੁਰੂ ਹਰਿਰਾਏ ਸਾਹਿਬ ਦੇ ਵੇਲੇ ਹੀ ਉਹ ਆ ਗਏ ਸਨ ਕੀਰਤਪੁਰ। ਮੀਰਾ ਸ਼ਾਹ, ਸਾਈ ਮੀਆਂ ਮੀਰ ਜੀ ਦਾ ਗੱਦੀ ਨਸ਼ੀਨ, ਉਹ ਵੀ ਇੱਥੇ ਆਏ। ਤੋਂ ਪਟਨੇ ਤੋਂ ਗੋਬਿੰਦ ਰਾਏ ਜੀ ਤੇ ਪਰਿਵਾਰ ਨੂੰ ਆਉਣ ਲਈ ਵੀ ਗੁਰੂ ਸਾਹਿਬ ਨੇ ਹੁਕਮ ਭੇਜ ਦਿੱਤਾ ਕਿ ਹੁਣ ਉਹ ਇੱਥੇ ਆ ਜਾਣ। ਤੋਂ 1973 ਵਿੱਚ ਫਿਰ ਗੁਰੂ ਸਾਹਿਬ ਮਾਲਵੇ ਦੇ ਦੌਰੇ ਤੇ ਨਿਕਲਦੇ ਨੇ ਔਰ ਧਰਮਗੜ੍ਹ, ਉਗਾਣੀ, ਭਵਾਨੀਗੜ੍ਹ, ਸਦੂਲਗੜ੍ਹ, ਧੂਰੀ, ਬਠਿੰਡਾ, ਤਪਾ ਮੰਡੀ, ਪਾਤੜਾ, ਚੀਕਾ, ਕੁਰੂਕਸ਼ੇਤਰ, ਇਹ ਸਾਰੀਆਂ ਥਾਵਾਂ ਤੋਂ ਹੋ ਕੇ 1 ਸਾਲ ਲਾ ਕੇ ਫਿਰ 1674 ਵਿੱਚ ਵਾਪਸ ਮੁੜਦੇ ਨੇ। ਤੋਂ ਹੁਣ ਔਰੰਗਜ਼ੇਬ ਜਿਹੜਾ ਹੈ ਉਧਰੋਂ 10-12 ਸਾਲ ਤਾਂ ਉਸ ਨੂੰ ਦੋਨਾਂ ਤਰ੍ਹਾਂ ਦੇ ਸਲਾਹਕਾਰ ਸਲਾਹਾਂ ਦਿੰਦੇ ਰਹੇ। ਇੱਕ ਕਹਿੰਦੇ ਰਹੇ ਵੀ ਤੂੰ ਜ਼ੁਲਮ ਕਰ, ਸਖਤੀ ਕਰ। ਕੁਝ ਲੋਕ ਕਹਿੰਦੇ ਰਹੇ ਵੀ ਨਹੀਂ, ਅਕਬਰ ਵਾਲੀ ਜਿਹੜੀ ਪਾਲਿਸੀ ਹੈ ਜਾਂ ਸਾਰੇ ਆਪਣਾ ਜਿਹੜਾ ਪ੍ਰਚਾਰ ਤੁਸੀਂ ਸਹਿਜ ਨਾਲ ਕਰੋ। ਲੇਕਿਨ ਔਰੰਗਜ਼ੇਬ ਉੱਤੇ ਅਸਰ ਜਿਹੜਾ ਹੈ, ਕਿਉਂਕਿ ਆਪ ਉਹ ਸੁੰਨੀ ਕੱਟੜ ਮੁਸਲਮਾਨ ਸੀ, ਲੇਕਿਨ ਉਹ ਤਵਸਬੀ ਜਿਹੜਾ ਹੈ ਉਹਨਾਂ ਦੀ ਸਲਾਹਾਂ ਦਾ ਅਸਰ ਜ਼ਿਆਦਾ ਹੋ ਗਿਆ। ਤੋਂ ਵਿਰੋਧੀਆਂ ਜਿਹੜਾ ਉਹਨਾਂ ਨੂੰ ਦਬਾਉਣ ਦੇ ਲਈ ਜਾਦੂਨਾਥ ਸਰਕਾਰ ਤੇ ਹੋਰ ਸਾਰੇ ਇਤਿਹਾਸਕਾਰ ਲਿਖਦੇ ਨੇ ਕਿ ਸੋਨੇ ਤੇ ਚਾਂਦੀ ਦੇ ਨਾਲ ਉਹਨੇ ਕਾਜ਼ੀਆਂ ਤੇ ਮੁਫਤੀਆਂ ਦੇ ਇਮਾਨ ਜਿਹੜਾ ਉਹਨੂੰ ਖਰੀਦ ਲਿਆ
तो ईरान का बादशाह जिहड़ा उन्हें जरूर आलोचना की, क्योंकि वो शिया मुसलमान ने अज भी उन्होंने कुछ सुन्नी मुसलमानों के खिलाफ थोड़ा जिहा विरोध किया, लेकिन बाकी सारे जिहड़े ने उन्होंने औरंगजेब की इस पॉलिसी जिहड़ी है उन्होंने शाबाश दी। ते पहला गवर्नर जो गुजरात का सी औरंगजेब, उदों भी उसने चिंतामणी मंदिर ढाया सी ते उत्थे गां दा वध करवाया सीगा। मुआसरे आलमगीरी ते लिखारी है जिहड़ा मुस्तफा नद खान, उन्हें भी लिखा होया कि औरंगजेब नूं 12 साल बाद जिहड़ा ये खबर मिली कि बनारस दे विच जो ब्राह्मणी पाठशालावां चल रही ने ते बहुत सारे हिंदू मुसलमान उत्थे जाके ते उत्थे सिक्ख्या लैंदे ने और वैदिक सिक्ख्या उन्होंने मिलती पई है। तो औरंगजेब ने वो सारा बंद करवाते और मंदिर ढवाने शुरू कर दिते और अपने आप नूं उसने शरह दा मुहावज होने का ऐलान कर दिता 1670 ਦੇ ਵਿੱਚ। तो मसंदा नूं बुराई की मनाही की गई, राग गायन की मनाही की गई। तो औरंगजेब जिहड़ा असल दे विच थियोक्रेटिक स्टेट, धर्म के उत्ते आधारित स्टेट जिहड़ी है उसनूं स्थापित करना चाहता सी। गुरु तेग बहादुर जी ने पहला भी समझाया सी उन्होंने, ते बाद दे विच जदों मुलाकात हुंदी है गिरफ्तारी तो बाद उदों भी होया। कहंदे ने उदों बगावतां भी बड़ियां होईयां। गोकुल दे विच, मथुरा दे विच गोकुल बगावत मशहूर है। सतनामीए जिहड़े ने नारनौल दे विच उन्होंने बगावत की। इस तरह पंजाब दे विच सिख जो है उसनूं पता लग गया सी भी ये भी जिहड़े ने ये साडे अनुकूल नहीं हैं, बगावत के रूप विच ही ये उभर रहे हैं। तो औरंगजेब के सलाहकारां ने दस्सिया भी आपां कश्मीर नूं चुनीए, जिथे कश्मीर दे पंडित बड़े पढ़े लिखे ने, बड़े सियाणे ने, ते जे उत्थों शुरू करिए तो उन्होंने मुसलमान बनाइए तो बाकी जनता जिहड़ी है वो ते अनपढ़ जनता है, उन्होंने अपने आप उन्होंने मुसलमान बन जाना है। तो इस तरह कश्मीर दे विच उन्होंने भेजा शेर अफगान का खिताब दे के इफ्तार खान नूं ते जाके भी तू ये काम शुरू कर, हर हीला वरत। ते उत्थे पंडित किरपा राम मटन जिथे गुरु नानक साहब का गुरुद्वारा है, उत्थे पंडित किरपा राम जिहड़े गुरु गोबिंद सिंह जी नूं भी सिक्ख्या दिंदे रहे ने बाद विच, उत्थे उन्होंने सारी जो खबर मिली कि तुसी मुसलमान बन जाओ, तो उसने अमरनाथ की कहते यात्रा तो वापस आए। उत्थे उन्होंने अरदास की, कहते उन्होंने ये संकल्प आया कि पंजाब दे विच गुरु तेग बहादुर साहब उन्होंने कोलों तो जाए तो बिना और कोई साडे कोल रस्ता नहीं है, क्योंकि वो शुरू तो जुल्म का मुकाबला करते आए ने ते गुरु अर्जन देव जी की शहादत भी हुई है। उन्होंने कोल जाके अपना दुख जिहड़ा है वो दस्सिया जाए। तो बहुत सारिया लिखतां ने, उन्होंने हवाले भी ने किस तरह उन्होंने आके बेनती की है। तो निश्चित समय दे विच आपां ने सारी गल निबेड़नी है, उन्होंने सिक्ख्यावां की गल भी करनी है। तो तुसी ये प्रिंसीपल सतबीर सिंह जी की किताब है ते पंजाबी यूनिवर्सिटी पटियाला का विशेष अंक है, डॉक्टर त्रिलोचन सिंह जी दिल्ली कमेटी इंग्लिश दी बहुत सारी किताबां ने, पंजाबी यूनिवर्सिटी दी होर प्रकाशनावां ने, तो सिंह ब्रदर श्रोमणी कमेटी दिल्ली कमेटी, जो ये सारे गुरु गोबिंद सिंह स्टडी सर्कल, इन्हां सारियां दी जो पुस्तकां हन, मेरी बेनती है भी आपां नूं सारियां जरूर पढ़नियां चाहिए। तो उन्होंने बेनती इस तरह की कि हिंद विखै अंध घोर मचियो जब, साधु संत ने देखन पावत, धर्म की था अधर्म होवे न रचक गऊ गरीब दिखावत, तब तेग बहादुर हिंद की चादर बेचक नानक बीच बतावत, सेवा हरि इस घोर कलू में गुरु जंजू की लाज रखावत। उन्होंने आके बेनती की, तो गुरु साहब ने उन्होंने बेनती सुन के ये निश्चय किया कि धर्म कल पत्थर सब्ज रखै, हम अपना रत सिंचाई। शहीद बिलास दे विच लिखा है, गुरु साहब ने संकल्प किया कि अपना खून दे के इस हरे भरे जो बाग है जिहदे विच रंग बिरंगे धर्मां दे सभ्याचारां दे फुल हन लोक हन, उस नूं हरा रखण दे लई खून दे नाल ही सिंचना पैना है। तो इस वेले गुरु गोबिंद सिंह जी जो हन वो कहते खेलते खेलते वो आके उन्होंने मिथ्या सारी सुनी कि गुरु साहब कह रहे सन जे कोई सीस बली अब देवै, तो इसके जवाब विच उन्होंने कहा ऐसे समय रावत सम जग में समर्थ परोपकारी, नाम आत्म है धर्मात्मा पूर्ण पुरख अवतारी, जे सिर दिए प्रजा बचै तो बिन देरी दइए, नफे वार इसमें सम सौदा और न कोई की है। कहते पंथ प्रकाश ने लिखा भी गुरु साहब ने कहा भी होर कोई ऐसा
नहीं है महापुरुष ਜਿਹੜਾ ਇਹ ਸ਼ਹਾਦਤ ਦੇ ਸਕੇ। ਮੈਡਮ ਜੀ ਵੀ ਦੱਸ ਰਹੇ ਸਨ ਕਿ ਇਸ ਤਰ੍ਹਾਂ ਦਾ ਕਦੀ ਕਿਧਰੇ ਅਸੀਂ ਨਹੀਂ ਦੇਖਿਆ ਕਿ ਜਿਹੜਾ ਦੂਜੇ ਜੋ ਵਿਸ਼ਵਾਸ ਜਿਹਦੇ ਉੱਤੇ ਸਾਡਾ ਨਾਂ ਵੀ ਹੋਵੇ, ਆਪਣੇ ਧਰਮ ਦੇ ਜਿੱਥੇ ਵੀ ਜ਼ੁਲਮ ਹੋ ਰਿਹਾ ਹੋਵੇ ਉਸ ਨੂੰ ਬਚਾਉਣ ਦੇ ਲਈ ਗੁਰੂ ਸਾਹਿਬ ਨੇ ਸੋਚਿਆ ਵੀ ਇਹ ਆਪਣਾ ਖੂਨ ਜਿਹੜਾ ਦੇ ਕੇ ਇਸ ਧਰਮ ਦੀ ਰੱਖਿਆ ਕੀਤੀ ਜਾਣੀ ਹੈ। ਤੋ ਇੱਕ ਚਾਂਦ ਭੱਟ ਦਾ ਰੈਫਰੈਂਸ ਆਉਂਦਾ, ਆਪਾਂ ਸਾਰੇ ਜਾਣਦੇ ਹਾਂ ਕਿ ਬਾਹਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹੇ ਨਾ ਛੋੜੀਐ, ਇਹ ਵੀ ਤੁਸੀਂ ਸਾਰਾ ਸੰਗ ਜਾਣਦੇ ਹੋ। ਤੋ ਕਵੀ ਸੈਨਾਪਤੀ ਜਿਹੜਾ ਉਸਨੇ ਉਹਦੀ ਬਹੁਤ ਤਾਰੀਫ ਕੀਤੀ ਗਈ ਹੈ, ਉਸਨੇ ਬੜਾ ਡਿਟੇਲ ਲਿਖੀ ਹੈ। ਸਾਰੇ ਸੰਸਾਰ ਦੀ ਲਾਜ ਸਰੀਰ ਰੂਪੀ ਚਾਦਰ ਪਾ ਕੇ ਰੱਖੀ ਗੁਰੂ ਸਾਹਿਬ ਜੀ ਨੇ, ਤੇ ਧਰਮ ਦੀ ਪੱਤ ਉਹਨਾਂ ਨੇ ਰੱਖੀ। ਪ੍ਰਗਟ ਭਏ ਗੁਰੂ ਤੇਗ ਬਹਾਦਰ ਸਕਲ ਸ੍ਰਿਸ਼ਟ ਪੈ ਢਾਪੀ ਚਾਦਰ, ਹਿੰਦ ਦੀ ਚਾਦਰ ਜਾਂ ਸਾਰੀ ਸ੍ਰਿਸ਼ਟੀ ਦੀ ਚਾਦਰ ਜਿਹੜੀ ਹੈ ਗੁਰੂ ਸਾਹਿਬ ਨੇ ਆਪਣੀ ਕੁਰਬਾਨੀ ਦੇ ਕੇ ਬਣੇ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹਦੇ ਡਿਟੇਲ ਸਾਰੀ ਲਿਖੀ ਹੈ। ਤੋ ਕਿਰਪਾ ਰਾਮ ਹੋਰੀ ਜਦੋਂ ਉਹਨਾਂ ਨੂੰ ਕਹਿ ਦਿੱਤਾ ਗੁਰੂ ਸਾਹਿਬ ਨੇ ਵੀ ਜਾ ਕੇ ਕਹਿ ਦਿਓ ਤੁਸੀਂ ਸਰਕਾਰ ਨੂੰ ਕਿ ਜੇ ਉਹ ਬਣ ਜਾਣਗੇ ਮੁਸਲਮਾਨ ਤਾਂ ਅਸੀਂ ਬਣ ਜਾਵਾਂਗੇ। ਤੋ ਉਹਨਾਂ ਨੇ ਜਾ ਕੇ ਕਹਿ ਦਿੱਤਾ ਇਫਤਾਰ ਖਾਨ ਨੂੰ ਕਿ ਪ੍ਰਥਮੈ ਸ਼ਰ੍ਹਾ ਮੈਂ ਲਿਆਵੋ, ਕਿ ਪਹਿਲੇ ਗੁਰੂ ਸਾਹਿਬ ਨੂੰ ਸ਼ਰ੍ਹਾ ਦੇ ਵਿੱਚ ਲਿਆਓ, ਫਿਰ ਅਸੀਂ ਸਾਰੇ ਉਸੇ ਤਰ੍ਹਾਂ ਕਰਾਂਗੇ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਕਰਨਗੇ। ਤੋ ਗੁਰੂ ਤੇਗ ਬਹਾਦਰ ਸਾਹਿਬ ਉਹ ਬੜੇ ਖੁਸ਼ ਹੋ ਗਏ ਵੀ ਇਹ ਤਾਂ ਬਹੁਤ ਵਧੀਆ ਹੋ ਗਿਆ ਵੀ ਜੇ ਇਕੱਲੇ ਉਹਨਾਂ ਨੂੰ ਹੀ ਮਨਾਉਣ ਨਾਲ ਗੱਲ ਬਣ ਜਾਣੀ ਹੈ। ਤੋ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਹੋਇਆ। ਤੋ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਹੁਣ ਗ੍ਰਿਫਤਾਰੀ ਜਿਹੜੀ ਹੈ ਉਹ ਦਿੱਲੀ ਦੇ ਨੇੜੇ ਜਾ ਕੇ ਦਈਏ, ਸੰਗਤਾਂ ਦੇ ਵਿੱਚੋਂ ਹੁੰਦੇ ਹੋਏ ਜਾਈਏ। ਤੋ ਗੁਰੂ ਸਾਹਿਬ ਜਿਹੜੇ ਨੇ ਉਹ ਆਗਰੇ ਪੁੱਜਦੇ ਨੇ ਔਰ ਸੈਯਦ ਅਲੀ ਆਜੜੀ ਦੇ ਰਾਹੀਂ ਪ੍ਰਗਟ ਹੁੰਦੇ ਨੇ। ਤੇ ਰਸਤੇ ਦੇ ਵਿੱਚ ਬਹੁਤ ਸਾਰੇ ਥਾਵਾਂ ਤੋਂ ਹੋ ਕੇ ਜਦੋਂ ਗਏ ਨੇ ਤੋ ਆਗਰੇ ਦੇ ਵਿੱਚ ਤੁਸੀਂ ਜਿਵੇਂ ਤਾਜ ਮਹਿਲ ਦੇਖਣ ਜਾਂਦੇ ਹੋ, ਗੁਰੂ ਕਾ ਤਾਲ ਗੁਰਦੁਆਰਾ ਸਾਹਿਬ ਹੈ, ਉੱਥੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ। ਉਸ ਤੋਂ ਆਗਰਾ ਸ਼ਹਿਰ ਦੇ ਵਿੱਚ ਮਾਈ ਥਾਨ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਵੀ ਗਏ। ਭਾਈ ਗੁਰਦਾਸ ਜੀ ਉੱਥੇ ਬੜੀ ਦੇਰ ਰਹਿ ਕੇ ਉਹਨਾਂ ਨੇ ਕਵਿਤ ਲਿਖੇ ਨੇ, ਇੱਕ ਉਹਨਾਂ ਦੀਆਂ ਵਾਰਾਂ ਨੇ, ਇੱਕ ਭਾਈ ਗੁਰਦਾਸ ਜੀ ਦੇ ਕਵਿਤ ਨੇ। ਤੋ ਉੱਥੇ ਗੁਰੂ ਸਾਹਿਬ ਜਾ ਕੇ ਰਹੇ। ਉਹਨਾਂ ਨੇ ਥਾਨ ਜਿਹੜਾ ਮਾਈ ਨੇ ਜੋ ਕੱਪੜੇ ਦਾ ਥਾਨ ਹੈ ਉਹ ਦਿੱਤਾ। ਉਹ ਬਹੁਤ ਵੱਡੀ ਉਮਰ ਦੀ ਮਾਤਾ ਹੋ ਕੇ ਉਹ ਜੋਤੀ ਜੋਤ ਉਹ ਚੜ੍ਹਾਈ ਕੀਤੇ ਨੇ, ਅਕਾਲ ਚਲਾਣਾ ਕੀਤੇ ਨੇ। ਤੋ ਗੁਰੂ ਸਾਹਿਬ ਉਹਨਾਂ ਕੋਲ ਜਾ ਕੇ ਵੀ ਉੱਥੇ ਠਹਿਰੇ ਨੇ ਤੇ ਉੱਥੇ ਗ੍ਰਿਫਤਾਰੀ ਦਿੱਤੀ ਹੈ। ਪਹਿਲਾਂ ਵੀ ਗਏ ਸਨ ਤੇ ਦੁਬਾਰਾ ਵੀ ਗ੍ਰਿਫਤਾਰੀ ਵੇਲੇ ਵੀ ਉਹਨਾਂ ਕੋਲ ਗਏ ਨੇ। ਉੱਥੇ ਜਾ ਕੇ ਤੇ ਗ੍ਰਿਫਤਾਰੀ ਹੋਈ ਹੈ। ਗੁਰੂ ਸਾਹਿਬ ਨੂੰ ਜਿਹੜਾ ਸੁੰਜੀ ਹਵੇਲੀ ਦੇ ਵਿੱਚ ਰੱਖਿਆ ਗਿਆ, ਗੁਰੂ ਸਾਹਿਬ ਨੂੰ ਕੋਤਵਾਲੀ ਵਿੱਚ ਪਿੰਜਰੇ ਵਿੱਚ ਰੱਖਿਆ ਗਿਆ। ਔਰ ਉਸ ਤੋਂ ਬਾਅਦ ਸਾਰੀ ਮਿੱਥਿਆ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਡਾਇਲਾਗ ਕੀਤੇ ਗਏ, ਉਹਨਾਂ ਨਾਲ ਵਾਰਤਾਲਾਪ ਕੀਤੀ ਗਈ। ਔਰ ਗੁਰੂ ਸਾਹਿਬ ਨੇ ਹਰ ਵਾਰ ਉਹਨਾਂ ਨੂੰ ਸਮਝਾਇਆ ਕਿ ਇਹ ਜੋ ਤੁਸੀਂ ਥਿਓਕ੍ਰੈਟਿਕ ਸਟੇਟ ਬਣਾ ਰਹੇ ਹੋ, ਸਾਰਾ ਜਿਹੜਾ ਦੇਸ਼ ਹੈ ਉਸ ਨੂੰ ਇੱਕੋ ਧਰਮ ਦੇ ਵਿੱਚ ਜ਼ਬਰਦਸਤੀ ਉਸ ਨੂੰ ਲਿਆਉਣ ਦੇ ਜਿਹੜੇ ਯਤਨ ਕਰ ਰਹੇ ਹੋ, ਇਹ ਤੁਹਾਡੇ ਸਫਲ ਨਹੀਂ ਹੋਣਗੇ। ਇਹ ਕੁਦਰਤ ਅੱਲਾ ਖੁਦਾ ਭਗਵਾਨ ਦੇ ਨਿਯਮਾਂ ਦੇ ਵਿਰੁੱਧ ਹੈ ਔਰ ਇਹ ਜਿਹੜੀ ਚੀਜ਼ ਹੈ ਪ੍ਰਵਾਨ ਨਹੀਂ ਹੈ। ਉਹਨਾਂ ਨੇ 3 ਸ਼ਰਤਾਂ ਰੱਖੀਆਂ ਕਿ ਜਾਂ ਤੁਸੀਂ ਮੁਸਲਮਾਨ ਹੋ ਜਾਓ, ਜਾਂ ਤੁਸੀਂ ਕਰਾਮਾਤ ਦਿਖਾਓ, ਤੇ ਜਾਂ ਫਿਰ ਤੁਹਾਨੂੰ ਮੌਤ ਜਿਹੜੀ ਹੈ ਉਹ ਉਹਦੇ ਵਿੱਚ ਜਾਣਾ ਪਏਗਾ। ਤੋ ਉਹਨਾਂ ਨੂੰ ਗੁਰੂ ਸਾਹਿਬ ਨੇ ਇਸ ਗੱਲ ਤੋਂ ਨਾ ਕਰ ਦਿੱਤੀ ਔਰ ਉਹਦੇ ਵਿੱਚ ਲਿਖਿਆ ਕਿ ਅਮਾ ਅਲ ਕਤਲ व ਅਮਾ ਅਲ ਇਸਲਾਮ, ਇਹ ਉਹਨਾਂ ਨੂੰ ਦੱਸਿਆ ਗਿਆ ਕਿ ਜਾਂ ਕਤਲ ਕੀਤਾ ਜਾਏਗਾ ਜਾਂ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ। ਗੁਰੂ ਸਾਹਿਬ ਨੇ ਕਿਹਾ ਵੀ ਇਹ ਤੁਹਾਡਾ ਦਾਅਵਾ ਠੀਕ ਨਹੀਂ ਹੈ ਕਿ ਟੋਟੈਲੀਟੇਰੀਅਨ ਨਿਰੰਕੁਸ਼ ਸਟੇਟ ਬਣਾ ਕੇ ਤੁਸੀਂ ਲੋਕਾਂ ਦੇ ਜਿਹੜੇ ਨੇ ਹੱਕ ਹਕੂਕ ਤੇ ਧਰਮ ਨੂੰ ਕਮਾਉਣ ਦਾ ਇਹ ਜੋ ਉਹਨਾਂ ਦਾ ਹੱਕ ਹੈ, ਤੁਸੀਂ ਉਸ ਦੇ ਉੱਤੇ ਇੱਕ ਆਪਣਾ ਉਸ ਨੂੰ ਉਲੰਘਣਾ ਉਹਦੀ ਕਰ ਰਹੇ ਹੋ। ਤਾਂ ਔਰੰਗਜ਼ੇਬ ਜਿਹੜਾ ਉਸਨੇ ਇਸ ਗੱਲ ਨੂੰ ਸੋਚਿਆ ਹੋਇਆ ਸੀ ਕਿ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਫਿਰ ਹੁਣ ਖਤਮ ਕਰਤਾ ਜਾਏ, ਕਿਉਂਕਿ ਸਾਰੀ ਜੋ ਗੱਲਬਾਤ ਹੈ, ਜੋ ਕੇਸ ਹੈ, ਉਹ ਉੱਥੇ ਪੁੱਜ ਗਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਹੀ ਜਿਹੜੀ ਹੈ ਉਹ ਦੇਣੀ ਸੀ। ਗੁਰੂ ਸਾਹਿਬ ਇਸ ਗੱਲ ਦੇ ਲਈ ਤਿਆਰ ਸਨ। ਤੋਂ ਸ਼ਹਾਦਤ ਹੋਈ। ਸ਼ਹਾਦਤ ਤੋਂ ਬਾਅਦ ਉਹਨਾਂ ਦਾ ਜੋ ਸੀਸ ਹੈ ਉਹ ਭਾਈ ਰੰਗਰੇਟਾ ਉੱਥੋਂ ਲੈ ਕੇ ਉਹ ਕੀਰਤਪੁਰ ਸਾਹਿਬ ਵੱਲ ਨੂੰ ਪੁੱਜੇ ਨੇ। ਭਾਈ ਜੈਤਾ ਜੀ ਉਹਨਾਂ ਦੇ ਪਿਤਾ ਜੋ ਹਨ ਆਗਿਆ ਰਾਮ, ਉਹਨਾਂ ਨਾਲ ਗੱਲਬਾਤ ਕੀਤੀ। ਤਾਂ ਪਿਤਾ ਦਾ ਸੀਸ ਉੱਥੇ ਰੱਖ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਉਹ ਕੀਰਤਪੁਰ ਸਾਹਿਬ ਪੁੱਜਦੇ ਨੇ। ਉਹਨਾਂ ਨਾਲ ਭਾਈ ਨਨੂਆ ਤੇ ਭਾਈ ਅੱਡਾ ਉਹਨਾਂ ਦੇ ਨਾਲ ਸਨ, ਉਹ ਉੱਥੇ ਪੁੱਜੇ ਨੇ। ਲੱਖੀ ਸ਼ਾਹ ਵੰਜ਼ਾਰਾ ਜੋ ਹੈ ਤੋ ਉਸਦਾ ਬੇਟਾ ਭਾਈ ਨਗਾਈਆ, ਭਾਈ ਉਦਾ, ਇਹ ਸਰਕਾਰੀ ਠੇਕੇਦਾਰ ਸਨ। ਤੋ ਇਹਨਾਂ ਨੇ ਆਪਣੇ ਗੱਡਿਆਂ ਦੇ ਨੂੰ ਅੱਗੇ ਕਰਕੇ ਗੁਰੂ ਸਾਹਿਬ ਦਾ ਧੜ ਜਿਹੜਾ ਉੱਥੋਂ ਲਿਜਾ ਕੇ
अजकल जिथे गुरुद्वारा रकाबगंज है अपने घर जिहड़ा उत्थे लिजा के तो ਉਹਦੇ ਸਮੇਤ ਸਾਰੇ ਸੰਸਕਾਰ ਕੀਤਾ और अज असीं उत्थे जाके नमस्कार करते हैं। तो भाई जैता जी रंगरेटा गुरु का बेटा गुरु गोबिंद सिंह जी ने उन्होंने खिताब दिता। आनंदपुर साहब विखे ही संस्कार किया गया सीस का और धड़ का संस्कार दिल्ली विखे किया गया। औरंगजेब कहते ने दिल्ली दे विच ही सी जदों वो आया, कोई कहते ने बाहरों आया, जदों आया तो वह बड़ा विरोध होया, बहुत उहदे ते हमले होए, बड़े लोग उहदे ते निराश होए और औरंगजेब जिहड़ा कहंदा उस तो बाद दक्षिण वाल चला गया, मुड़ के उत्थों वो वापस दिल्ली नहीं आ सकिया। तो ये जो शहादत हुई है गुरु साहब की महान शहादत, गुरु गोबिंद सिंह जी ने भी ये बारे लिखा, ठीक रखोर दिल्ली सिर प्रापुर किया प्यार, तेग बहादुर सीख रिया करी ना किन्हू आड़। ये बारे बीसरा ने भी जिक्र किया है, होरां ने भी, ग्रीक फोकलोर दे विच भी इसदा जिक्र आंदा है। और ये जो पंछी है फिनिक्स ਉਹਦੇ ਨਾਲ ਇਹਦੀ तुलना की गई है, ਇਹਦੇ प्रभाव ਨੂੰ ਸਮਝਣ ਦੇ ਲਈ एक तुलना की गई है। एक ऐसा पंछी है कनकूस पंछी, ਉਹਦਾ नाम है, ਜਿਹੜਾ सारी उम्र आकाश ਤੇ ਉੱਡਦਾ है, अंतिम समय धरती ਤੇ आके पतीले कणके इकट्ठे करके अंतिम गीत गाता है ਤੇ एक ज्वाला भड़कती है ਤੇ ਉਹ फिर सड़ जाता है। ਉਹਦੀ ਅੱਗ ਬੁਝਣ ਤੇ ਇੱਕ अंडा ਉੱਥੇ दिखाई ਦਿੰਦਾ है, उस अंडे ਦੇ ਵਿੱਚੋਂ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਪੰਛੀ फिर ਉੱਥੋਂ ਉਡਾਰੀ ਮਾਰਦਾ है, फिर वो आकाश ਤੇ ਪੁੱਜ ਜਾਂਦਾ है। तो इस तरह गुरु तेग बहादुर साहब की जो शहादत है वो फिर गुरु गोबिंद सिंह जी ने खालसे नूं साजिया। खालसे रूपी जो है वो न्यारा वो जो फिनिक्स पंछी है वो फिर आकाश उचाइयां ते पुज्या और वो चढ़ती कला दे नाल फिर संघर्ष दे विच जुड़ गया। तो कहंदे ने भी ये जो औरंगजेब दी सराणे दे हेठों एक पंधनामा निकलिया। वो पंधनामा जिहड़ा उहदे विच लिखिया सी, मैं बेसहारा आया हाँ ते बेसहारा जा रहा हाँ। इंग्लैंड दी जो लाइब्रेरी है ਉਹਦੇ ਵਿੱਚ ਵੀ ਕਹਿੰਦੇ ਇੱਕ ਉਸ ਦਾ ਇੱਕ ਪੰਧਨਾਮਾ ਉੱਥੇ ਪਿਆ ਹੋਇਆ, ਉਹਦੇ ਵਿੱਚ ਉਹਨੇ ਲਿਖਿਆ ਹੈ ਕਿ ਜੋ ਸਮਾਂ ਮੈਂ ਨਮਾਜ਼ ਤੇ ਦੁਆ ਵਿੱਚ ਗੁਜ਼ਾਰਿਆ ਉਸ ਤੋਂ ਇਲਾਵਾ ਬਾਕੀ ਸਾਰਾ ਸਮਾਂ ਮੇਰਾ ਵਿਅਰਥ ਗਿਆ। ਮੇਰਾ ਖੁਦਾ ਹਰ ਸਮੇਂ ਮੇਰੇ ਪਾਸ ਸੀ ਪਰ ਮੇਰੀਆਂ ਅੰਨੀਆਂ ਅੱਖਾਂ ਉਸ ਦਾ ਜਲਵਾ ਨਾ ਕਰ ਸਕੀਆਂ। ਕਹਿੰਦੇ ਨੇ ਔਰੰਗਜ਼ੇਬ ਜਿਹੜਾ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ, ਭਰਾਵਾਂ ਨੂੰ, ਬੱਚਿਆਂ ਨੂੰ ਔਰ ਕਿਸ ਤਰ੍ਹਾਂ ਮਾਰਿਆ ਰਾਜ ਕਾਇਮ ਕਰਨ ਲਈ, ਲੇਕਿਨ ਸਰੀਰ ਦੀ ਇੱਕ ਲਿਮਿਟ ਹੁੰਦੀ ਹੈ ਕਿੰਨੀ ਦੇਰ ਤੱਕ ਉਹ ਰਹਿ ਸਕਦਾ ਹੈ। ਅਖੀਰ ਦੇ ਵਿੱਚ ਉਸਨੇ ਇਸ ਜ਼ੁਲਮ ਦੇ ਕਰਕੇ ਉਹਨੂੰ ਪਛਤਾਵਾ ਹੋਇਆ ਔਰ ਪਛਤਾਵੇ ਦੇ ਕਰਕੇ ਔਰੰਗਜ਼ੇਬ ਜਿਹੜਾ ਉਹ ਆਪਣਾ ਅੰਤ ਕੀਤਾ ਔਰ ਮੁਗਲ ਰਾਜ ਦੀਆਂ ਜੜ੍ਹਾਂ ਵੀ ਜਿਹੜੀਆਂ ਨੇ ਉਹ ਖੇਡ ਗਿਆ। तो गुरु साहब की शहादत ਨੂੰ बहुत बहुत ਅਸੀਂ ਨਮਸਕਾਰ ਕਰਦੇ ਹਾਂ। ਕੁਝ ਸਮਾਂ ਉਹਨਾਂ ਦੀਆਂ ਜੋ ਸਿੱਖਿਆਵਾਂ ਨੇ ਉਹਦੇ ਬਾਰੇ ਕੁਝ ਚਰਚਾ ਕਰਕੇ ਫਿਰ ਸਮਾਪਤੀ ਕਰਾਂਗੇ। ਗੁਰੂ ਸਾਹਿਬ ਦੀ ਜੋ ਬਾਣੀ ਹੈ ਉਹਦੇ ਵਿੱਚ 57 ਸ਼ਲੋਕ ਤੇ 59 ਸ਼ਬਦ ਹਨ। 15 ਰਾਗਾਂ ਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਰਚੀ ਹੈ। ਤੋਂ ਕੱਲਾ ਗੁਰੂ ਸਾਹਿਬ ਨੇ ਜੈ ਜੈਵੰਤੀ ਰਾਗ ਵਿੱਚ 4 ਸ਼ਬਦ ਉਚਾਰੇ। ਗੁਰੂ ਸਾਹਿਬ ਜਦੋਂ ਵੀ ਜਾਂਦੇ ਸਨ ਪ੍ਰਚਾਰ ਦੌਰਿਆਂ ਉੱਤੇ ਉਹ ਇਹੀ ਸਿੱਖਿਆ ਦਿੰਦੇ ਸਨ, ਸੇਵਾ, ਸਿਮਰਨ ਔਰ ਗੁਰਬਾਣੀ ਦਾ ਪਾਠ ਔਰ ਇਮਾਨਦਾਰੀ ਦੀ ਕਿਰਤ ਕਮਾਈ ਕਰਨੀ, ਜੋ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੱਤੀ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਬਿਹੇਵੀਅਰਲ ਜੋ ਓਨੈਸਟੀ ਹੈ ਉਸ ਨੂੰ ਗੁਰੂ ਸਾਹਿਬ ਨੇ ਸਭ ਤੋਂ ਉੱਪਰ ਰੱਖਿਆ। ਦੇਖੋ ਤੁਸੀਂ ਧੀਰਮਲ ਔਰ ਗੁਰੂ ਘਰ ਦੇ ਜਿਹੜੇ ਸ਼ਰੀਕ ਨਾਲ ਨਾਲ ਚਲੇ ਆਏ ਸਨ ਔਰ ਮਸੰਦ ਧੀਰਮਲ ਦੇ ਨਾਲ ਜੋ ਹੋਰ ਉਸ ਦੇ ਜੁਟਦੇ ਸਨ ਉਹ ਲਗਾਤਾਰ ਚੱਲਦੇ ਆਏ ਔਰ ਗੁਰੂ ਕਾਲ ਤੋਂ ਬਾਅਦ ਵੀ ਉਹਨਾਂ ਦਾ ਕਬਜ਼ਾ ਰਿਹਾ ਔਰ ਅਖੀਰ ਤੇ ਫਿਰ ਪੰਥ ਨੇ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਹੈ ਉਹ ਚਲਾ ਕੇ ਜਿਹੜੇ ਨੇ ਪੰਥ ਨੇ ਫਿਰ ਉਹ ਗੁਰਦੁਆਰਿਆਂ ਦਾ ਕਬਜ਼ਾ ਲਿਆ। ਤਾਂ ਅਸੀਂ ਹਮੇਸ਼ਾ ਇਹ ਯਾਦ ਰੱਖੀਏ ਕਿ ਅਸੀਂ ਹਮੇਸ਼ਾ ਗੁਰੂ ਦੇ ਧੜੇ ਦੇ ਨਾਲ, ਗੁਰਬਾਣੀ ਦੇ ਨਾਲ, ਇਮਾਨਦਾਰੀ ਦੇ ਨਾਲ ਜੁੜ ਕੇ ਰਹਿਣਾ। ਔਰ ਧੀਰਮਲ, ਪ੍ਰਿਥੀ ਚੰਦ ਇਹ ਜੋ ਇੱਕ ਪ੍ਰਤੀਕ ਬਣ ਗਏ ਨੇ ਭ੍ਰਿਸ਼ਟਾਚਾਰ ਦੇ, ਇਹਦੇ ਨਾਲ ਕਦੀ ਵੀ ਅਸੀਂ ਸਾਥ ਸਾਨੂੰ ਨਹੀਂ ਦੇਣਾ ਚਾਹੀਦਾ ਔਰ ਇਹ ਗੁਰੂ ਘਰ ਦੀ ਬਖਸ਼ਿਸ਼ ਤਾਂ ਹੀ ਸਾਨੂੰ ਪ੍ਰਾਪਤ ਹੋਏਗੀ ਜੇ ਅਸੀਂ ਭਾਈ ਗੁਰਦਾਸ, ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਾ ਜੀ ਔਰ ਜਿਸ ਤਰ੍ਹਾਂ ਸੇਵਾ ਪੰਥੀ ਨੇ ਮੱਖਣ ਸ਼ਾਹ ਲੁਬਾਣਾ ਔਰ ਇਹਨਾਂ ਨੇ ਜੋ ਸੇਵਾ ਕੀਤੀ ਹੈ ਉਹਦੇ ਅਨੁਸਾਰ ਅਸੀਂ ਚੱਲ ਸਕੀਏ। ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ, ਉਹਨਾਂ ਦੇ ਵੱਖ-ਵੱਖ ਵਿਸ਼ਿਆਂ ਬਾਰੇ ਵਿਚਾਰ, ਬੜਾ ਲੰਬਾ ਸਮਾਂ ਇਹਦੇ ਲਈ ਸਾਨੂੰ ਚਾਹੀਦਾ ਹੈ, ਲੇਕਿਨ 2-3 ਗੱਲਾਂ ਉਸ ਬਾਰੇ ਕਰਕੇ ਫਿਰ ਸਮਾਂ ਜਿਹੜਾ ਆਪਣਾ ਸਮਾਪਤ ਹੋ ਜਾਣਾ ਹੈ। ਗੁਰੂ ਸਾਹਿਬ ਨੇ
ਜੋ ਮਾਨਵੀ ਵਿਕਾਸ ਦੀ ਗੱਲ, ਹਿਊਮਨ ਡਿਵੈਲਪਮੈਂਟ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਆਰੰਭੀ ਸੀ ਜਪਜੀ ਸਾਹਿਬ ਦੇ ਵਿੱਚ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾਨਕ ਭਗਤਾ ਸਦਾ ਵਿਕਾਸ, ਉਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਬਹੁਤ ਪ੍ਰਾਪਤ ਹੁੰਦੀ ਹੈ। ਔਰ ਗੁਰੂ ਸਾਹਿਬ ਦੀ ਬਾਣੀ ਦੇ ਕੁਝ ਪ੍ਰਤੀਨਿਧ ਸ਼ਬਦ ਤੇ ਸ਼ਲੋਕ ਜਿਹੜੇ ਨੇ ਕੇਵਲ ਉਹਨਾਂ ਦੀ ਗੱਲ ਕਰਕੇ ਅਸੀਂ ਸਮਾਪਤੀ ਕਰਾਂਗੇ। ਤੋ ਗੁਰੂ ਸਾਹਿਬ ਦਾ ਇੱਕ ਸ਼ਬਦ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਟੂਟੇ ਘਟ ਜਿਉ ਪਾਣੀ। ਤੋ ਚੇਤਨਾ ਜਿਹੜੀ ਹੈ ਇਹ ਕਿਰਿਆ ਵੀ ਹੈ, ਚੇਤਨਾ ਹੈ ਤੋ ਚੇਤ ਲੈ, ਤੇ ਚੇਤਨਾ ਇੱਕ ਨਾਉ ਵੀ ਹੈ। ਚੇਤਨਾ ਜਿਹੜੀ ਹੈ ਇਸ ਨੂੰ 3 ਕਿਸਮ ਦੀ ਚੇਤਨਾ, ਇਹਦੇ ਵਰਗੀਕਰਨ 2 ਕਿਸਮ ਦੇ ਅਸੀਂ ਕਰ ਸਕਦੇ ਹਾਂ। ਇੱਕ ਹੈ ਪੱਥਰ ਚੇਤਨਾ, ਜਿਹੜੇ ਚਟਾਨਾਂ ਨੇ, ਮਿੱਟੀ ਹੈ ਔਰ ਕੁਦਰਤ ਦੇ ਵਿੱਚ ਹੋਰ ਜਿੰਨੇ, ਉਹਦੇ ਵਿੱਚ ਪੱਥਰ ਚੇਤਨਾ ਹੈ। ਫਿਰ ਅਚੇਤ ਚੇਤਨਾ ਦੂਜੀ ਕਿਸਮ ਦੀ ਹੈ, ਪਸ਼ੂਆਂ ਵਿੱਚ, ਪੰਛੀਆਂ ਦੇ ਵਿੱਚ ਅਚੇਤ ਚੇਤਨਾ ਹੈ, ਜਿਨ੍ਹਾਂ ਨੂੰ ਬਹੁਤ ਦਿਮਾਗੀ ਤੌਰ ਤੇ ਕੰਮ ਕਰਨੀ, ਯੋਜਨਾ ਬਣਾਉਣੀ, ਬੋਲਣਾ, ਸੋਚਣਾ, ਇਹਦੇ ਬਾਰੇ ਉਹਨਾਂ ਦੇ ਕੋਲ ਅਚੇਤ ਰੂਪ ਹੈ, ਸੁਚੇਤ ਨਹੀਂ ਹੈ। ਮਨੁੱਖ ਵੀ ਅਚੇਤ ਰੂਪ ਹੋ ਜਾਂਦਾ ਜਦੋਂ ਨਸ਼ੇ ਕਰਦਾ ਹੈ, ਜਦੋਂ ਅਨਪੜ੍ਹਤਾ ਹੁੰਦੀ ਹੈ, ਜਦੋਂ ਬਹੁਤ ਜ਼ਿਆਦਾ ਗਫਲਤ ਹੋਵੇ, ਬਹੁਤ ਜ਼ਿਆਦਾ ਐਬ ਵਿਕਾਰ ਹੋਣ, ਉਦੋਂ ਮਨੁੱਖ ਵੀ ਅਚੇਤ ਚੇਤਨਾ ਦੇ ਵਿੱਚ ਵਿਚਰ ਰਿਹਾ ਹੁੰਦਾ। ਤੀਸਰਾ ਹੈ ਸੁਚੇਤ ਚੇਤਨਾ, ਜਿਹਦੇ ਲਈ ਸਕੂਲ, ਕਾਲਜ, ਯੂਨੀਵਰਸਿਟੀਆਂ ਬਣੀਆਂ ਹੋਈਆਂ, ਸਾਰੇ ਧਰਮ ਸਥਾਨ ਬਣੇ ਹੋਏ ਨੇ, ਮੰਦਿਰ, ਮਸਜਿਦ, ਗਿਰਜੇ ਘਰ ਬਣੇ ਨੇ, ਔਰ ਧਰਮਸ਼ਾਲਾਵਾਂ ਦੇ ਵਿੱਚ ਕਥਾ, ਕੀਰਤਨ, ਵੈਬੀਨਾਰ, ਸੈਮੀਨਾਰ ਹੁੰਦੇ ਨੇ। ਇਹ ਸਾਰੇ ਕੀ ਨੇ, ਸਾਡੀ ਚੇਤਨਾ ਨੂੰ ਸੁਚੇਤ ਕਰਨ ਦੇ ਲਈ, ਔਰ ਇਹਦੇ ਵਿੱਚ ਮਾਨਵ ਜਿਹੜਾ ਹੈ ਉਹਨੂੰ ਇਹ ਅਧਿਕਾਰ ਮਿਲਿਆ ਹੈ। ਤੋ ਚੇਤਨਾ ਦਾ ਵਿਅਕਤੀਗਤ ਤੇ ਸਮੂਹਕ ਸੰਗ੍ਰਹਿ ਜਿਹੜਾ ਸੱਭਿਅਤਾ, ਸੱਭਿਆਚਾਰ, ਟੈਕਨੋਲੋਜੀ, ਕਲਾ ਕੌਸ਼ਲ, ਇਹਦੇ ਨਾਲ ਇਹ ਪੀੜ੍ਹੀ ਦਰ ਪੀੜ੍ਹੀ ਵੱਧਦਾ ਜਾਂਦਾ ਹੈ। ਔਰ ਲੋਕ ਜਿਹੜੇ ਨੇ ਜਿੱਥੇ ਜ਼ਿਆਦਾ ਸੁਚੇਤ ਨੇ, ਜ਼ਿਆਦਾ ਚੇਤਨਤਾ ਵਾਲੇ ਲੋਕ ਨੇ, ਜ਼ਿਆਦਾ ਡਿਸਕਵਰੀਜ਼, ਜ਼ਿਆਦਾ ਖੋਜਾਂ ਹੋ ਰਹੀਆਂ ਨੇ, ਲੋਕਾਂ ਦਾ ਰੁਝਾਨ ਉਧਰ ਨੂੰ ਜਾਣਦਾ ਹੈ, ਤੇ ਉਹਨਾਂ ਦੁਆਰਾ ਬਣੀਆਂ ਹੋਈਆਂ ਚੀਜ਼ਾਂ ਹੀ ਲੋਕ ਜਿਹੜੇ ਨੇ ਉਹ ਪਸੰਦ ਕਰਦੇ ਨੇ। ਜਿਵੇਂ ਅਸੀਂ ਡਿਵੈਲਪਡ ਕੰਟਰੀਜ਼ ਦੀਆਂ ਵਸਤੂਆਂ ਜਿਹੜੀਆਂ ਨੇ ਉਹਨੂੰ ਜ਼ਿਆਦਾ ਵਰਤਦੇ ਆ। ਦੂਜੀ ਕਿਸਮ ਦੀ ਜਿਹੜੀ ਚੇਤਨਾ ਦੀ ਵੰਡ ਹੈ ਉਹ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨੇ ਕੀਤੀ ਹੈ। ਉਹ ਕਹਿੰਦੇ ਨੇ ਵੀ ਇਹਨੂੰ 3 ਹਿੱਸਿਆਂ 'ਚ ਵੰਡ ਸਕਦੇ ਹਾਂ। ਇੱਕ ਚੌੜਾਈ ਦੇ ਵਿੱਚ, ਵਿਡਥ ਵਿੱਚ, ਜਿਹਨੂੰ ਅਸੀਂ ਦਿਸ਼ਾ ਵੰਡ ਕਹਿੰਦੇ ਹਾਂ, ਦਿਸ਼ਾ ਵੰਡ, ਪੂਰਬ, ਪੱਛਮ, ਉੱਤਰ, ਦੱਖਣ, ਪੁਲਾੜੀ ਵੰਡ ਵੀ ਕਹਿ ਸਕਦੇ ਹਾਂ। ਲੰਬਾਈ ਦੀ ਵੰਡ ਹੈ ਜਿਹੜੀ ਕਾਲ ਵੰਡ ਹੈ, ਲੰਬਾਈ ਦੀ, ਜਿਹਦੇ ਵਿੱਚ ਕ੍ਰੋਨੋਲੋਜੀਕਲ ਜਿਹਨੂੰ ਅਸੀਂ ਕਹਿੰਦੇ ਹਾਂ ਡਿਸਟ੍ਰੀਬਿਊਸ਼ਨ, ਤੇ ਇੱਕ ਡੂੰਘਾਈ ਦੀ ਹੈ, ਵਸਤੂ ਪੂਰਕ, ਮੈਂ, ਤੂੰ, ਉਹ ਦਾ ਐਨਾਲਿਸਿਸ ਜਿਹੜਾ ਹੁੰਦਾ। ਇਹ ਚੇਤਨਾ ਇਹਨਾਂ ਤਿੰਨਾਂ ਦੇ ਅਨੁਸਾਰ ਚੱਲਦੀ ਹੈ। ਇਹਦੇ ਵਿੱਚ ਅਸੀਂ ਵਰਤਮਾਨ ਕਾਲ ਨੂੰ ਭੂਤਕਾਲ ਦੀਆਂ ਜਿਹੜੀਆਂ ਨੇ ਅਨੁਮਾਨ ਨੇ ਉਹਦੇ ਅਨੁਸਾਰ ਅਸੀਂ ਪ੍ਰਵਿਰਤ ਕਰਨ ਦੇ ਬਾਰੇ ਯਤਨ ਕਰਦੇ ਰਹਿੰਦੇ ਹਾਂ। ਵਰਤਮਾਨ ਜਿਹੜਾ ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਹੈ ਜਦੋਂ ਅਸੀਂ ਜਵਾਨੀ ਵਿੱਚ ਹੁੰਦੇ ਹਾਂ, ਤੇ ਜਵਾਨ ਜਿਹੜੇ ਨੇ, ਜਦੋਂ ਬਜ਼ੁਰਗ ਹੁੰਦੇ ਨੇ ਜਿਹੜੇ, ਉਹ ਕਹਿੰਦੇ ਨੇ ਜੀ ਜਿਹੜਾ ਭੂਤਕਾਲ ਹੈ ਉਹਦੇ ਵਿੱਚ ਬੜੀਆਂ ਸਿਆਣਪਾਂ ਲੁਕੀਆਂ ਹੋਈਆਂ ਨੇ। ਭੂਤਕਾਲ ਪੁਰਾਣਾ ਵੇਲਾ ਬਹੁਤ ਵਧੀਆ ਸੀ, ਬੜੇ ਲੋਕ ਚੰਗੇ ਹੁੰਦੇ ਸੀ ਉਦੋਂ, ਬੜਾ ਚੰਗਾ ਸਮਾਂ ਸੀ, ਕੋਈ ਮਿਲਾਵਟ ਨਹੀਂ ਹੁੰਦੀ ਸੀ ਉਦੋਂ, ਤੇ ਭਵਿੱਖ ਦਾ ਗਿਆਨ ਕਦੇ ਸਾਨੂੰ ਉਤਸ਼ਾਹਿਤ ਕਰਦਾ ਰਹਿੰਦਾ ਹੈ, ਕਦੇ ਸਾਨੂੰ ਢਹਿੰਦੀ ਦੀ ਕਲਾ ਵੱਲ ਲੈ ਜਾਂਦਾ। ਤਾਂ ਵਰਤਮਾਨ ਇੱਕ ਪੈਂਡੂਲੂਮ ਹੈ ਜਿਹੜਾ ਭਵਿੱਖ ਤੇ ਭੂਤਕਾਲ ਦੇ ਵਿਚਕਾਰ ਚੱਲਦਾ ਹੈ। ਤੋ ਜਿਹੜਾ ਮਾਨਵ ਹੈ, ਮਨੁੱਖ ਹੈ ਜਿਹੜਾ, ਉਹਦਾ ਮਨ ਜਿਹੜਾ ਹੈ ਤੇ ਚੇਤਨਾ ਜਿਹੜੇ ਨੇ, ਇਹਦੇ 2 ਪ੍ਰਮੁੱਖ ਉਹਦੇ ਚਿਹਨ ਬਣ ਕੇ ਉੱਭਰਦੇ ਨੇ, ਮਨੁੱਖ ਦਾ ਮਨ ਤੇ ਚੇਤਨਾ। ਤੋ ਪੈਂਡੂਲੂਮ ਘੁੰਮਦਾ ਰਹਿੰਦਾ, ਖੱਬੇ ਸੱਜੇ, ਖੱਬੇ ਸੱਜੇ, ਇਹਨੂੰ ਕਹਿੰਦੇ ਨੇ ਅਸਥਿਰਤਾ, ਅਸਥਿਰਤਾ। ਤੋ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਇਹਨੂੰ ਸਥਿਰ ਕਰਨ ਦੀ ਜਿਹੜੀ ਹੈ ਉਹ ਲੋੜ ਹੈ। ਗੁਰੂ ਸਾਹਿਬ ਦੀ ਬਾਣੀ ਤੋਂ ਇੱਕ ਹੋਰ ਸੰਕਲਪ ਜਿਹੜਾ ਹੈ ਉਹ ਅਮਰਤਾ ਦਾ ਨਿਕਲਦਾ ਹੈ, ਇਮੋਰਟੈਲਿਟੀ। ਪੁਰਾਣੇ ਵੇਲੇ ਸਾਡੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਵੀ ਸਮੁੰਦਰ ਨੂੰ ਰਿੜਕਿਆ, ਉਹਦੇ ਚੋਂ 14 ਰਤਨ ਨਿਕਲੇ, ਅੰਮ੍ਰਿਤ ਵੀ ਸੀ, ਉਹਦੇ ਚ ਵਿਸ਼ ਵੀ ਸੀ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਆਪਾਂ ਪੜ੍ਹਦੇ ਹਾਂ ਆਨੰਦ ਸਾਹਿਬ ਦੇ ਵਿੱਚ। ਆਬੇ ਹਯਾਤ ਇਸਲਾਮ ਦੇ ਵਿੱਚ ਮਿਲਦਾ ਹੈ। ਤੋ ਨੈਕਟਾਰ ਦਾ ਸੰਕਲਪ ਕ੍ਰਿਸਚੈਨਿਟੀ ਦੇ ਵਿੱਚ ਹੁੰਦਾ ਹੈ। ਤੋ ਇਹ ਸਾਰੀਆਂ ਚੀਜ਼ਾਂ ਮਨੁੱਖ ਨੂੰ ਅਮਰ ਹੋਣ ਲਈ ਉਹਦੇ ਦਿਮਾਗ ਦੇ ਵਿੱਚ ਆਈਆਂ। ਤੋ ਲਿਟਰੇਚਰ ਦੇ ਵਿੱਚ ਜੈਲੀ ਫਿਸ਼ ਦਾ ਇੱਕ ਜ਼ਿਕਰ ਆਉਂਦਾ ਹੈ, ਲਿਟਰੇਚਰ ਤੁਸੀਂ ਦੇਖ ਸਕਦੇ ਹੋ, ਜਿਹੜੀ ਕਿ ਆਪਣੇ ਆਪ ਨੂੰ ਟ੍ਰਾਂਸ ਡਿਫਰੈਂਸੀਏਸ਼ਨ ਕਰਕੇ ਤੋਂ ਦੁਬਾਰਾ ਫੇਰ ਜਵਾਨ ਹੋਣ ਦਾ ਉਹਦੇ ਵਿੱਚ ਗੁਣ ਜਿਹੜਾ ਉਹ ਪਾਇਆ ਜਾਂਦਾ ਹੈ।
तो अमरीका दे ओहियो स्टेट दे विच एक फाउंटेन ऑफ इटरनल लाइफ फुहारा बनया होया जिहड़ा कि मनुख दे अमर होण दी गल है जिहड़ी उस नूं दर्शा रहा। गुरबाणी और गुरु तेग बहादुर साहब जी दी सिक्ख्यावां ये दसदियां ने कि साडा शरीर है जिहड़ा साडे जो पदार्थ हन ये सदा रहण वाले नहीं हन। किहड़ी चीज़ अमर रहण वाली है? उन्हां दे श्लोकां विच असीं पढ़दे हां कि नाम रहयो साधु रहयो रहयो गुरु गोबिंद कहो नानक इन जगत में किन जपियो गुरमंत। उन्हां दीयां सिक्ख्यावां बाणी दे अनुसार ही ये दस रहीआं ने कि असीं किस पक्ष तो असीं अमर हो सकते हैं। तो मानवी विकास की जिहड़ी प्रक्रिया है उन्होंने दस्सिया भी ये एक कमाई है, अभ्यास है, ये लगातार चलण वाली चीज़ है। ये कोई स्टैटिक गल नहीं है कि मेरा विकास हो गया तो हुण गल खत्म हो गई है। ये तो लगातार चलण वाली गल है। जिवें श्वास श्वास असीं जिउंदे रहने आ, जे साह रुक जाण ते मनुख जिउंदा नहीं रह सकदा। जिवें खड़ी हुई मशीन जिहड़ी है कोई चीज़ बना नहीं सकती और चलदी दा ना ही गड्डी है। इस तरह ये जिहड़ा मनुख है ये लगातार चलेगा। इस करके निता प्रति सिमरन, निता प्रति किरत, निता प्रति संगत विच जाना, ये सानू इहदी सिक्ख्या दित्ती गई है। इहदे दो पक्ष हैगे ने, एक माइक्रो लैवल दा, एक मैक्रो लैवल दा। माइक्रो लैवल दे उत्ते ये है कि सारे व्यक्तियां ने अपना विकास करना है, अपने अंदर दी दा जिहड़ा आत्मा है, अपना जी है, उस नूं विकसित करना है। ते उहदे उत्ते लगातार काम क्रोध लोभ मोह हंकार दा प्रभाव पैंदा रहिंदा है ते उहदे तो बच के रहना है। ते संगत दे विच तां बड़े व्यक्ति हुंदे ने, सारे व्यक्तियां दा भी विकास करना जिहड़ा वो जरूरी है। समूहक पक्ष तो भी विकास जिहड़ा होना वो बड़ा जरूरी है। तो ये गुरु साहब ने दस्सिया भी संगत दे विच जाना इसलिए जरूरी है भी साडा कल्लियां कल्लियां दा भी लगातार विकास हुंदा रहे ते सारी संगत दे विच भी सारी संगत दा विकास भी होवे ते एक दूजे दे कोलों असीं प्रेरणा जिहड़ी है वो लै सकीए। तो जीवन दे विच उन्हां ने जो सानू मुख होर सिक्ख्यावां दित्तियां ने, बस 2-4 मिनट विच उन्हां दा मैं इशारे मात्र जिक्र करांगा, फिर आपां समाप्ति करदे हां। गुरु साहब ने जीवन प्रति पहुंच है जिहड़ी, जिस तरह गुरु नानक देव जी ने जपजी साहब भी दस्सिया सी, सत सुहान सदा मन चाओ, और उन्होंने दस्सिया सी कि केत्या दुख भूख सद मार ये भी दात तेरी दाता। तो गुरु साहब ने जिस तरह औरंगजेब ते शासकों वालों जिस तरह जुल्म किए जा रहे सन ते जनता जिहड़ी है कुरला रही सी बहुत ज़्यादा, वो सारे नूं देखते हुए गुरु साहब ने जो एक कारण दस्सिया ते उसका हल जिहड़ा कढिया। ये परंपरा बाणी दे विच हमेशा रही है। किव सचियारा होई है, किव कूड़ा टुटे पाल, फिर हुक्म रजाई चलना नानक लिखिया नाल। इसी तरह गुरु साहब पहले प्रश्न उसका समस्या दस के कारण दस के फिर उसका हल दसते ने कि बल छुट के वो बंधन परे कछू ना हो तो पाए, कि बल हीन होने दे नाल ही सारे बंधन साडे पए हुए ने। कहो नानका बोट हर गज जो हो सहाय। तो ये जिस तरह हाथी उसने उसका छुटकारा होया सीगा, उस तरह ही साडा छुटकारा जिहड़ा है वो तां ही हो सकदा जे अकाल पुरख किरपा करन। ते हल उन्होंने दस्सिया कि बल होआ बंधन छुटै सब किछ होत उपाय। जदों बल नूं असीं धारण करांगे तो तां ही ये साडा छुटकारा हो सकदा है। ये हुण बल है जिहड़ा ਇਹਦਾ भी दो पक्ष ने, सरीरक बल ते नैतिक ते मानसिक आत्मक बल। गुरु नानक देव जी रबाब नाल लैके गए सन, तो गुरु अर्जन देव जी तक बाणी का युग सी। गुरु हरगोबिंद साहब जी ने मीरी पीरी दी तलवारां पहनिया और गुरु हरराय साहब ने 2200 सवार अपने नाल रखे, 4 जंगा भी लड़िया गुरु हरगोबिंद साहब ने। लेकिन गुरु हरकृष्ण साहब ने अपना नैतिक ते आत्मक बल वरत्या। गुरु तेग बहादुर साहब ने लड़ाइयां भी लड़ियां पर नाल नाल नैतिक ते आत्मक बल वरत्या। ये दोनों बल धारण करने लई सानू प्रेरणा दी है और इसनूं सेंट सोल्जर कहा गया, संत सिपाही कहा गया, मीरी पीरी कहा गया है। और इस दा बल जिहड़ा है इसदा कोई मुकाबला नहीं कर सकता। और इसे करके असीं देखते हैं कि दुनिया भर दे विच जो है तुहाडे पंजाब दे जो जवान हैं, सिख हैं, जिथे भी जाते हैं इन्हां दे विच बहादरी भी है ते ईमानदारी भी है। जदों असीं इहनूं छड्डांगे तां असीं नीवें पासे नूं चले जावांगे। तो ये तन मन बुद्धि सुरती
ਇਹ ਗੁਰੂ ਸਾਹਿਬ ਜੀ ਨੇ ਇਹਨਾਂ ਸਾਰਿਆਂ ਦੇ ਵਿਕਾਸ ਦੇ ਵਾਸਤੇ ਉਹਨਾਂ ਨੇ ਦੱਸਿਆ। ਔਰ ਸਾਨੂੰ ਤਨ ਔਰ ਜਿਹੜਾ ਧਨ ਹੈ ਉਸ ਨੂੰ ਮਿੱਥਿਆ ਜਾਣਨ ਦੀ ਗੱਲ ਕੀਤੀ ਹੈ। ਔਰ ਜਦੋਂ ਨਾਮ ਸਿਮਰਨ ਦੀ ਗੱਲ ਆਉਂਦੀ ਹੈ ਨਾਲ ਨਾਲ ਵੈਰਾਗ ਤੇ ਨਿਰਲੇਪਤਾ ਦੀ ਗੱਲ ਗੁਰੂ ਸਾਹਿਬ ਨੇ ਸਮਝਾਈ ਹੈ। ਲੇਕਿਨ ਵੈਰਾਗ ਤੇ ਨਿਰਲੇਪਤਾ ਉਹ ਨਹੀਂ ਹੈ ਜਿਹੜੀ ਜੰਗਲਾਂ ਵਿੱਚ ਚਲੇ ਜਾਣ ਵਾਲੀ ਹੈ। ਕੁਝ ਲੋਕਾਂ ਨੂੰ ਭੁਲੇਖਾ ਲੱਗ ਜਾਂਦਾ ਹੈ ਕਿ ਸ਼ਾਇਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਵੈਰਾਗਮਈ ਹੈ ਤੇ ਦੁਨੀਆ ਛੱਡਣੀ ਪਏਗੀ ਸਾਨੂੰ। ਲੇਕਿਨ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਜੰਗਲ ਜਾਣ ਤੋਂ ਉਸੇ ਤਰ੍ਹਾਂ ਵਰਜਿਆ ਜਿਸ ਤਰ੍ਹਾਂ ਭਗਤ ਕਬੀਰ ਜੀ, ਬਾਬਾ ਫਰੀਦ ਜੀ, ਗੁਰੂ ਨਾਨਕ ਦੇਵ ਜੀ, ਉਹਨਾਂ ਸਾਰਿਆਂ ਨੇ ਵਰਜਿਆ। ਗੁਰੂ ਸਾਹਿਬ ਦਾ ਦੇਖੋ ਬੜਾ ਪ੍ਰਸਿੱਧ ਸ਼ਬਦ ਹੈ ਜਿਹੜਾ ਅਸੀਂ ਪੜ੍ਹਦੇ ਹਾਂ ਲੇਕਿਨ ਸਮਾਂ ਨਹੀਂ ਦਿੰਦੇ ਉਸ ਨੂੰ ਵਿਚਾਰਨ ਲਈ। ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ। ਤੁਸੀਂ ਸਾਰਾ ਸ਼ਬਦ ਜਾਣਦੇ ਹੋ, ਮੈਂ ਸਾਰਾ ਸ਼ਬਦ ਨਹੀਂ ਪੜਾਂਗਾ। ਉਹਦੇ ਚੋਂ ਦੋ ਚਿਹਨ ਨੇ, ਦੋ ਚਿਹਨ, ਉਹਨਾਂ ਦਾ ਤੁਸੀਂ ਧਿਆਨ ਰੱਖੋ, ਉਹਨੂੰ ਹਮੇਸ਼ਾ ਰਿਪੀਟ ਕਰਦੇ ਰਹੋ। ਸਰਬ ਨਿਵਾਸੀ ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ, ਸਰਬ ਨਿਵਾਸੀ ਸਦਾ ਅਲੇਪਾ। ਸਰਬ ਨਿਵਾਸੀ ਦਾ ਮਤਲਬ ਹੈ ਅਕਾਲ ਪੁਰਖ ਸਾਰੇ ਸੰਸਾਰ ਵਿੱਚ ਵਸਦਾ ਰਸਦਾ ਹੈ। ਐਸੇ ਤਰ੍ਹਾਂ ਅਸੀਂ ਸੰਸਾਰ ਵਿੱਚ ਵਸਣਾ ਰਸਣਾ ਹੈ। ਸਦਾ ਅਲੇਪਾ, ਜਿਵੇਂ ਉਹ ਨਿਰਲੇਪ ਰਹਿੰਦਾ ਹੈ ਉਸ ਤਰ੍ਹਾਂ ਅਸੀਂ ਨਿਰਲੇਪ ਰਹਿਣਾ ਹੈ। ਦੇਖੋ ਅਕਾਲ ਪੁਰਖ ਕਿਵੇਂ ਨਿਰਲੇਪ ਹੈ। ਅਸੀਂ ਤੇ ਇੱਕ ਪੱਖਾ ਲਵਾ ਦਈਏ, ਉਹਦੇ ਤਿੰਨੇ ਪਰਾਂ ਦੇ ਉੱਤੇ ਆਪਣੇ ਨਾਂ ਲਿਖਵਾ ਦਿੰਦੇ ਆ। ਇੱਕ ਪੱਥਰ ਲਗਵਾ ਦਈਏ ਤੇ ਕਹਿੰਦੇ ਆ ਵੀ ਸਾਰਾ ਪੱਥਰ ਭਰਦੇ ਇਹਦੇ ਉੱਤੇ, ਮੇਰਾ ਨਾਂ ਲਿਖਦੇ, ਪਿਤਾ ਦਾ ਨਾਂ ਲਿਖਦੇ, ਦਾਦੇ ਦਾ ਨਾਂ ਲਿਖਦੇ, ਪਿੰਡ ਦਾ ਨਾਂ ਲਿਖਦੇ। ਲੇਕਿਨ ਅਕਾਲ ਪੁਰਖ ਨੇ ਕਿਸੇ ਸੇਬ ਦੇ ਉੱਤੇ ਆਪਣੀ ਮੋਹਰ ਨਹੀਂ ਲਾਈ, ਕਿਸੇ ਸੰਤਰੇ ਉੱਤੇ ਮੋਹਰ ਨਹੀਂ ਲਾਈ, ਕਿਸੇ ਮਨੁੱਖ ਦੇ ਸਰੀਰ ਉੱਤੇ ਉਹਨਾਂ ਨੇ ਨਹੀਂ ਲਿਖਿਆ ਵੀ ਇਹ ਕਿਹੜੇ ਬ੍ਰਾਂਡ ਦਾ ਬੰਦਾ ਹੈ, ਇਹ ਕਿਹੜੇ ਰੰਗ ਦਾ ਬੰਦਾ ਹੈ। ਇਹ ਅਕਾਲ ਪੁਰਖ ਨਿਰਲੇਪ ਉਹ ਵਰਤ ਰਿਹਾ ਹੈ। ਤੋ ਅਸੀਂ ਵੀ ਉਸੇ ਤਰ੍ਹਾਂ ਵਰਤਣਾ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤੋ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਖਚ ਸੰਗੀ ਨਹੀਂ ਨਾਨਕ ਸਾਚੀ ਮਾਨ। ਸ਼ਹਾਦਤ ਤਾਂ ਹੀ ਦਿੱਤੀ ਜਾ ਸਕਦੀ ਹੈ। ਅਸੀਂ ਸ਼ਹਾਦਤ ਕਿਹੜੀ ਦੇ ਸਕਦੇ ਹਾਂ? ਅਸੀਂ ਸ਼ਹਾਦਤ ਦੇ ਸਕਦੇ ਹਾਂ ਕਿਸੇ ਗਰੀਬ ਦੀ ਫੀਸ ਦੇ ਦਈਏ, ਉਹਨੂੰ ਕਿਤਾਬਾਂ ਲੈ ਕੇ ਦੇ ਦਈਏ, ਕਿਸੇ ਨੂੰ ਕੰਮ ਕਰਨ ਦੇ ਯੋਗ ਬਣਾ ਦਈਏ, ਕਿਸੇ ਨੂੰ ਸਿਲਾਈ ਮਸ਼ੀਨ ਲੈ ਦਈਏ, ਕਿਸੇ ਨੂੰ ਰੇਹੜੀ ਲੈ ਕੇ ਦੇ ਦਈਏ ਜਿਹਦੇ ਉੱਤੇ ਉਹ ਮੂੰਗਫਲੀ, ਸਬਜ਼ੀ ਜਾਂ ਕੇਲੇ ਰੱਖ ਕੇ ਵੇਚ ਸਕੇ, ਕਿਸੇ ਨੂੰ ਫੜੀ ਬਣਾ ਕੇ ਦੇ ਦਈਏ। ਇਹ ਵੀ ਤੇ ਤਿਆਗ ਹੀ ਹੈ। ਆਪਣੇ ਹਉਮੈ ਜਿਹੜੀ ਉਹਨੂੰ ਛੱਡ ਦਈਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡ ਦਈਏ, ਨਿੰਦਾ ਚੁਗਲੀ ਛੱਡ ਦਈਏ। ਇਹ ਵੀ ਬੜਾ ਵੱਡਾ ਤਿਆਗ ਹੈ। ਤੋ ਇਹ ਵੀ ਤਿਆਗ ਅਸੀਂ ਜੇ ਕਰ ਸਕੀਏ ਤਾਂ ਗੁਰੂ ਸਾਹਿਬ ਨੇ ਨਿਰਭੈਤਾ ਤੇ ਨਿਰਵੈਰਤਾ ਵੀ ਇਹਦੇ ਨਾਲ ਨਾਲ ਸਿਖਾਈ ਹੈ। ਔਰ ਉਹਨਾਂ ਨੇ ਸ਼ਲੋਕਾਂ ਵਿੱਚ ਲਿਖਿਆ ਹੈ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਇੱਕ ਬੜੀ ਜ਼ਰੂਰੀ ਗੱਲ ਮੈਂ ਅੰਤ ਦੇ ਵਿੱਚ ਕਰਨੀ ਚਾਹਾਂਗਾ ਕਿ ਗੁਰੂ ਸਾਹਿਬ ਨੇ ਇੱਕ ਲਿਖਿਆ ਕਿ ਜਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ। ਅਸੀਂ ਪੜ੍ਹਦੇ ਹਾਂ ਨਾ ਕਿ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਤ ਆਵੈ ਧਾਏ। ਅਸੀਂ ਦੂਖ ਨਿਵਾਰਨ ਗੁਰਦੁਆਰੇ ਵੀ ਜਾਂਦੇ ਹਾਂ, ਪਟਿਆਲੇ ਵੀ ਜਾਂਦੇ ਹਾਂ, ਲੁਧਿਆਣੇ ਵੀ ਹੈ ਗੁਰਦੁਆਰਾ ਸਾਹਿਬ, ਔਰ ਦਿੱਲੀ ਸੀਸਗੰਜ ਵੀ ਜਾਂਦੇ ਹਾਂ। ਤੇ ਅਸੀਂ ਕਹਿੰਦੇ ਆ ਵੀ ਗੁਰੂ ਸਾਹਿਬ ਸਾਨੂੰ 9 ਨਿਧਾਂ ਦੇਣਗੇ, 9 ਨਿਧਾਂ 18 ਸਿੱਧਾ ਉਹ ਦਿੰਦੇ ਵੀ ਨੇ। ਲੇਕਿਨ ਉਹਨਾਂ ਨੇ ਇੱਕ ਸਾਨੂੰ ਫਾਰਮੂਲਾ ਦੱਸਿਆ ਜਿਹੜਾ ਕਿ ਜਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤਹਿ ਨਰ ਮਾਤੈ ਭਾਗ। ਇਹਦਾ ਵਿਪਰੀਤ ਅਨੁਪਾਤਕ ਸੰਬੰਧ ਹੈ, ਇਨਡਾਇਰੈਕਟ ਪ੍ਰੋਪੋਰਸ਼ਨਲ ਰਿਲੇਸ਼ਨਸ਼ਿਪ ਹੈ ਕਿ ਜਿੰਨੀ ਜਿੰਨੀ ਵਿਖਿਆ ਅਸੀਂ ਛੱਡੀ ਜਾਵਾਂਗੇ ਉਹਨੇ ਭਾਗ ਸਾਡੇ ਜਾਗੀ ਜਾਣਗੇ। ਤੋ ਉਹਨੇ ਭਾਗ ਸਾਡੇ ਜਾਗਣਗੇ। ਜੇ ਅਸੀਂ 10% ਵਿਖਿਆ ਛੱਡੀ ਹੈ ਸਾਡੇ ਉਹਨੇ ਭਾਗ ਜਾਗ ਜਾਣਗੇ। ਜਿਨ੍ਹਾਂ ਦੇ ਭਾਗ ਜਾਗੇ ਹੋਏ ਨੇ ਉਹ ਸਮਝੋ ਵੀ ਉਹਨਾਂ ਨੇ ਕਾਫੀ ਵਿਖਿਆ ਛੱਡੀ ਹੋਈ ਹੈ, ਜਿਨ੍ਹਾਂ ਨੂੰ ਆਨੰਦ ਆ ਰਿਹਾ ਹੈ, ਜਿਨ੍ਹਾਂ ਦੇ ਘਰਾਂ ਦੇ ਵਿੱਚ ਇਤਫਾਕ ਹੈ, ਪਿਆਰ ਹੈ, ਆਪਸੀ ਸਹਿਯੋਗ ਹੈ, ਜਿਨ੍ਹਾਂ ਨੂੰ ਸਾਰੇ ਪਿਆਰ ਕਰਦੇ ਨੇ, ਜਿਨ੍ਹਾਂ ਦੇ ਸਾਰੇ ਕੰਮ ਲਗਾਤਾਰ ਹੁੰਦੇ ਰਹਿੰਦੇ ਨੇ, ਜਿਨ੍ਹਾਂ ਦੇ ਬੱਚੇ ਆਗਿਆਕਾਰੀ ਨੇ, ਉਹ ਤੁਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰੋ ਕਿ ਤੁਹਾਡੀ ਵਿਖਿਆ ਤੁਸੀਂ ਕਾਫੀ ਛੱਡੀ ਹੋਈ ਹੈ। ਹੁਣ ਅੱਗੋਂ ਹੋਰ ਨਾਮਦਾਨ ਵਾਹਿਗੁਰੂ ਦੇਵੇ, ਇਹਦੇ ਲਈ ਆਪਾਂ ਅਰਦਾਸ ਕਰੀਏ। ਤੋ ਜੈ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ ਤਹਿ ਨਰ ਮਾਥੇ ਭਾਗ। ਅੰਤ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹ ਜੀਵਨ ਦੇ ਵਿੱਚ ਜੋ ਮਨ ਦਾ ਪੈਂਡੂਲਮ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਸਥਿਰਤਾ ਦੇ ਵਿੱਚ ਲਿਆਣਾ ਹੈ। ਤਾਂ ਉਹਨਾਂ ਦਾ ਬੜਾ ਹੀ ਸ਼ਾਨਦਾਰ ਸ਼ਬਦ ਹੈ। ਇੱਕ ਸ਼ਬਦ ਹੋਰ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ। ਤੁਸੀਂ ਕਾਫੀ ਪੜ੍ਹਦੇ ਰਹਿੰਦੇ ਹੋ, ਇਹਦੀ ਵਿਆਖਿਆ ਮੈਂ ਨਹੀਂ ਕਰਦਾ। ਇਹਦੇ ਵਿੱਚ ਇੱਕੋ ਲਾਈਨ ਹੈ ਕਿ ਗੁਰ ਕਿਰਪਾ ਜਹ ਨਰ ਕੋ ਕੀਨੀ ਤੈ ਇਹ ਜੁਗਤ ਪਛਾਣੀ।
ਗੁਰੂ ਸਾਹਿਬ ਨੇ ਸਾਨੂੰ ਜੁਗਤ ਦਿੱਤੀ ਹੈ, ਬਿੱਦ ਦਿੱਤੀ ਹੈ। ਇਹੋ ਹੀ ਗੱਲ ਦੂਜੇ ਸ਼ਬਦ ਦੇ ਵਿੱਚ ਹੈ, ਮਾਈ ਮੈਂ ਧਨ ਪਾਇਓ ਹਰ ਨਾਮ। ਅਸੀਂ ਕਹਿੰਦੇ ਆ ਨਾ ਜੀ, ਧੰਨ ਧੰਨ ਗੁਰੂ ਨਾਨਕ ਦੇਵ ਜੀ, ਧੰਨ ਧੰਨ ਗੁਰੂ ਅੰਗਦ ਦੇਵ ਜੀ, ਧੰਨ ਧੰਨ ਗੁਰੂ ਅਮਰਦਾਸ ਜੀ। ਫਿਰ ਅੱਗੇ ਆ ਕੇ ਮਹਾਂਪੁਰਖਾਂ ਨੂੰ ਵੀ ਕਹਿੰਦੇ ਆ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਭਾਈ ਮਨੀ ਸਿੰਘ ਜੀ। ਧੰਨ ਦਾ ਕੀ ਮਤਲਬ ਹੁੰਦਾ ਹੈ ਕਿ ਉਹ ਸਾਡੀ ਵੈਲਥ ਨੇ, ਸਾਡਾ ਧਨ ਨੇ। ਇਹ ਧਨ ਜਿਹੜੇ ਨੇ, ਇਹਨਾਂ ਨੇ ਸਾਨੂੰ ਬਿੱਦ ਦੱਸੀ ਹੈ ਨਾਮ ਦੀ, ਸੇਵਾ ਦੀ, ਸਿਮਰਨ ਦੀ ਔਰ ਅੱਗੇ ਵਧਣ ਦੀ। ਗੁਰੂ ਸਾਹਿਬ ਕਹਿੰਦੇ ਨੇ ਮੈਂ ਧਨ ਪਾਇਓ ਹਰ ਨਾਮ, ਕਿ ਹਰੀ ਨਾਮ ਦੀ ਵੈਲਥ, ਗੋਡਸ ਵਰਚੂਸ ਜਿਹੜੀਆਂ ਨੇ ਉਹ ਮੈਂ ਪ੍ਰਾਪਤ ਕੀਤੀਆਂ ਨੇ। ਔਰ ਅਖੀਰ ਦੇ ਵਿੱਚ ਜੋ ਸ਼ਬਦ ਦਾ ਅੰਤ ਹੈ, ਮਨ ਮੇਰੋ ਧਾਵਨ ਤੇ ਛੁਟਿਓ ਕਰ ਬੈਠੋ ਵਿਸਰਾਮ, ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨਾ ਸਕੈ ਗਹੀ ਭਗਤ ਭਗਵਾਨ। ਅਖੀਰ ਤੇ ਲਿਖਦੇ ਨੇ ਕਿ ਜਾਂ ਕੋ ਹੋਤ ਦਇਆਲ ਕਿਰਪਾ ਨਿਤ, ਸੋ ਗੋਬਿੰਦ ਗੁਣ ਗਾਵੈ, ਕਹੋ ਨਾਨਕ ਇਹ ਬਿੱਦ ਕੀ ਸੰਪੈ, ਕਹੂ ਗੁਰਮੁਖ ਪਾਵੈ। ਕਹੋ ਨਾਨਕ ਇਹ ਬਿੱਦ ਕੀ ਸੰਪੈ। ਸੰਪੈ ਹੁੰਦੀ ਸੰਪਤੀ, ਇਸ ਬਿੱਦ ਦੀ ਸੰਪਤੀ। ਅੱਜ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਜਿਹੜੇ ਨੇ ਉਹ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਗਿਣੇ ਗਏ ਨੇ। ਬਹੁਤ ਸਾਰੇ ਮੁਲਕਾਂ ਦੇ ਕੋਲ ਰਾ ਮਟੀਰੀਅਲ ਹੈ, ਧਾਤਾਂ ਨੇ, ਤੇਲ ਹੈ, ਲੇਕਿਨ ਪ੍ਰਾਪਰਟੀ, ਇੰਟੈਲੈਕਚੁਅਲ ਪ੍ਰਾਪਰਟੀ ਕਿਹਦੇ ਕੋਲ ਹੈ? ਡਿਵੈਲਪਡ ਮੁਲਕਾਂ ਦੇ ਕੋਲ ਹੈ। ਅਸੀਂ ਕਹਿੰਦੇ ਆ ਸਾਡੇ ਕੋਲ ਪੂਰਬ ਦਾ ਚਾਨਣ ਹੈ, ਸਾਡੇ ਕੋਲ ਬੁੱਧ ਹੈ, ਸਾਡੇ ਕੋਲ ਗੁਰੂ ਨਾਨਕ ਹਨ, ਸਾਡੇ ਕੋਲ ਗੀਤਾ ਹੈ, ਸਾਡੇ ਕੋਲ ਵੇਦ ਹਨ ਔਰ ਸਾਡੇ ਕੋਲ ਸ਼ਾਸਤਰ ਹਨ, ਸਾਡੇ ਕੋਲ ਆਯੁਰਵੈਦ ਦਾ ਗਿਆਨ ਹੈ। ਅਸੀਂ ਪੂਰਬ ਤੋਂ ਰੋਸ਼ਨੀ ਦਿਆਂਗੇ, ਲੇਕਿਨ ਉਹਦੇ ਵਿੱਚ ਅਸੀਂ ਪਛੜ ਰਹੇ ਹਾਂ ਬਹੁਤ। ਲੇਕਿਨ ਵੈਸਟ ਜਿਹੜਾ ਉਹਨੇ ਇੰਟੈਲੈਕਚੁਅਲ ਪ੍ਰਾਪਰਟੀ ਲੈ ਗਈ। ਇੰਟੈਲੈਕਚੁਅਲ ਪ੍ਰਾਪਰਟੀ ਦਾ ਮਤਲਬ ਹੈ ਸਾਡੇ ਸਾਰੇ ਜੋ ਬੁੱਧੀਮਾਨ ਲੋਕ ਹਨ ਉਹ ਉਹਨਾਂ ਦੇਸ਼ਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ। ਇਹ ਬੜੀ ਚਿੰਤਾ ਦੀ ਗੱਲ ਹੈ। ਬ੍ਰੇਨ ਡਰੇਨ ਜਿਹਨੂੰ ਤੁਸੀਂ ਕਹਿੰਦੇ ਹੋ, ਤਾਂ ਬ੍ਰੇਨ ਡਰੇਨ ਵੀ ਹੋ ਰਿਹਾ। ਕਹੋ ਨਾਨਕ ਇਹ ਬਿੱਦ ਕੀ ਸੰਪੈ, ਇਹ ਜਿਹੜੀ ਬਿੱਦ ਹੈ ਇਸ ਤਰ੍ਹਾਂ ਜੂਨ ਦੀ, ਕਹੂ ਗੁਰਮੁਖ ਭਾਵੈ। ਇਹ ਤੁਸੀਂ ਸਾਰੇ ਜਿੰਨੇ ਬੈਠੇ ਹੋ ਉਸ ਧਰਤੀ ਤੇ, ਰੋਪੜ ਦੀ ਧਰਤੀ ਤੇ ਬੈਠੇ ਹੋ, ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਹੋ, ਸਾਰੇ ਪੰਜਾਬ ਵਿੱਚ ਬੈਠੇ ਹੋ, ਤਾਂ ਇਹ ਬਿੱਦ ਜਿਹੜੀ ਹੈ ਸਾਨੂੰ ਪ੍ਰਾਪਤ ਹੋ ਸਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 400 ਸਾਲਾ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਨਮਸਕਾਰ ਕਰੀਏ। ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨੀ ਕੁ ਕੁਰਬਾਨੀ ਅਸੀਂ ਕਰ ਸਕਦੇ ਹਾਂ ਉਨੀ ਕੁਰਬਾਨੀ ਕਰ ਸਕੀਏ, ਜਿੰਨੀ ਕੁ ਵਿਖਿਆ ਅਸੀਂ ਛੱਡ ਸਕਦੇ ਹਾਂ ਕਰੀਏ। ਲੇਕਿਨ ਇਹ ਮਿਸ਼ਰਣ ਜਿਹੜਾ ਇਹ ਨਹੀਂ ਚੱਲੇਗਾ। ਜਿਵੇਂ ਖੀਰ ਅਸੀਂ ਬਣਾ ਲਈਏ, ਉਹਦੇ ਵਿੱਚ ਥੋੜੀ ਥੋੜੀ ਸਵਾਹ ਪਾ ਲਈਏ ਨਾਲ ਨਾਲ, ਤਾਂ ਉਹਦਾ ਸਵਾਦ ਜਿਹੜਾ ਉਹ ਬੇਸਵਾਦੀ ਹੋ ਜਾਏਗੀ ਉਹ ਚੀਜ਼, ਉਹਦਾ ਕੋਈ ਸਵਾਦ ਨਹੀਂ ਰਹੇਗਾ। ਉਹ ਜੀਵਨ ਦੇ ਵਿੱਚ ਦੋਨੋਂ ਚੀਜ਼ਾਂ ਨਹੀਂ ਚੱਲ ਸਕਦੀਆਂ, ਪਰ ਇੱਕ ਦਿਸ਼ਾ ਜ਼ਰੂਰ ਚੱਲ ਸਕਦੀ ਹੈ। ਕਿਉਂਕਿ ਮਨੁੱਖ ਜਿਹੜਾ ਇਹ ਮਿਸ਼ਰਣ ਹੁੰਦਾ ਹੈ, ਉਹਦੇ ਵਿੱਚ ਗੁਣਾ ਤੇ ਔਗੁਣਾ ਦਾ, ਹਮੇਸ਼ਾ ਔਗਣ ਸਾਡੇ 'ਚ ਰਹਿੰਦੇ ਨੇ, ਲੇਕਿਨ ਗੁਣਾ ਦੀ ਦਿਸ਼ਾ ਧਾਰਨ ਕਰ ਲਈਏ, ਗੁਣਾ ਨੂੰ ਸੰਗ੍ਰਹਿਣ ਕਰਨ ਸ਼ੁਰੂ ਕਰ ਦਈਏ, ਫਿਰ ਆਪੇ ਗੁਰੂ ਸਾਹਿਬ ਜਿਹੜੇ ਨੇ ਉਸ ਦਿਸ਼ਾ ਵੱਲ ਸਾਨੂੰ ਉਹ ਅੱਗੇ ਲੈ ਕੇ ਜਾਂਦੇ ਜਾਣਗੇ। ਤੋ ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਬੜੀ ਸਰਲ ਹੈ, ਸਿੰਪਲ ਹੈ। ਹੁਣ ਅਸੀਂ ਇੱਕ ਹੋਰ ਨਿਸ਼ਚਾ ਕਰੀਏ ਕਿ ਜਦੋਂ ਵੀ ਕਿਧਰੇ ਅਖੰਡ ਪਾਠ ਦਾ ਭੋਗ ਪੈਣਾ ਹੈ, ਤੇ ਅਖੰਡ ਪਾਠ ਦੇ ਭੋਗ ਵੇਲੇ 9ਵੇਂ ਮਹਿਲ ਦੇ ਸ਼ਲੋਕ ਜਿਹੜੇ ਨੇ ਉਹਨਾਂ ਨੂੰ ਜਿਵੇਂ ਪਿੰਡਾਂ ਵਿੱਚ ਪੜ੍ਹਦੇ ਨੇ, ਟੇਕ ਲਾ ਕੇ ਨਾ, ਅਸੀਂ ਉਸ ਤਰ੍ਹਾਂ ਪੜ੍ਹੀਏ, ਕਾਹਲੀ ਨਾਲ ਨਾ ਪੜ੍ਹੀਏ ਵੀ ਹੁਣ ਭੋਗ ਦਾ ਸਮਾਂ ਆ ਗਿਆ, ਫਟਾਫਟ ਭੋਗ ਜਿਹੜਾ ਪਾ ਦਈਏ। ਤੋ ਅਖੀਰ ਦੇ ਉੱਤੇ ਅਸੀਂ ਸਾਰੇ ਰਲ ਕੇ ਪੜ੍ਹੀਏ ਕਿ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਭੁੱਲ ਚੁੱਕ ਜਿਹੜੀ ਹੈ ਆਪ ਜੀ ਨੇ ਖਿਮਾ ਕਰ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਡਾਕਟਰ ਬਲਵਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਤੇਗ ਬਹਾਦਰ ਮਹਾਰਾਜ ਦੀ ਸ਼ਖਸੀਅਤ, ਸਿੱਖਿਆਵਾਂ ਤੇ ਸ਼ਹਾਦਤ ਦੀਆਂ ਵਿਚਾਰਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਧੰਨਵਾਦ ਜੀ। ਬੜਾ ਇਨਫੋਰਮੇਟਿਵ, ਬਹੁਤ ਜਿਹੜਾ ਜਾਣਕਾਰੀ ਭਰਪੂਰ ਵੀਰ ਜੀ ਹੋਰਾਂ ਨੇ ਜਿਹੜਾ ਇਹ ਘੱਟ ਸਮੇਂ ਦੇ ਵਿੱਚ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਹੈ ਜੀ। ਹੁਣ ਮੈਂ ਬੇਨਤੀ ਕਰਾਂ ਸਰਦਾਰ ਇੰਦਰਪਾਲ ਸਿੰਘ ਜੀ ਹੋਰਾਂ ਨੂੰ, ਜੋ ਬਤੌਰ ਚੀਫ ਮੈਨੇਜਰ ਪੰਜਾਬ ਮੈਡੀਸਿਨ ਤੋਂ ਪੰਜਾਬ ਮੈਡੀਸਿਨ ਬੈਂਕ ਚੋਂ ਰਿਟਾਇਰ ਹੋਏ ਨੇ ਜੀ, ਕਿ ਉਹ ਅੱਜ ਦਾ ਜੋ ਲੈਕਚਰ ਵੀਰ ਡਾਕਟਰ ਬਲਵਿੰਦਰਪਾਲ ਸਿੰਘ ਜੀ ਹੋਰਾਂ ਦੁਆਰਾ ਵਿਚਾਰ ਜਿਹੜੇ ਸਾਂਝੇ ਕੀਤੇ ਗਏ ਉਹਨਾਂ ਨੂੰ ਸਨਮਾਨਿਤ ਕਰਦਾ ਜੀ। ਸਰਦਾਰ ਇੰਦਰਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਬਲਵਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਮਿੱਥੇ ਸਮੇਂ ਦੇ ਵਿੱਚ ਕੁੱਜੇ 'ਚ ਸਮੁੰਦਰ ਬੰਦ ਕਰਕੇ
ਮੇਰੇ ਖਿਆਲ ਸ਼ਾਇਦ ਹੀ ਕੋਈ ਗੁਰੂ ਸਾਹਿਬ ਦੀ ਸ਼ਖਸੀਅਤ ਦਾ ਪੱਖ ਹੈ ਜਿਹੜਾ ਅਧੂਰਾ ਰਹਿ ਗਿਆ ਹੋਵੇ। ਮੈਂ ਵਿਸ਼ੇਸ਼ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਕਿ ਜਿਨ੍ਹਾਂ ਨੇ ਕਿ ਸਾਰੇ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ, ਉਹਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਇਹ ਜੋ ਵੈਬੀਨਾਰਾਂ ਦੀ ਲੜੀ ਚਲਾਈ ਹੈ, ਉਸੇ ਲੜੀ ਦੇ ਵਿੱਚ ਅੱਜ ਅਸੀਂ ਸਰਕਾਰੀ ਕਾਲਜ ਰੋਪੜ ਦੇ ਵਿਹੜੇ ਵਿੱਚ ਪ੍ਰਿੰਸੀਪਲ ਜੋ ਇੰਚਾਰਜ ਹਨ ਮਨਜੀਤ ਕੌਰ ਜੀ ਮਨਚੰਦਾ, ਉਹਨਾਂ ਦੀ ਅਗਵਾਈ ਦੇ ਵਿੱਚ ਜੋ ਇਹ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਮੈਂ ਦੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਇਹਦੇ ਵਿੱਚ ਬੈਠੀਆਂ ਹਨ, ਜਿਹਦੇ ਵਿੱਚ ਸਾਡੇ ਸਤਿਕਾਰਯੋਗ ਚੇਅਰਮੈਨ ਸਰਦਾਰ ਜਤਿੰਦਰਪਾਲ ਸਿੰਘ ਜੀ, ਸਾਬਕਾ ਚੇਅਰਮੈਨ ਸਰਦਾਰ ਪ੍ਰਤਾਪ ਸਿੰਘ ਜੀ, ਡਾਕਟਰ ਜਸਪਾਲ ਕੌਰ ਜੀ ਕਾਂਗ ਜੋ ਮੁਖੀ ਹਨ, ਪ੍ਰੋਫੈਸਰ ਹਨ ਉੱਥੇ ਗੁਰੂ ਨਾਨਕ ਸਿੱਖ ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਸਰ GS ਕੈਂਥ ਜੀ IIT ਖੜਗਪੁਰ ਤੋਂ ਜੋ ਹਨ ਉਹ ਵੀ ਸਾਡੇ ਵਿੱਚ ਬੈਠੇ ਹਨ, ਸਰ ਗੁਰਜਿੰਦਰ ਸਿੰਘ ਜੀ ਚਾਵਲਾ ਮੈਂ ਦੇਖ ਰਿਹਾ USA ਤੋਂ ਬੈਠੇ ਹਨ, ਡਾਕਟਰ ਦੀਪਿੰਦਰ ਸਿੰਘ ਜੀ USA ਤੋਂ ਸ਼ਾਮਲ ਹੋਏ ਹਨ, ਡਾਕਟਰ ਭੁਪਿੰਦਰ ਕੌਰ ਜੀ ਕਵਤਾ ਜੋ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਸਾਡੇ 'ਚ ਬੈਠੇ ਹਨ, ਡਾਕਟਰ ਲਤਾ ਖੇੜਾ ਜੀ, ਡਾਕਟਰ ਰੰਜੂ ਬਾਲਾ ਜੀ, ਹੋਰ ਵੀ ਜਿਹੜੀਆਂ ਮਹਾਨ ਜਿਹੜੀਆਂ ਸ਼ਖਸੀਅਤਾਂ ਵਿਦਵਾਨ ਜੋ ਜਿਨ੍ਹਾਂ ਦੇ ਮੈਂ ਸਾਹਮਣੇ ਨਾਂ ਦੇਖ ਰਿਹਾ, ਸਰ ਮਹਿੰਦਰ ਸਿੰਘ ਜੀ, ਮਹਿੰਦਰਪਾਲ ਸਿੰਘ ਜੀ ਜੋ ਬੰਗਲੌਰ ਤੋਂ ਆਈ ਆਪਣੇ ISRO ਜੋ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਸਾਇੰਟਿਸਟ ਹਨ, ਉਹ ਵੀ ਸਾਡੇ ਵਿੱਚ ਜੁੜੇ ਹੋਏ ਹਨ, ਹੋਰ ਡਾਕਟਰ ਰਮਨਦੀਪ ਕੌਰ, ਪੁਸ਼ਪਿੰਦਰ ਕੌਰ ਜੀ, ਤੇ ਇਹ ਸਾਰੇ ਜਿਹੜੇ ਮੈਂ ਦੇਖ ਰਿਹਾ ਸਰ ਸੁਰਿੰਦਰਪਾਲ ਸਿੰਘ ਸਿੱਕੀ ਸੰਗਰੂਰ ਤੋਂ ਬੈਠੇ ਹਨ, ਸਰ ਤੇਜਿੰਦਰ ਸਿੰਘ ਜੀ ਖਿਜਰਾਬਾਦੀ, ਉਹਨਾਂ ਦੇ ਨਾਲ ਹੀ ਜੋ ਹੋਰ ਸਾਡੇ ਸਿੱਖ ਕਾਲਜ ਦੀ ਪ੍ਰੋਫੈਸਰ ਸਾਹਿਬਾਨ ਸਰ ਜਤਿੰਦਰ ਸਿੰਘ ਜੀ ਗਿੱਲ, ਸਰ ਡਾਕਟਰ ਰਵਿੰਦਰ ਕੌਰ ਜੀ ਤੇ ਹੋਰ ਜਿੰਨੀਆਂ ਸ਼ਖਸੀਅਤਾਂ ਜੁੜੀਆਂ ਹਨ, ਮੈਂ ਸਮਝਦਾ ਵੀ ਇਹ ਜੋ ਸਾਨੂੰ ਇੱਕ ਕਰੋਨਾ ਦਾ ਜਿਹੜਾ ਮਹਾਂਪ੍ਰਕੋਪ ਆਇਆ, ਇਹ ਸਾਡੇ ਲਈ ਕਿਸਮ ਦਾ ਮਹਾਂਵਰਦਾਨ ਵੀ ਮੈਂ ਸਮਝਦਾ। ਸ਼ਾਇਦ ਇੰਨੀਆਂ ਸ਼ਖਸੀਅਤਾਂ ਅਸੀਂ ਜੀ ਵਾਹਿਗੁਰੂ ਜੀ। ਵੀਰ ਜੀ ਦਾ ਮਾਈਕ ਅਨਮਿਊਟ ਕਰ ਦਿਓ ਜੀ। ਵੀਰਿੰਦਰਪਾਲ ਸਿੰਘ ਜੀ ਦਾ ਲੱਗਦਾ ਉਹ ਡਿਸਕਨੈਕਟ ਹੋ ਗਏ ਸੀਗੇ ਸਾਡੇ ਨਾਲ ਕੁਝ ਸਮੇਂ ਲਈ। ਹਾਂਜੀ, ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਅੱਜ ਦੇ ਜਿਹੜੀ ਸਮੇਂ ਦੀ ਲੋੜ ਹੈ ਉਹਦੇ ਸੰਦਰਭ ਦੇ ਵਿੱਚ ਜੋ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ, ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਖਸੀਅਤ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ, ਉਹਦੇ ਜੋ ਅੱਜ ਅਸੀਂ ਇੱਕ ਅਮਰੀਕਾ ਦੀ ਘਟਨਾ ਦੇਖੀ ਹੈ ਨਸਲਵਾਦ ਦੀ, ਅਸੀਂ ਜੋ ਹਿਊਮਨ ਰਾਈਟਸ ਦੀ ਗੱਲ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡੇ ਅਲੰਬਰਦਾਰ ਜੋ 1675 ਚ ਆਪਣੀ ਕੁਰਬਾਨੀ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਝੰਡਾ ਬਰਦਾਰ ਬਣੇ ਕਿ ਕਿਵੇਂ
ਤੁਸੀਂ ਉਸ ਅਕੀਦੇ ਦੇ ਲਈ ਜਿਹਨੂੰ ਤੁਸੀਂ ਫੋਲੋ ਨਹੀਂ ਕਰਦੇ, ਉਸ ਵਿਸ਼ਵਾਸ ਦੇ ਲਈ ਜਿਹਦੇ ਤੁਸੀਂ ਆਪ ਧਾਰਕ ਨਹੀਂ ਹੋ, ਉਹਦੇ ਲਈ ਤੁਸੀਂ ਆਪਣਾ ਬਲੀਦਾਨ ਦੇਣ ਦੇ ਲਈ, ਆਪਣੀ ਕੁਰਬਾਨੀ ਦੇਣ ਦੇ ਲਈ, ਸ਼ਹਾਦਤ ਦੇਣ ਦੇ ਲਈ ਤੁਸੀਂ ਆਪਣੇ ਆਪ ਨੂੰ ਖੁਦ, ਅੱਜ ਜੋ ਨਸਲਵਾਦ ਦੁਨੀਆ ਦੇ ਵਿੱਚ ਫੈਲਿਆ, ਅਸੀਂ ਦੂਜੇ ਨੂੰ ਨਹੀਂ ਬਰਦਾਸ਼ਤ ਕਰ ਰਹੇ। ਇਹੀ ਜੋ ਉਸ ਟਾਈਮ ਦੀ ਹਕੂਮਤ ਸੀ ਔਰੰਗਜ਼ੇਬ ਦੀ ਅਗਵਾਈ ਦੇ ਵਿੱਚ, ਜੋ ਨਹੀਂ ਸੀ ਬਰਦਾਸ਼ਤ ਕਰ ਰਹੀ ਕਿ ਕੋਈ ਹੋਰ ਧਰਮ ਜਾਂ ਕੋਈ ਹੋਰ ਵਿਸ਼ਵਾਸ ਰੱਖਣ ਵਾਲੇ ਇਸ ਦੁਨੀਆ ਦੇ ਵਿੱਚ ਰਹਿਣ, ਤੇ ਉਹਨਾਂ ਨੂੰ ਹਰ ਹੀਲੇ ਦੇ ਨਾਲ, ਹਰ ਤਰੀਕੇ ਦੇ ਨਾਲ ਆਪਣੇ ਵਿੱਚ ਸ਼ਾਮਲ ਕਰਨ ਦੇ ਲਈ ਉਹਨਾਂ ਨੇ ਯਤਨ ਕੀਤੇ। ਜਿਨ੍ਹਾਂ ਨੇ ਵਿਰੋਧਤਾ ਕੀਤੀ ਉਹਨਾਂ ਨੂੰ ਉਹਨਾਂ ਨੇ ਸ਼ਹਾਦਤ ਦੇਣ ਤੱਕ ਜੋ ਅੰਜਾਮ ਦੇਣਾ ਪਿਆ। ਇਹ ਸਾਰੀ ਜਿਹੜੀ ਉਸ ਵਕਤ ਗੁਰੂ ਸਾਹਿਬ ਨੇ ਆਵਾਜ਼ ਉਠਾਈ ਸੀ, ਅੱਜ ਵੀ ਸੰਸਾਰ ਦੇ ਵਿੱਚ ਵੱਡੇ ਪੱਧਰ ਤੇ ਉਹ ਜਿਹੜੀ ਆਵਾਜ਼ ਉੱਠ ਰਹੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਂ ਜੋ ਹਮੇਸ਼ਾ ਹੀ ਯਾਦ ਕਰਦੇ ਹਾਂ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਤੇਗ ਬਹਾਦਰ ਕੇ ਚਲਤ ਪਿਓ ਜਗਤ ਮੈਂ ਸੋਕ, ਹੈ ਸਭ ਜਗ ਪਿਓ, ਜੈ 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 ਸੁਰ ਲੋਕ। ਇਹ ਜੋ ਜੈ ਜੈਕਾਰ ਗੁਰੂ ਤੇਗ ਬਹਾਦਰ ਸਾਹਿਬ ਦੀ, ਜੋ ਉਹਨਾਂ ਦੀ ਵਿਚਾਰਧਾਰਾ ਦੀ, ਜੋ ਉਹਨਾਂ ਦੀ ਸਾਰੇ ਜੀਵਨ ਦਾ ਜੋ ਦਰਸ਼ਨ ਹੈ, ਕਿਉਂਕਿ ਡਾਕਟਰ ਬਲਵਿੰਦਰਪਾਲ ਸਿੰਘ ਉਹਨਾਂ ਨੇ ਜਿਸ ਵਿਸਥਾਰ ਦੇ ਨਾਲ ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਤੇ ਉਹਨਾਂ ਦੀ ਬਾਣੀ ਦੇ, ਕਿਉਂਕਿ ਸਾਨੂੰ ਤਾਂ ਮਾਣ ਹੈ ਇਸ ਗੱਲ ਦਾ ਕਿ ਅਸੀਂ ਰੋਪੜ ਦੇ ਇਲਾਕੇ ਦੇ ਨਿਵਾਸੀ ਹਾਂ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਰਮ ਭੂਮੀ ਰਹੀ, ਜਿੱਥੇ ਗੁਰੂ ਉਸ ਜੋ ਜਿਵੇਂ ਉਸ ਪੰਛੀ ਦੀ ਗੱਲ ਕਰਕੇ ਕਕਨੂਸ ਦੀ ਜੋ ਡਾਕਟਰ ਬਲਵਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਫੇਰ ਜਨਮ ਹੁੰਦਾ ਹੈ, ਇਸ ਧਰਤੀ ਦੇ ਵਿੱਚੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਵਿੱਚੋਂ ਖਾਲਸਾ ਪੰਥ ਦਾ ਜਨਮ ਹੋਇਆ, ਜਿਹਨੇ ਦੁਨੀਆ ਦੇ ਵਿੱਚ ਆਪਣੀ ਤਾਂਕ ਜਮਾਈ। ਇੱਕ ਜੋ ਨਿਆਸਰਿਆਂ ਦੇ ਆਸਰੇ ਬਣਨ ਦੀ ਜੋ ਫਿਲਾਸਫੀ ਸਾਨੂੰ ਦਿੱਤੀ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਅੰਜਾਮ ਦਿੱਤਾ। ਉਹ ਖਾਲਸਾ ਬਣਾਇਆ ਜਿਹੜਾ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ, ਹਮੇਸ਼ਾ ਹੀ ਜਿੱਥੇ ਵੀ ਧੱਕਾ ਹੋ ਰਿਹਾ, ਜਿੱਥੇ ਵੀ ਕੋਈ ਕਿਸੇ ਦੇ ਨਾਲ ਜ਼ਿਆਦਤੀ ਹੋ ਰਹੀ ਹੈ, ਉਹਦੇ ਖਿਲਾਫ ਜੋ ਖੜਨ ਦਾ ਜਿਹੜਾ ਸਿਧਾਂਤ ਹੈ, ਉਹ ਜੋ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਸੀ ਕਿ ਪੈ ਕਾਹੂ ਕੋ ਦੇਤ ਨਹਿ ਪੈ ਮਨ ਤਾਨ, ਉਹ ਜੋ ਕਿਸੇ ਨੂੰ ਨਾ ਡਰੋ ਕਿਸੇ ਤੋਂ ਤੇ ਨਾ ਕਿਸੇ ਨੂੰ ਡਰਾਓ, ਇਹ ਜਿਹੜੀ ਫਿਲਾਸਫੀ ਸੀ, ਜੀਓ ਤੇ ਜੀਉਣ ਦਾ, ਲਿਵ ਐਂਡ ਲੈਟ ਲਿਵ ਦਾ ਜਿਹੜਾ ਸਿਧਾਂਤ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਦਿੱਤਾ, ਉਹ ਗੁਰੂ ਖਾਲਸੇ ਦੇ ਰੂਪ ਦੇ ਵਿੱਚੋਂ ਪ੍ਰਗਟ ਹੋਇਆ। ਅੱਜ ਵੀ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਅਸੀਂ ਦੇਖਦੇ ਹਾਂ, ਕੋਈ ਵੀ ਕਿਤੇ ਵੀ ਕਿਸੇ ਕਿਸਮ ਦੀ ਕਿਸੇ ਨੂੰ ਮੁਸੀਬਤ ਪੈਂਦੀ ਹੈ, ਕਿਸੇ ਨੂੰ ਲੋੜ ਪੈਂਦੀ ਹੈ, ਦੇਸ਼ ਦੀਆਂ ਸਰਹੱਦਾਂ ਨੂੰ ਲੋੜ ਪੈਂਦੀ ਹੈ, ਤਾਂ ਸਾਡਾ ਉਹ ਗੁਰੂ ਖਾਲਸਾ ਮੋਹਰੀ ਹੋ ਕੇ ਉਸ ਸਿਧਾਂਤ ਤੇ ਪਹਿਰਾ ਦੇ ਰਿਹਾ ਹੈ। ਉਹ ਜਿਹੜਾ ਡਾਕਟਰ ਬਲਵਿੰਦਰਪਾਲ ਸਿੰਘ ਨੇ ਫੀਨਿਕਸ ਪੰਛੀ ਦੀ ਗੱਲ ਕੀਤੀ ਹੈ ਕਿ ਜਿਹੜਾ ਰਾਖ ਦੇ ਵਿੱਚੋਂ ਪੈਦਾ ਹੁੰਦਾ ਹੈ, ਉਹ ਵਾਰ-ਵਾਰ ਉਹ ਪੈਦਾ ਹੋ ਰਿਹਾ ਹੈ, ਤੇ ਜਦੋਂ ਤੱਕ ਇਹ ਸੰਸਾਰ ਹੈ ਉਹ ਪੈਦਾ ਹੁੰਦਾ ਰਹੇਗਾ। ਅੱਜ ਭਾਵੇਂ ਕਰੋਨਾ ਦੀ ਮਹਾਮਾਰੀ ਆਈ ਹੈ, ਅੱਜ ਫੇਰ ਉਹ ਜੋ ਖਾਲਸੇ ਦਾ ਜੋ ਉਹੀ ਰੂਪ ਹੈ, ਜੋ ਕਿਸੇ ਦੇ ਨਾਲ ਵੀ ਵਿਪਤਾ ਦੇ ਵਿੱਚ ਖੜ ਜਾਣ ਦਾ ਜਿਹੜਾ ਸਰੂਪ ਹੈ, ਕਿਸੇ ਦੇ ਨਾਲ ਹੀ ਜੋ ਆਪਣੇ ਆਪ ਨੂੰ ਕੁਰਬਾਨ ਕਰ ਦੇਣ ਦਾ, ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਵੀ ਸੇਵਾ ਕਰਨ ਦਾ ਜਿਹੜਾ ਸਿਧਾਂਤ ਹੈ, ਉਹ ਦ੍ਰਿੜ ਕਰਵਾਇਆ ਜਾ ਰਿਹਾ ਹੈ। ਇਹ ਬਹੁਤ ਵੱਡੀ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ। ਇਹ ਗੱਲ ਗੁਰੂ ਸਾਹਿਬ ਦੀ ਸ਼ਹਾਦਤ ਦੇ ਨਾਲ ਖਤਮ ਨਹੀਂ ਹੋ ਜਾਂਦੀ, ਕਿ ਸਾਡੇ ਸਾਰਿਆਂ ਲਈ, ਆਉਣ ਵਾਲੀ ਪਨੀਰੀਆਂ ਦੇ ਲਈ, ਆਉਣ ਵਾਲੀਆਂ ਜੋ ਪੀੜ੍ਹੀਆਂ, ਉਹਨਾਂ ਲਈ ਇਹ ਚਾਨਣ ਮਨਾਰਾ ਬਣ ਕੇ ਹਮੇਸ਼ਾ ਹੀ ਬਰਕਰਾਰ ਰਹੇਗੀ। ਹਮੇਸ਼ਾ ਹੀ ਜੋ ਗੁਰੂ ਦਾ ਖਾਲਸਾ ਹੈ, ਇਹ ਹਮੇਸ਼ਾ ਹੀ ਗੁਰੂ ਦਾ ਸਿੱਖ ਹੈ, ਉਹ ਜਿੱਥੇ ਵੀ ਜਾਏਗਾ ਸੰਸਾਰ ਦੇ ਵਿੱਚ ਆਪਣੀ ਖੁਸ਼ਬੂ ਵੀ ਫੈਲਾਏਗਾ। ਤੇ ਗੁਰੂ ਸਾਹਿਬ ਦਾ ਜਿਹੜਾ ਸੁਨੇਹਾ ਹੈ, ਉਹ ਸਮੁੱਚੀ ਮਾਨਵਤਾ ਦੀ ਜਿਹੜੀ ਸਮੁੱਚੀ ਜਿਹੜੀ ਲੋਕਾਈ ਦਾ ਜਿਹੜਾ ਭਲਾ ਕਰਨ ਦੇ ਲਈ ਜੋ ਗੁਰੂ ਨਾਨਕ ਸਾਹਿਬ ਨੇ ਮਿਸ਼ਨ ਸਾਨੂੰ ਦਿੱਤਾ ਸੀ, ਆਪਣੀ ਵਿਜ਼ਨ ਮਿਸ਼ਨ ਜੋ ਸਟੇਟਮੈਂਟ ਗੁਰੂ ਸਾਹਿਬ ਨੇ ਜਾਰੀ ਕੀਤੀ ਸੀ, ਚੜਿਆ ਸੋਧਣ ਧਰਤ ਲੁਕਾਈ, ਤੇ ਧਰਤ ਲੁਕਾਈ ਨੂੰ ਸੋਧਣ ਵਾਲੀ ਜਿਹੜੀ ਗੱਲ ਹੈ, ਉਹਨੂੰ ਅਸੀਂ ਕਿਸੇ ਵੀ ਦੇਸ਼ ਦਸ਼ਾਂਤਰ ਜਾਂ ਕਿਸੇ ਜੋਗ੍ਰਾਫੀਕਲ ਲਿਮਿਟਸ ਦੇ ਵਿੱਚ ਨਹੀਂ ਬਣ ਸਕਦੇ। ਇਹ ਵਿਚਾਰਧਾਰਾ ਜੋ ਗੁਰੂ ਸਾਹਿਬ ਨੇ ਕਹੀ ਸੀ ਕਿ ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰਾਖੈ ਊਬੀ ਸੇਵ ਕਰੇ, ਕਿਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਰ ਲਏ। ਇਹ ਖਾਲਸੇ ਨੇ, ਗੁਰੂ ਦੇ ਸਿੱਖ ਨੇ, ਗੁਰੂ ਨੇ ਜਿਹਨੂੰ ਗੁਰੂ ਦੀ ਸੱਚੀ ਸਿੱਖਿਆ ਦਾ ਪਤਾ ਲੱਗ ਗਿਆ, ਉਹਨੇ ਸੰਸਾਰ ਦੇ ਵਿੱਚ ਇਸ ਵਿਚਾਰਧਾਰਾ ਦਾ ਪ੍ਰਚਾਰ ਕਰਕੇ ਇਹਨੂੰ ਪ੍ਰੈਕਟੀਕਲ ਸ਼ੇਪ ਦੇ ਕੇ ਇਹ ਸੰਸਾਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਹੈ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਗਵਰਨਮੈਂਟ ਕਾਲਜ ਰੋਪੜ ਦੀ ਸਾਰੀ ਸਟੱਡੀ ਸਰਕਲ ਦੀ ਯੂਨਿਟ ਦਾ, ਪ੍ਰੋਫੈਸਰ ਉਪਦੇਸ਼ਦੀਪ ਕੌਰ ਜੀ, ਪ੍ਰੋਫੈਸਰ ਹਰਜਸ ਕੌਰ ਜੀ, ਤੇ ਉਹਦੇ ਨਾਲ ਹੀ ਸਾਡੇ ਪ੍ਰਿੰਸੀਪਲ ਜੋ ਅਪਰੀਸ਼ੀਏਟ ਕਰ ਰਹੇ ਹਨ, ਆਪਣਾ ਮਨਜੀਤ ਕੌਰ ਮਨਚੰਦਾ ਜੀ,
ਹੋਰ ਪ੍ਰੋਫੈਸਰ ਸਾਹਿਬਾਨ ਜਿੰਨੇ ਵੀ, ਡਾਕਟਰ ਰਵਿੰਦਰ ਕੌਰ, ਜਤਿੰਦਰ ਸਿੰਘ ਜੀ ਗਿੱਲ ਤੇ ਹੋਰ ਜਿਨ੍ਹਾਂ ਦੇ ਮੈਂ ਨਾਂ ਸਾਹਮਣੇ ਪੜ੍ਹ ਰਿਹਾ, ਉਹਨਾਂ ਸਾਰਿਆਂ ਦਾ ਵਿਸ਼ੇਸ਼ ਧੰਨਵਾਦ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਰੋਪੜ ਜ਼ੋਨ ਦੀ ਸਾਰੀ ਟੀਮ, ਸਰ ਹਰਮਿੰਦਰ ਸਿੰਘ ਜੀ, ਸਰ ਰਜਿੰਦਰ ਸਿੰਘ ਜੀ ਖਿਦਰਾਬਾਦੀ, ਤੇ ਵਿਸ਼ੇਸ਼ ਕਰਕੇ ਸਾਡੇ ਜੋ ਇਸ ਪ੍ਰੋਗਰਾਮ ਨੂੰ ਸੰਚਾਲਿਤ ਕਰ ਰਹੇ ਹਨ ਸਰ ਵਿਕਰਮਜੀਤ ਸਿੰਘ ਜੀ, ਜਨਰਲ ਸੈਕਟਰੀ, ਜਿਹਦੇ ਤੇ ਸਟੱਡੀ ਸਰਕਲ ਨੂੰ ਵੀ ਬੜੀਆਂ ਵੱਡੀਆਂ ਆਸਾਂ ਤੇ ਸਮਾਜ ਨੂੰ ਵੀ ਬੜੀਆਂ ਵੱਡੀਆਂ ਆਸਾਂ। ਤੋਂ ਆਪਣੀਆਂ ਇਸੇ ਪ੍ਰਤਿਭਾ ਦੇ ਨਾਲ, ਇਸੇ ਹੀ ਸੇਵਾ ਦੇ ਨਾਲ, ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਅਸੀਂ ਜਿਹੜੀ ਇਹ ਲੜੀ ਚੱਲੀ ਹੈ ਇਸ ਵੈਬੀਨਾਰਾਂ ਦੀ, ਸੈਮੀਨਾਰਾਂ ਦੀ, ਇਹਨੂੰ ਜਾਰੀ ਰੱਖਾਂਗੇ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਰੇ ਜਿਹੜੇ ਸਰੋਤੇ ਬੈਠੇ ਹਨ ਉਹਨਾਂ ਦਾ ਜੋ ਫਾਰਮਲ ਧੰਨਵਾਦ ਮੈਡਮ ਹਰਜਸ ਕੌਰ ਨੇ ਕਰਨਾ ਹੈ। ਮੈਂ ਆਪਣੇ ਵੱਲੋਂ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਮੁੱਚੀ ਸੁਪਰੀਮ ਕੌਂਸਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ। ਸਨ ਸਰਦਾਰ ਇੰਦਰਪਾਲ ਸਿੰਘ ਜੀ ਜੋ ਬੰਗਲੌਰ ਤੋਂ ਸਾਡੇ ਨਾਲ ਜੁੜੇ ਹੋਏ ਸੀ, ਤੇ ਇਹਨਾਂ ਨੇ ਵੀਰ ਉਹਨਾਂ ਨੇ ਬੜੇ ਸੁਚੱਜੇ ਜਿਹੜੇ ਬੜੇ ਵਧੀਆ ਵਿਚਾਰ ਜਿਹੜੇ ਪੇਸ਼ ਕੀਤੇ ਨੇ ਜੀ। ਸੋ ਧੰਨਵਾਦ ਥਾਪੜੇ ਦਿੱਤੇ ਨੇ ਜੀ। ਸੋ ਹੁਣ ਮੈਂ ਬੇਨਤੀ ਕਰਾਂ ਜੀ, ਜਿਹੜਾ ਸਾਡਾ ਵੈਬੀਨਾਰ ਸ਼ੁਰੂ ਹੋਇਆ ਸੀਗਾ ਅੱਜ ਉਹ ਸਮਾਪਤੀ ਵੱਲ ਵੱਧ ਰਹੇ ਹਾਂ ਜੀ। ਸੋ ਹੁਣ ਮੈਂ ਬੇਨਤੀ ਕਰਾਂ ਮੈਡਮ ਹਰਜਸ ਕੌਰ ਜੀ ਜੋ ਮੁਖੀ ਨੇ ਜੀ ਮਿਊਜ਼ਿਕ ਵਿਭਾਗ ਦੇ ਸਰਕਾਰੀ ਕਾਲਜ ਰੋਪੜ ਦੇ, ਉਹ ਅੰਤ ਵਿੱਚ ਜਿਹੜੇ ਧੰਨਵਾਦ ਦੇ ਸ਼ਬਦ ਕਹਿਣ ਜੀ। ਮੈਡਮ ਹਰਜਸ ਕੌਰ ਜੀ। ਚਾਰ ਸੌ ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅੱਜ ਦੇ ਇਸ ਵੈਬੀਨਾਰ ਵਿੱਚ ਸ਼ਾਮਲ ਵਿਦਵਾਨਾਂ, ਵਿਦਿਆਰਥੀਆਂ ਦਾ ਮੈਂ ਕਾਲਜ ਤੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਇਸ ਵੈਬੀਨਾਰ ਵਿੱਚ ਸ਼ਮੂਲੀਅਤ ਕੀਤੀ ਤੇ ਸਾਨੂੰ ਸਹਿਯੋਗ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਇਲਾਹੀ ਬਾਣੀ ਦੀ ਰਚਨਾ ਕੀਤੀ, ਉੱਥੇ ਤੇਗ ਦੇ ਲੋੜ ਪੈਣ ਤੇ ਤੇਗ ਦੇ ਜੌਹਰ ਵੀ ਦਿਖਾਏ, ਜਿਸ ਦੀ ਮਿਸਾਲ ਜਲੰਧਰ ਨੇੜੇ ਕਰਤਾਰਪੁਰ ਵਿਖੇ ਦੀ ਜੰਗ। ਇਸ ਜੰਗ ਤੋਂ ਹੀ ਇਹਨਾਂ ਦਾ ਨਾਮ ਤੇਗ ਬਹਾਦਰ ਹੋਇਆ, ਤਿਆਗ ਮਲ ਤੋਂ ਤੇਗ ਬਹਾਦਰ ਹੋਇਆ। ਆਪ ਜੀ ਨੇ ਮਨੁੱਖੀ ਅਧਿਕਾਰਾਂ, ਮਨੁੱਖੀ ਜਾਤੀ, ਧਾਰਮਿਕ ਆਜ਼ਾਦੀ, ਹਿੰਦੂ ਧਰਮ ਲਈ ਕੁਰਬਾਨੀ ਦਿੱਤੀ, ਜੋ ਕਿ ਵਿਸ਼ਵ ਇਤਿਹਾਸ ਦੀ ਮੌਲਿਕ ਘਟਨਾ ਹੈ। ਅੱਜ ਦਾ ਵਿਸ਼ਾ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ, ਸਿੱਖਿਆਵਾਂ ਤੇ ਸ਼ਹਾਦਤ, ਜਿਸ ਦੇ ਮੁੱਖ ਬੁਲਾਰੇ ਡਾਕਟਰ ਬਲਵਿੰਦਰ ਸਿੰਘ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਵਿਸਤਾਰ ਸਹਿਤ ਆਪਣੇ ਵਿਸ਼ੇ ਨੂੰ ਸਾਡੇ ਸਾਹਮਣੇ ਰੱਖਿਆ। ਮੈਨੂੰ ਆਸ ਹੈ ਕਿ ਇਹ ਵੈਬੀਨਾਰ ਵਿਦਵਾਨਾਂ ਲਈ ਲਾਹੇਵੰਦ ਹੋਵੇਗਾ ਤੇ ਸਰਕਾਰੀ ਕਾਲਜ ਰੋਪੜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਇਆ ਗਿਆ ਇਹ ਵੈਬੀਨਾਰ ਸਾਕਾਰ ਸਾਬਿਤ ਹੋਵੇਗਾ। ਮੈਂ ਆਪਣੇ ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਮਨਚੰਦਾ ਜੀ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਵੈਬੀਨਾਰ ਨੂੰ ਸਰਪ੍ਰਸਤੀ ਦਿੱਤੀ। ਮੈਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਸਰਕਾਰੀ ਕਾਲਜ ਰੋਪੜ ਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਦੀ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇਸ ਵੈਬੀਨਾਰ ਨੂੰ ਸਫਲ ਬਣਾਉਣ ਵਿੱਚ ਭਰਪੂਰ ਯੋਗਦਾਨ ਦਿੱਤਾ। ਮੈਂ ਸਭ ਤੋਂ ਸਾਰਿਆਂ ਨੂੰ 400 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਦੀ ਮੁਬਾਰਕਬਾਦ ਦਿੰਦਿਆਂ ਹੋਇਆ ਸਭ ਦਾ ਦੁਬਾਰਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਮੈਡਮ ਹਰਜਸ ਕੌਰ ਜੀ। ਸੋ ਬਹੁਤ ਧੰਨਵਾਦ ਜੀ। ਮੈਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਜਿਨ੍ਹਾਂ ਦੇ ਵਿਸ਼ੇਸ਼ ਮੁਹਿੰਮ ਦੇ ਤਹਿਤ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਜਿਹੜਾ ਉਪਰਾਲਾ ਕੀਤਾ ਹੈ ਜੀ, ਤੇ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਬੜੇ ਹਰਲੋ ਉਤਸ਼ਾਹ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਜੀ। ਸੋ ਉਸ ਦੇ ਸੰਬੰਧ ਵਿੱਚ ਇਹ ਵੈਬੀਨਾਰ ਸਰਕਾਰੀ ਕਾਲਜ ਰੋਪੜ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਸਰਕਾਰੀ ਕਾਲਜ ਰੋਪੜ ਦੇ ਸਹਿਯੋਗ ਸਦਕਾ ਹੈ, ਜਿਹਦੇ ਲਈ ਵਿਸ਼ੇਸ਼ ਧੰਨਵਾਦ ਮੈਡਮ ਮਨਜੀਤ ਕੌਰ ਮਨਚੰਦਾ ਜੀ ਜਿਹੜੇ ਵਾਈਸ ਪ੍ਰਿੰਸੀਪਲ ਨੇ ਜੀ। ਇਸ ਤੋਂ ਇਲਾਵਾ ਮੈਡਮ ਉਪਦੇਸ਼ਦੀਪ ਕੌਰ ਜੀ ਜੋ ਯੂਨਿਟ ਇੰਚਾਰਜ ਨੇ ਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ, ਮੈਡਮ ਹਰਜਸ ਕੌਰ ਜੀ ਤੇ ਪੂਰੇ
ਕਾਲਜ ਸਟਾਫ ਦਾ ਜੀ ਸਹਿਯੋਗ ਦਿੱਤਾ ਜੀ, ਤੇ ਵਿਸ਼ੇਸ਼ ਧੰਨਵਾਦ ਡਾਕਟਰ ਬਲਵਿੰਦਰਪਾਲ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਕੀਮਤੀ ਵਿਚਾਰ ਜਿਹੜੇ ਹੈ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਸਾਡੇ ਨਾਲ ਸਾਂਝੇ ਕੀਤੇ ਨੇ ਜੀ। ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ, ਪ੍ਰੋਫੈਸਰ ਸਾਹਿਬਾਨ ਦਾ, ਸਟੂਡੈਂਟਸ ਦਾ ਜੀ। ਤੇ ਇਹ ਜੋ ਪ੍ਰੋਗਰਾਮ ਜਿਹੜਾ ਵੈਬੀਨਾਰ ਤੁਸੀਂ ਲਾਈਵ ਦੇਖ ਰਹੇ ਹੋ, ਤੇ ਇਹ ਸਰਕਾਰੀ ਚੱਲ ਰਿਹਾ ਜੀ। ਉਹਦੇ ਲਈ ਵਿਸ਼ੇਸ਼ ਉਪਰਾਲਾ ਮੈਡਮ ਰਵਿੰਦਰ ਕੌਰ ਜੀ, ਅਸਿਸਟੈਂਟ ਪ੍ਰੋਫੈਸਰ ਸਰਕਾਰੀ ਦਾ ਵਿਸ਼ੇਸ਼ ਧੰਨਵਾਦ ਨੇ ਜਿਹੜਾ ਉਪਰਾਲਾ ਕਰਕੇ YouTube ਚੈਨਲ ਦਾ ਜਿਹੜਾ ਬਣਾਇਆ, ਤੇ ਅੱਜ ਦੇ ਵੈਬੀਨਾਰ ਨੂੰ ਜਿਹੜਾ ਸਫਲ ਬਣਾਉਣ ਦੇ ਪਿੱਛੇ ਵੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਜੀ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਜੀ ਅੱਜ ਇਸ ਵੈਬੀਨਾਰ ਦੀ ਹੈ ਜੀ ਸਮੂਹ ਪ੍ਰੋਫੈਸਰ ਸਾਹਿਬਾਨ, ਸਮੂਹ ਜਿਹੜੇ ਵਿਦਵਾਨ ਵੀਰ ਨੇ ਜਿਹੜੇ ਸੈਮੀਨਾਰ ਦਾ ਹਿੱਸਾ ਬਣੇ ਨੇ, ਸਟੂਡੈਂਟਸ, ਬਹੁਤ ਬਹੁਤ ਧੰਨਵਾਦ ਜੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।